ਮੋਤੀਆ ਸੰਗੀ ਨੱਪਣੀ ਤੇਰੀ ਜੱਟਾਂ ਨੇ, ਮੋਤੀਆ ਸੰਗੀ ਨੱਪਣੀ ਤੇਰੀ ਜੱਟਾਂ ਨੇ, ਮੋਤੀਆ ਸੰਗੀ ਨੱਪਣੀ ਤੇਰੀ ਜੱਟਾਂ ਨੇ। ਕੋਬਰਾ ਸੱਪ ਕਿਹਨੂੰ ਇੱਕ ਪ੍ਰੈਜ਼ੈਂਟ ਕੀਤਾ ਗਿਆ, ਕਿਹਨੂੰ ਦੱਸ ਰਿਹਾ ਹੈਗਾ? ਇਹ ਜ਼ਾਲਮ ਸਰਕਾਰ ਜਿਨ੍ਹਾਂ ਨੇ 7 ਸਾਲਾਂ ਦੇ ਵਿੱਚ ਸਾਡੇ ਦੇਸ਼ ਨੂੰ ਕੰਗਾਲ ਕਰਤਾ, ਉਹ ਕੋਬਰੇ ਦਾ ਰੂਪ ਜਿਹਦੇ ਨਾਲ ਅਵਾਨੀ ਅਡਾਨੀ ਵੀ ਸ਼ਾਮਲ ਨੇ ਤੇ ਉਹਦੇ ਨਾਲ ਇਹਨਾਂ ਦੀ ਪੂਰੀ ਕੈਬਨਿਟ, ਜਿੱਥੇ ਸਾਡੇ ਦੇਸ਼ ਨੂੰ ਹਰ ਕਦੇ ਨੋਟਬੰਦੀ ਦੀ ਧਾਰਾ ਨੋਟਬੰਦੀ ਕਰਦੇ ਨੇ, ਕਦੇ 370 ਹਟਾਉਂਦੇ ਨੇ, ਕਦੇ EVM ਮਸ਼ੀਨਾਂ ਦੀ ਵਰਤੋਂ ਕਰਦੇ ਨੇ। ਸੋ ਇਹ ਸਾਰੇ ਕੋਬਰੇ ਦਾ ਰੂਪ ਅਸੀਂ ਉਹਨਾਂ ਨੂੰ ਦਿੱਤਾ ਗਾ। ਜੱਟਾਂ ਦੇਵਤ ਦਿੱਲੀ ਆ ਗਏ ਲੈ ਕੇ ਦਾਣਾ ਪਾਣੀ, ਚੱਕ ਲੋ ਮੋਦੀ ਨੂੰ ਕਰ ਦੋ ਖਤਮ ਕਹਾਣੀ, 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 ਚੱਕ ਲੋ ਮੋਦੀ ਨੂੰ। ਭਾਵੇਂ ਕਿਸੇ ਕੋਲ ਜ਼ਮੀਨ ਹੈ ਭਾਵੇਂ ਨਹੀਂ ਹੈ, ਇੱਥੇ ਗੱਲ ਜ਼ਮੀਨ ਦੀ ਨਹੀਂ ਹੈਗੀ, ਇੱਥੇ ਗੱਲ ਜ਼ਮੀਰ ਤੇ ਗੈਰਤ ਦੀ ਹੈ। ਜਦੋਂ ਸਾਡੀ ਜ਼ਮੀਰ ਤੇ ਗੈਰਤ ਨੂੰ ਬੰਗਾਰਿਆ ਇਹਨਾਂ ਸਰਕਾਰਾਂ ਨੇ, ਤਾਂ ਸਾਤੋਂ ਕਿਸੇ ਤੋਂ ਵੀ ਚੁੱਪ ਨਹੀਂ ਰਹਿ ਗਿਆ, ਤਾਂ ਹਰ ਇੱਕ ਨੇ ਆਵਾਜ਼ ਉਠਾਈ, ਭਾਵੇਂ ਕਿਸੇ ਧਰਮ ਨਾਲ ਸੰਬੰਧਿਤ ਆ, ਭਾਵੇਂ ਕਿਸੇ ਵਰਗ ਨਾਲ ਸੰਬੰਧਿਤ ਆ, ਭਾਵੇਂ ਕਿਸੇ ਵੀ ਜਾਤੀ ਨਾਲ ਸੰਬੰਧਿਤ ਆ, ਪਰ ਇੱਥੇ ਇੱਕ ਇਨਸਾਨੀਅਤ ਨੂੰ ਸਮਝਦੇ ਹੋਏ, ਆਪਣੀ ਗੈਰਤ ਦੀ ਵੰਗਾਰ ਨੂੰ ਸਮਝਦੇ ਹੋਏ, ਆਪਣੀ ਜਿਹੜੀ ਜ਼ਮੀਰ ਨੂੰ ਸਮਝਦੇ ਹੋਏ, ਇੱਥੋਂ ਤੁਸੀਂ ਅੰਦੋਲਨ ਦੇ ਵਿੱਚ ਇਹ ਦੇਖਿਓ ਕਿ ਜ਼ਮੀਨਾਂ ਵਾਲਿਆਂ 'ਤੇ ਆਉਣੀ ਆਉਣਾ, ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਵੀ ਨੇ ਜਿਨ੍ਹਾਂ ਕੋਲ ਇੱਕ ਖੁੱਡ ਵੀ ਜ਼ਮੀਨ ਦਾ ਨਹੀਂ ਹੈ। ਇਹ ਜਿਹੜਾ ਸਮਾਂ ਹੈ ਜੀ 11 ਕੁੜਤੇ ਤਿਆਰ ਕਰਨ ਲਈ ਮੇਰੇ ਕੋਲੇ ਲਗਭਗ 1 ਹਫ਼ਤੇ ਦਾ ਸਮਾਂ ਸੀਗਾ। ਸਭ ਤੋਂ ਪਹਿਲਾਂ ਅਸੀਂ ਦੋਨਾਂ ਰਲ ਕੇ, ਕਿਉਂਕਿ ਇੱਕ ਬੰਦੇ ਦਾ ਕੰਮ ਨਹੀਂ ਹੈ, ਕਿਉਂਕਿ ਮੈਂ ਇਹ ਸੋਚਦਾ ਕਿ ਚਿੱਤਰਕਾਰ ਜੋ ਚੀਜ਼ ਆਪਾਂ ਲਿਖ ਕੇ ਨਹੀਂ ਦੱਸ ਸਕਦੇ, ਕਿਸੇ ਨੂੰ ਬੋਲ ਕੇ ਨਹੀਂ ਦੱਸ ਸਕਦੇ, ਜਦੋਂ ਕਲਾਕਾਰ ਆਪਦੇ ਰੰਗਾਂ ਨਾਲ ਉਹ ਚੀਜ਼ ਭਰਦਾ ਹੈ ਜੀ, ਤੇ ਆਟੋਮੈਟਿਕਲੀ ਹੈ ਕਿ ਲੋਕਾਂ ਨੂੰ ਉਹ ਚੀਜ਼ ਦੀ ਸਮਝ ਆ ਜਾਂਦੀ ਹੈ। ਇੱਕ ਬਹੁਤ ਵੱਡਾ ਦਰਦ ਹੈ, ਕਿਉਂਕਿ ਮੈਂ ਇੱਕ ਆਪ ਜ਼ਿਮੀਂਦਾਰ ਦਾ ਪੁੱਤ ਹਾਂ ਜੀ, ਮੈਨੂੰ ਪਤਾ ਹੈ ਕਿ ਕਿੱਦਾਂ ਅਨਾਜ ਪੈਦਾ ਹੁੰਦਾ ਹੈ, ਉਹਦੀ ਕੀਮਤ ਕੀ ਹੈ, ਸਰਕਾਰ ਕੀ ਕਰ ਰਹੀ ਹੈ। ਇੱਕ ਕੋਸ਼ਿਸ਼ ਸੀ ਜਿਹਨੂੰ ਅਸੀਂ ਕੰਪਲੀਟ ਕੀਤਾ 1 ਹਫ਼ਤੇ ਦੇ ਵਿੱਚ। ਚਲੋ ਮੇਰੇ ਮੰਨ ਲਓ 7 ਰਾਤਾਂ ਜਾਗਣ ਨਾਲ ਮੈਨੂੰ ਇਹ ਲੱਗਦਾ ਕਿ ਜੇ ਮੈਂ ਇੱਕ ਬੰਦੇ ਦੀ ਵੀ ਜ਼ਮੀਰ ਜਗਾਤੀ ਤੇ ਸਾਡਾ ਕੰਮ ਕੀਤਾ ਸਫਲ ਹੈ ਜੀ। ਇਹ ਗੋਦੀ ਮੀਡੀਆ ਇਸ ਕਹੀ ਜਾਂਦਾ ਕਿਉਂਕਿ ਵਿਕਿਆ ਹੋਇਆ ਮੀਡੀਆ, ਇਹ PM ਮੋਦੀ ਦੀ ਬੁੱਕਲ ਦੇ ਵਿੱਚ ਬੈਠਿਆ ਹੋਇਆਗਾ। ਤਾਂ ਇਹਨਾਂ ਨੇ ਹਮੇਸ਼ਾ ਹੀ ਸਾਡੇ ਅੰਦੋਲਨ ਨੂੰ ਖਤਮ ਕਰਨ ਦੀ ਤੇ ਉਹਨਾਂ ਦੀ ਜਿਹੜੀ ਆਵਾਜ਼ ਆ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਈਰਖੇ ਨੀ ਹੱਕ ਲੈਣੇ ਮੋਦੀ ਦੀ ਹਿੱਕ, ਚੀਰ ਕੇ ਨੀ ਹੱਕ ਲੈਣੇ ਮੋਦੀ ਦੀ ਹਿੱਕ, ਈਰਖੇ ਨੀ ਹੱਕ ਲੈਣੇ ਮੋਦੀ ਦੀ ਹਿੱਕ, ਚੀਰ ਕੇ। ਸਿੱਖ ਕੌਮ ਨੇ ਜਾਣੀ ਕਿ ਪੰਜਾਬੀਆਂ ਨੇ ਜਾਂ ਇਹ ਦਿੱਲੀ ਨੂੰ 19 ਵਾਰ ਫਤਿਹ ਕੀਤਾ। ਦੇਖੋ ਉੱਥੇ ਬਾਬਾ ਬਘੇਲ ਸਿੰਘ ਹੋਰਾਂ ਤੋਂ ਵਗੈਰਾ ਸਾਰੇ ਜਿੰਨਾ ਜਥੇਦਾਰਾਂ ਨੇ ਸਾਡੇ ਜਿਹੜੇ ਆਗੂ ਹੋਏ ਨੇ ਉਸ ਸਮੇਂ ਦੇ, ਹੈ ਨਾ, ਸਿੱਖ ਆਗੂ ਹੋਏ ਨੇ, ਮਿਸਲਾਂ ਦੇ ਜਿਹੜੇ ਆਗੂ ਹੋਏ ਨੇ, ਉਹਨਾਂ ਨੇ ਕਿੱਦਾਂ ਦਿੱਲੀ ਫਤਿਹ ਕੀਤੀ। ਤੇ 1783 ਦੇ ਵਿੱਚ ਲਾਸਟ ਵਾਰ 19 ਵਾਰ ਜਿਹੜੀ ਦਿੱਲੀ ਫਤਿਹ ਕੀਤੀ ਹੈ। ਲੋਕੀ ਤਾਂ ਭਗਵਾਨ ਵੇਚ ਗਏ, ਹੱਟੀ ਸਨੇ ਸਮਾਨ ਵੇਚ ਗਏ, ਜੱਟਾ ਤੇਰੀ ਫਸਲ ਵਿਕੇ ਨਾ ਵਿਕੇ, ਨੇਤਾ ਹਿੰਦੁਸਤਾਨ ਵੇਚ ਗਏ। ਪੰਜਾਬੀਆਂ ਨਾਲ ਅੰਦਰ ਵੱਡਾਗਾ ਸਭ ਤੋਂ ਵੱਡੇ ਜਦੋਂ ਇਹ ਕਨਸੈਪਟ ਸਟਾਰਟ ਕੀਤਾ, ਮੈਨੂੰ ਇਹ ਸੀ ਕਿ ਇਹ ਕਨਸੈਪਟ ਨੂੰ ਮੈਂ ਇੱਦਾਂ ਬਣਾਵਾਂ ਕਿ ਲੋਕਾਂ ਨੂੰ ਅੱਖਾਂ ਖੁੱਲ੍ਹਣ ਵੀ ਅਸੀਂ ਵਾਕਈ ਇਹ ਚੀਜ਼ਾਂ ਹੰਡਾਈਆਂ ਨੇ। ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਕਿ ਕਲਾਕਾਰ ਰੰਗਾਂ ਨਾਲ ਜੋ ਚੀਜ਼ ਭਰਦਾ ਹੈ ਲੋਕਾਂ ਨੂੰ ਬਹੁਤ ਜਲਦੀ ਸਮਝ ਆ ਜਾਂਦੀ ਹੈ। ਇਹ ਕੋਬਰਾ ਨਾਗ ਮੈਂ ਦਿਖਾਇਆ ਸੀਗਾ, ਇਹ ਕਿਸਾਨੀ ਝੰਡਾ ਲਾਇਆ ਕਿਉਂਕਿ ਉਹ ਸੱਪ ਨੂੰ ਅਸੀਂ ਤਾਜ ਪਾ ਕੇ ਬੈਠੇ, ਕੋਈ ਸਰਕਾਰ ਹੈ ਹੀ ਨਹੀਂ, ਕਿਉਂਕਿ ਜ਼ਿਮੀਂਦਾਰਾਂ ਨੇ ਜਦੋਂ ਜਾ ਕੇ ਝੰਡਾ ਮਾਰਿਆ ਜੀ ਇਹਦੇ ਵਿੱਚ, ਤੇ ਉਹ ਸੱਪ ਪਕਾਰੇ ਮਾਰਨ ਲੱਗ ਗਿਆ। ਚਾਰੇ ਬਾਰਡਰਾਂ ਤੇ ਦੇਖੋ ਜੀ, ਇੱਧਰ ਹਰਿਆਣੇ ਦਾ ਜ਼ਿਕਰ ਹੈ, ਹਰਿਆਣੇ ਦੇ ਨਾਲ ਪੰਜਾਬ ਦਾ। ਦੇਖੋ ਹਰਿਆਣਾ ਪੰਜਾਬ ਜਦੋਂ ਇਕੱਠੇ ਹੋਏ ਨੇ ਤੇ ਉਹਨਾਂ ਦਿਖਾਇਆ ਕਿ ਹੱਥ ਰੱਖ ਕੇ ਮੈਂ ਮੋਢੇ ਤੇ ਤੇਰੇ ਨਾਲ। ਅੱਗੇ ਯੂਪੀ ਦਾ ਜ਼ਿਕਰ ਹੈ, ਉਹਦੇ ਨਾਲ ਹੀ ਰਾਜਸਥਾਨ ਦਾ ਜ਼ਿਕਰ ਹੈ। ਇਹ ਚਾਰੋਂ ਮੈਂ ਜ਼ਿਕਰ ਦਿਖਾਇਆ। ਤੇ ਇਹ ਕੰਡੇ ਵਾਲੀ ਤਾਰ ਜਿਹੜੀ ਬਾਰਡਰ ਤੇ ਸੀ, ਇਹਨਾਂ ਸਾਡੇ ਦਿੱਲੀ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਲਈ ਲਾਤੀ। ਮੋਦੀਆ ਤੂੰ ਸਾਡੀ ਇੱਕ ਨਹੀਂ ਮੰਨਣੀ, ਅਸਾਂ ਵੀ ਨਹੀਂ ਮੰਨਣੀ ਵੇ ਹਾਰ ਮੋਦੀਆ, ਤੇਰੀ ਫੋਟੋ ਉੱਤੇ ਪਾਵਾਂਗੇ ਵੇ ਹਾਰ ਮੋਦੀਆ, ਤੇਰੀ ਫੋਟੋ ਉੱਤੇ ਪਾਵਾਂਗੇ ਵੇ ਹਾਰ ਮੋਦੀਆ। ਇਹ ਦੋ ਜੋਕਾਂ ਕਿਉਂ ਨੇ? ਇਹ ਉਹ ਕਾਰਪੋਰੇਟ ਘਰਾਣੇ ਆ ਜੀ ਸਾਡੇ, ਅੰਬਾਨੀ ਤੇ ਅਡਾਨੀ। ਹੁਣ ਇਹ ਜੋਕਾਂ ਲੱਗੀਆਂ ਕਿੱਥੇ ਆ ਜੀ? ਦੇਖੋ ਇਹ ਉਹ ਮਿੱਠਾ ਜ਼ਹਿਰ ਜੀਓ ਜਿਹੜਾ ਸਾਨੂੰ ਦਿੱਤਾ ਗਿਆ ਜੀ, ਇਹਦੇ ਆਦੀ ਬਣਾਇਆ ਗਿਆ, ਉਹ ਖੂਨ ਚੂਸ ਰਹੀ ਹੈ ਜੀ। ਸਭ ਤੋਂ ਵੱਡਾ ਜ਼ਹਿਰ EVM ਮਸ਼ੀਨਾਂ, ਆਪਾਂ ਰੋਜ਼ ਸੁਣਦੇ ਹਾਂ ਇੰਨੀ ਘਪਲੇਬਾਜ਼ੀ ਹੁੰਦੀ ਹੈ ਇਹਨਾਂ ਦੇ ਵਿੱਚ। ਇਹਨਾਂ ਨੇ ਅਡਾਨੀ ਪਾਵਰ ਹੈ 14.425 ਕਰੋੜ ਦਾ ਇਹਦਾ ਇਕੱਲੇ ਦਾ ਬਿਜ਼ਨਸ ਹੈ ਜੀ। ਇਹ ਸਾਰੇ ਕਾਰਪੋਰੇਟ ਘਰਾਣੇ ਦਾ ਅੱਡ ਅੜਦਾ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਜੀ ਪੈਦਾ ਅਸੀਂ ਕਰਦੇ ਹਾਂ, ਸਾਨੂੰ ਮੁੱਲ ਨਹੀਂ ਮਿਲਦਾ, ਲੇਕਿਨ ਮੁਨਾਫਾ ਇਹਨਾਂ ਨੂੰ ਹੈ। ਇਹ ਉਹ ਕੋਬਰਾ ਹੈ ਜੀ ਜਿਹਨੂੰ ਅਸੀਂ ਤਾਜ ਪਾਤਾ। ਜੋ ਮਾਵਾਂ ਸਾਡੀਆਂ ਬਾਰਡਰ ਦੇ ਉੱਤੇ ਬੈਠੀਆਂ, ਜਿਨ੍ਹਾਂ ਦੇ ਹੱਥ 'ਚ ਕਿਸਾਨੀ ਮੋਰਚੇ ਝੰਡੇ ਆ, ਹੈ ਨਾ, ਇਹ ਮਾਵਾਂ ਦੇ ਹੱਕ ਵਿੱਚ ਇਹ ਕੁੜਤਾ ਬਣਾਇਆ ਗਿਆ ਕਿ ਮਾਂ ਆਪਦਾ ਘਰ-ਬਾਰ ਦਾ ਕੰਮ ਵੀ ਦੇਖਦੀ ਆ। ਉਹ ਬਾਰਡਰ 'ਤੇ ਵੀ ਬੈਠੀ ਹੈ,
ਉਹ ਹਰ ਇੱਕ ਦੁੱਖ ਸੁੱਖ ਦੇ ਵਿੱਚ ਮਾਂ ਇੱਕ ਐਸੀ ਚੀਜ਼ ਹੈ ਜੋ ਹਰ ਇੱਕ ਨਾਲ ਖੜਦੀ ਹੈ। ਸੋ ਇਹਦੇ ਬੈਕ ਕੁੜਤੇ ਤੇ ਦੇਖੋਗੇ ਤੁਸੀਂ, ਜਿਨ੍ਹਾਂ ਦੀ ਚੋਗ ਬਾਕੀ ਆ ਉਹ ਪਰਲੋ ਵੀ ਹੰਢਾ ਲੈਂਦੇ ਨੇ, ਜਿਨ੍ਹਾਂ ਦੀ ਚੋਗ ਬਾਕੀ ਆ ਉਹ ਪਰਲੋ ਵੀ ਹੰਢਾ ਲੈਂਦੇ ਨੇ। ਮੇਰੇ ਸਾਜਨ ਜੀ ਰਾਖੇ ਨੇ ਮੈਨੂੰ ਹਰ ਥਾਂ ਬਚਾ ਲੈਂਦੇ ਨੇ। ਕਹਿੰਦੇ ਨੇ ਸਵੇਰ ਦਾ ਗਿਆ ਸ਼ਾਮ ਨੂੰ ਘਰ ਆ ਜੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਹੁੰਦੇ। ਮੈਂ ਅੱਜ ਵੀ ਕਹਿੰਦੇ ਹਜੇ ਵੀ ਕੁਝ ਨਹੀਂ ਹੋਇਆ। ਮੋਦੀ ਸਾਹਿਬ ਨੂੰ ਇਸ ਪੰਜਾਬੀਆਂ ਦੀ, ਇਹਨਾਂ ਕਿਸਾਨਾਂ ਦੀ ਨਗਾਉਣ ਵਾਲੇ ਉਹਨਾਂ ਲੋਕਾਂ ਦੀ ਆਵਾਜ਼ ਨੂੰ ਧਿਆਨ ਨਾਲ ਸੁਣਨਾ ਚਾਹੀਦਾ। ਸੁਣ ਕੇ ਕਾਲੇ ਕਾਨੂੰਨ ਨੇ ਜਿਹੜੇ ਇਹ ਵਾਪਸ ਕਰਨੇ ਚਾਹੀਦੇ ਨੇ। ਕਰੋਨਾ ਦਾ ਲਾਕਡਾਊਨ ਦਾ ਜਿਹੜਾ ਡਰਾਮਾ ਹੈ ਬੰਦ ਕਰਨਾ ਚਾਹੀਦਾ ਕਿ ਸਭ ਤੋਂ ਵੱਡਾ ਜਿਹੜਾ ਕਰੋਨਾ ਗਾ ਉਹ ਕਾਲੇ ਕਾਨੂੰਨਾਂ ਦੇ ਵਿੱਚ ਹੀ ਪਿਆ। ਜਿੰਨਾ ਵੀ ਇਹ ਸਿਸਟਮ ਖਰਾਬ ਹੋ ਰਿਹਾ ਸਾਰੇ ਕਾਲੇ ਕਾਨੂੰਨਾਂ ਕਰਕੇ ਹੋ ਰਿਹਾ ਗਾ। ਦੁਨੀਆ ਭਟਕ ਰਹੀ ਹੈ, ਦੁਨੀਆ ਦੇ ਵਿੱਚ ਪਤਾ ਨਹੀਂ ਕੀ ਹੋ ਰਿਹਾ, ਸਮਝ ਨਹੀਂ ਆ ਰਹੀ ਹੈਗੀ ਵੀ ਇਹ ਦੇਸ਼ ਦਾ ਕਲਿਆਣ ਕਰਨ ਦੀ ਬਜਾਏ ਦੇਸ਼ ਨੂੰ ਬਰਬਾਦੀ ਵੱਲ ਲਿਜਾ ਰਹੇ ਨੇ। ਕਿੰਨੀਆਂ ਸ਼ਹਾਦਤਾਂ ਉੱਥੇ ਹੋ ਰਹੀਆਂ ਨੇ, ਕਿੰਨਾ ਜ਼ੁਲਮ ਉਹਨਾਂ ਦੇ ਉੱਤੇ ਹੋ ਰਿਹਾ। ਜੋ 80 ਸਾਲ ਦੀਆਂ ਮਾਤਾਵਾਂ ਨੇ ਜਿਹੜੀਆਂ ਉਹ ਪੋਹ ਮਾਘ ਦੀਆਂ ਰਾਤਾਂ ਦੇ ਵਿੱਚ, ਠੰਡੀਆਂ ਰਾਤਾਂ ਦੇ ਵਿੱਚ ਦਿੱਲੀ ਦੇ ਬਾਰਡਰਾਂ ਤੇ ਠਹਿਰ ਰਹੀਆਂ ਨੇ, ਉਹਦਾ ਦਰਦ ਨਹੀਂ ਉਹਨੂੰ ਹੋਇਆ। ਲਾਲ ਕਿਲੇ ਦੇ ਉੱਤੇ ਜਦੋਂ ਝੰਡਾ ਲਹਿਰਾਇਆ ਗਿਆ, ਤਿਰੰਗੇ ਦਾ ਕੁਝ ਵੀ ਨਹੀਂ ਹੋਇਆ, ਉੱਥੇ ਮੂੰਹ ਬਣਾ ਕੇ ਬਹਿ ਗਿਆ, ਕਹਿੰਦਾ ਮੈਨੂੰ ਬਹੁਤ ਵੱਡਾ ਦੁੱਖ ਹੈ। ਠੰਡ ਅਤੇ ਅਸੀਂ ਧੁੱਪਾਂ ਵੀ ਹੰਡਾਈਆਂ, ਰਾਤਾਂ ਵਿੱਚ ਅਸੀਂ ਆਪਣੀਆਂ ਅੱਖਾਂ ਵੀ ਜਗਾਈਆਂ, ਦਿਲੋਂ ਕੀਤੀ ਹੈ ਕਿਰਤ ਸਦਾ, ਭਾਵੇਂ ਮਿਹਨਤ ਦਾ ਮੁੱਲ ਨਹੀਂ ਉਹ ਮਿਲਦਾ, ਖੁੱਲੇ ਅਸਮਾਨ ਹੇਠਾਂ ਰੱਖ ਕੇ ਕਮਾਈਆਂ, ਕਦੇ ਡੋਲਦਾ ਨਹੀਂ ਹੈ ਕਿਸਾਨ ਹੁੰਦਾ ਯਾਰੋ ਐਡੇ ਵੱਡੇ ਦਿਲ ਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਜ਼ਬਰ ਔਰ ਸਬਰ ਦਾ ਜਦੋਂ ਮਹੀਨਾ ਸ਼ੁਰੂ ਹੋ ਜਾਂਦਾ ਹੈ, ਐਸਾ ਸਬਰ ਜੋ ਕਿ ਕੇਂਦਰ ਸਰਕਾਰ ਇੱਕ ਐਸਾ ਜ਼ੁਲਮ ਕਰਦੀ ਹੈ, ਬਸ ਅਸੀਂ ਸਬਰ ਦੇ ਨਾਲ ਉਸ ਨੂੰ ਮੂੰਹ ਤੋੜ ਜਵਾਬ ਦਿੰਦੇ ਹਾਂ। ਅੱਜ ਦਿੱਲੀ ਦੀਆਂ ਸਰਹੱਦਾਂ ਤੇ ਬੈਠਿਆਂ ਹੋਇਆਂ ਤਕਰੀਬਨ 5 ਮਹੀਨਿਆਂ ਤੋਂ ਵਧੇਰੇ ਦਾ ਸਮਾਂ ਹੋ ਗਿਆ ਹੈ, ਪਰ ਹਾਲੇ ਵੀ ਜ਼ਾਲਮ ਸਰਕਾਰ ਜਿਹੜੀ ਹੈ ਗੱਲ ਮੰਨਣ ਦਾ ਨਾਮ ਨਹੀਂ ਲੈਂਦੀ ਹੈ। ਪਰ ਜੇਕਰ ਕਿਸੇ ਚਿੱਤਰਕਾਰ ਦੇ ਵੱਲੋਂ ਉਸੇ ਹੀ ਜ਼ੁਲਮ ਨੂੰ ਇੱਕ ਐਸੇ ਤਰੀਕੇ ਦੇ ਨਾਲ ਉਭਾਰਿਆ ਗਿਆ ਹੋਵੇ ਤੇ ਜਦੋਂ ਅਸੀਂ ਉਸ ਟੈਲੀਫਿਲਮ ਦੇ ਜ਼ਰੀਏ ਤੁਹਾਨੂੰ ਉਹ ਚੀਜ਼ ਦਿਖਾਈਏ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਕੋਈ ਅੱਖ ਹੋਵੇਗੀ ਜਿਸ ਦੇ ਅੱਖ ਵਿੱਚੋਂ ਅਥਰੂ ਨਹੀਂ ਆਵੇਗਾ। 1947 ਸਾਨੂੰ ਯਾਦ ਆਉਂਦੀ ਹੈ, 1984 ਸਾਨੂੰ ਯਾਦ ਆਉਂਦਾ ਹੈ, 37 ਸਾਲ ਦਾ ਇਹਦੇ ਵਿੱਚ ਵਕਫਾ ਹੁੰਦਾ ਹੈ ਤੇ ਹੁਣ ਸ਼ੁਰੂ ਹੋਇਆ 2021 ਦਾ ਉਹ ਦੌਰ ਜਿਹਦੇ ਵਿੱਚ ਫਿਰ ਤੋਂ ਜਿਹੜੀ ਸਰਕਾਰ ਹੈ ਇੱਕ ਵੱਡਾ ਸਬਰ ਲੈਂਦੀ ਹੋਈ, ਇਮਤਿਹਾਨ ਲੈਂਦੀ ਹੋਈ ਜਿਹੜਾ ਨਜ਼ਰ ਆ ਰਹੀ ਹੈ। ਸੋ ਜੋ ਮੇਰੇ ਪਿੱਛੇ ਇਹ ਨੌਜਵਾਨ ਗੱਭਰੂ ਖੜੇ ਹੋਏ ਤੁਸੀਂ ਦੇਖ ਰਹੇ ਹੋ, ਇਹਨਾਂ ਨੇ ਜੋ ਕੁੜਤੇ ਪਾਏ ਹੋਏ ਨੇ 11 ਯਾਨੀ ਕਿ 11-11-22 ਕੁੜਤਿਆਂ ਦੇ ਉੱਪਰ ਮਨਪ੍ਰੀਤ ਸਿੰਘ ਹੁਣਾਂ ਨੇ ਐਸੀ ਚਿੱਤਰਕਾਰੀ ਕੀਤੀ ਹੈ। ਐਸਾ ਦਰਦ ਹੈ ਜੋ ਅਸੀਂ ਪਿਛਲੇ ਸਮੇਂ ਤੋਂ ਹੰਢਾ ਰਹੇ ਹਾਂ, ਕੇਂਦਰ ਸਰਕਾਰ ਨਾਲ ਮੱਥਾ ਲੱਗਾ ਹੋਇਆ ਹੈ। ਉਸੇ ਦਰਦ ਨੂੰ ਮਨਪ੍ਰੀਤ ਹੁਣਾਂ ਨੇ, ਅਰਪਾਲ ਸਿੰਘ ਹੁਣਾਂ ਨੇ ਕੁੜਤਿਆਂ ਪਜਾਮਿਆਂ ਤੇ ਜਿਹੜਾ ਸ਼ਿੰਗਾਰਿਆ ਹੈ ਉਸ ਨੂੰ ਦਿਖਾਇਆ ਹੈ। ਤਾਂ ਜਦੋਂ ਅਸੀਂ ਉਹ ਤੁਹਾਨੂੰ ਦਿਖਾਵਾਂਗੇ ਇੱਕ ਵਾਰ ਫਿਰ ਤੋਂ ਜਿਹੜੀ ਕਿਸਾਨੀ ਸੰਘਰਸ਼ ਸ਼ੁਰੂ ਹੋ ਜਾਂਦਾ ਹੈ। ਅਸੀਂ ਆਪਣੇ ਨਸਲਾਂ ਤੇ ਫਸਲਾਂ ਨੂੰ ਬਚਾਉਣ ਦੀ ਜਿਹੜੀ ਲੜਾਈ ਲੜਦੇ ਹਾਂ ਤਾਂ ਇਸ ਦੌਰਾਨ ਦੇਖ ਕੇ ਤੁਹਾਡੇ ਵੀ ਰੌਂਗਟੇ ਖੜੇ ਹੋ ਜਾਣਗੇ, ਕਿਉਂਕਿ ਅਸੀਂ ਇਹ ਚੀਜ਼ਾਂ ਹੰਢਾ ਕੇ ਆਏ ਹਾਂ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਾਡੇ ਨਾਲ ਪਾਲ ਸਿੰਘ ਹੋਣੀ ਔਰ ਉਹਨਾਂ ਦੀ ਪੂਰੀ ਜਿਹੜੀ ਸਵੇਰੇ ਟੀਮ ਹੈ। ਕੁੜਤੇ ਉਹ ਜਿਹੜੇ ਇਹਨਾਂ ਨੇ ਪੇਂਟ ਕੀਤੇ ਹੋਏ ਨੇ, ਉਹਨਾਂ ਦੇ ਉੱਪਰ ਜਿਹੜਾ ਰੰਗ ਹੈ ਉਹ ਸਾਨੂੰ ਦਿਖਾਈ ਦੇ ਰਿਹਾ। ਸਭ ਤੋਂ ਪਹਿਲਾਂ ਅਸੀਂ ਪਾਲ ਸਿੰਘ ਹੋਣਾ ਦਾ ਸਵਾਗਤ ਕਰਾਂਗੇ ਡੇਲੀ ਪੋਸਟ ਪੰਜਾਬੀ ਤੇ। ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਸੀਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਪਹਿਲਾਂ ਧੰਨਵਾਦ ਕਰਦੇ ਹਾਂ ਡੇਲੀ ਪੋਸਟ ਪੰਜਾਬੀ ਦਾ, ਜਿਨ੍ਹਾਂ ਨੇ ਇਸ ਕਿਸਾਨੀ ਆਵਾਜ਼ ਨੂੰ ਹਰ ਸਮੇਂ ਹਰ ਪਲ ਪੂਰੀ ਦੁਨੀਆ ਦੇ ਵਿੱਚ ਦਿਖਾਇਆ। ਸੋ ਅੱਜ ਵੀ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸ਼ੁਕਰੀਆ ਜੀ। ਔਰ ਅਸੀਂ ਦੇਖ ਰਹੇ ਹਾਂ ਕਿ ਇਹ ਸਾਰੇ ਨੌਜਵਾਨ ਵੱਖੋ ਵੱਖਰੇ ਕੁੜਤਿਆਂ ਦੇ ਵਿੱਚੋਂ ਵੱਖੋ ਵੱਖਰਾ ਰੰਗ ਜਿਹੜਾ ਦਿੱਲੀ ਦੇ ਬਾਰਡਰਾਂ ਤੇ ਜੋ ਸਾਡੇ ਉੱਪਰ ਬੀਤਿਆ ਸੀ ਉਹ ਤੁਸੀਂ ਦਿਖਾ ਰਹੇ ਹੋ। ਤੁਹਾਡੇ ਤੋਂ ਸ਼ੁਰੂਆਤ ਕਰ ਲੈਣੀ, ਇੱਕ ਕੋਬਰਾ ਸੱਪ ਬਣਿਆ ਹੋਇਆ 1984 ਦਾ ਜ਼ਿਕਰ ਕਰ ਰਹੇ ਹੋ, 1947 ਦਾ ਜ਼ਿਕਰ ਹੋ ਰਿਹਾ, 2021 ਹੁਣ ਜਿਹੜਾ ਚੱਲ ਰਿਹਾ ਸਾਡੇ ਤੇ ਦੌਰੇ ਵਾਲਾ ਉਹਦਾ ਜ਼ਿਕਰ ਹੋ ਰਿਹਾ ਹੈ। ਕੋਬਰਾ ਸੱਪ ਕਿਹਨੂੰ ਇੱਕ ਪ੍ਰੈਜ਼ੈਂਟ ਕੀਤਾ ਗਿਆ, ਕਿਹਨੂੰ ਦੱਸ ਰਿਹਾ ਹੈਗਾ? ਇਹ ਜੋ ਮੇਰੇ ਕੁੜਤੇ ਉੱਤੇ ਕੋਬਰਾ ਸੱਪ ਬਣਾਇਆ ਗਿਆ ਹੈਗਾ, ਇਹ ਜ਼ਾਲਮ ਸਰਕਾਰ ਜਿਨ੍ਹਾਂ ਨੇ 7 ਸਾਲਾਂ ਦੇ ਵਿੱਚ ਸਾਡੇ ਦੇਸ਼ ਨੂੰ ਕੰਗਾਲ ਕਰਤਾ, ਉਹ ਕੋਬਰੇ ਦਾ ਰੂਪ ਜਿਹਦੇ ਨਾਲ ਅਵਾਨੀ ਅਡਾਨੀ ਵੀ ਸ਼ਾਮਲ ਨੇ ਤੇ ਉਹਦੇ ਨਾਲ ਇਹਨਾਂ ਦੀ ਪੂਰੀ ਕੈਬਨਿਟ, ਜਿੱਥੇ ਸਾਡੇ ਦੇਸ਼ ਨੂੰ ਹਰ ਕਦੇ ਨੋਟਬੰਦੀ ਦੀ ਧਾਰਾ ਨੋਟਬੰਦੀ ਕਰਦੇ ਨੇ, ਕਦੇ 370 ਹਟਾਉਂਦੇ ਨੇ, ਕਦੇ EVM ਮਸ਼ੀਨਾਂ ਦੀ ਵਰਤੋਂ ਕਰਦੇ ਨੇ। ਸੋ ਇਹ ਸਾਰੇ ਕੋਬਰੇ ਦਾ ਰੂਪ ਅਸੀਂ ਉਹਨਾਂ ਨੂੰ ਦਿੱਤਾ ਗਾ। ਉਹਦੇ ਨਾਲ ਅਸੀਂ ਦਿਖਾਇਆ ਗਿਆ ਗਾ 1947 ਸਾਡਾ ਉਹ ਸੰਤਾਪ ਜਿਹੜੇ ਸਾਡੇ ਪੜਦਾਦਿਆਂ ਨੇ ਆਪਣੇ ਉੱਤੇ ਹੰਢਾਇਆ। ਪੂਰੇ 37 ਸਾਲਾਂ ਬਾਅਦ ਫਿਰ 1984 ਜਿਹਨੂੰ ਕੋਈ, ਮੈਨੂੰ ਨਹੀਂ ਲੱਗਦਾ ਵੀ ਕੋਈ ਇਹੋ ਜਿਹਾ ਹੋਊਗਾ ਜਿਹੜਾ ਉਹ ਦਰਦ ਨੂੰ ਮਹਿਸੂਸ ਨਾ ਕਰਦਾ ਹੋਵੇ, ਫਿਰ ਉਹ ਸਾਡੇ ਦਾਦਿਆਂ ਨੇ ਹੰਢਾਇਆ। ਉਸ ਤੋਂ ਬਾਅਦ ਪੂਰੇ 37 ਸਾਲਾਂ ਬਾਅਦ ਅਸੀਂ 2020 ਤੇ 2021 ਅਸੀਂ ਖੁਦ ਹੰਢਾ ਰਹੇ ਹਾਂ। ਇਹ ਕੋਬਰਾ ਜੋ ਦਿਖਾਇਆ ਅਸੀਂ ਨੇ, ਜਦੋਂ ਸਾਡੇ ਕਿਸਾਨ ਇਕੱਠੇ ਹੋਏ
ਕਾਲੇ ਕਾਨੂੰਨ ਪਾਸ ਕੀਤੇ ਗਏ, ਜਦੋਂ ਇਹਦੀ ਆਵਾਜ਼ ਉੱਠੀ, ਇਕੱਲੇ ਪੰਜਾਬ ਦੇ ਵਿੱਚੋਂ ਜਿਹੜੀ ਸੀ ਇਹ ਆਵਾਜ਼ ਉੱਠੀ, ਉਹਦੇ ਨਾਲ ਹਰਿਆਣਾ, ਰਾਜਸਥਾਨ, ਬਾਕੀ ਸਟੇਟਾਂ ਇਕੱਠੀਆਂ ਹੋਈਆਂ। ਉਹਦੇ ਵਿੱਚ ਸਾਰੇ ਧਰਮ ਨੇ, ਸਾਰੇ ਵਰਗ ਨੇ ਜਦੋਂ ਇਕੱਠੇ ਹੋ ਕੇ ਉਹਨਾਂ ਨੇ ਕਿਸਾਨੀ ਝੰਡਾ ਚੱਕਿਆ, ਆਪਣੀ ਆਵਾਜ਼ ਬੁਲੰਦ ਕਰਕੇ ਜਦੋਂ ਇਸ ਕੋਬਰੇ ਦੀ ਹਲਕ ਦੇ ਵਿੱਚ ਡੰਡਾ ਦਿੱਤਾ ਤਾਂ ਉਸ ਨੂੰ ਫਕਾਰੇ ਮਾਰਨ ਦੇ ਲਈ ਆ ਜਿਹੜਾ ਮਜਬੂਰ ਕਰ ਦਿੱਤਾ। ਹਾਂ, ਕੁੜਤੇ ਦੀ ਬੈਕ ਸਾਈਡ ਤੇ ਜ਼ਰੂਰ ਦੇਖਾਂਗੇ, ਇੱਥੇ ਕੀ ਚਿੱਤਰ ਹੈ। ਸੋ ਇੱਥੇ ਵੀ ਝੰਡਾ ਨਜ਼ਰ ਆ ਰਿਹਾ। ਸੋ ਇਹ ਵੱਖ-ਵੱਖ ਧਰਮਾਂ ਦੇ ਜਿਹੜੇ ਨਿਸ਼ਾਨੇ ਬਣਾਏ ਹੋਏ ਨੇ। ਪਾਲ ਸਿੰਘ ਜੀ, ਇਹਨਾਂ ਨੂੰ ਥੋੜਾ ਤੁਸੀਂ ਜਿਹੜਾ ਇੱਕ ਵਾਰੀ ਬਰੀਫੀ ਨਾਲ ਸਾਨੂੰ ਦੱਸ ਦਿਓ ਜੀ। ਕਮਜੋਤ ਕੁੜਤੇ ਦੇ ਮੈਂ ਪਿੱਛੇ ਦਿਖਾਇਆ ਗਿਆ, ਉਹਦੇ ਵਿੱਚ ਅਸੀਂ ਸਾਰੇ ਧਰਮ ਦਿਖਾਏ ਗਏ ਨੇ, ਹਿੰਦੂ, ਮੁਸਲਿਮ, ਈਸਾਈ, ਹੈ ਨਾ, ਸਾਰੇ ਦਿਖਾਏ ਗਏ ਨੇ ਵੀ ਅਸੀਂ ਸਾਰੇ ਭਾਈ ਹਾਂ। ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਜ਼ਾਲਮ ਸਰਕਾਰਾਂ ਸਾਨੂੰ ਬਿਨਾਂ ਵਜ੍ਹਾ ਪਰੇਸ਼ਾਨ ਕਰਦੀਆਂ ਨੇ, ਸਾਡੇ ਹੱਕਾਂ ਦੇ ਉੱਤੇ ਡਾਕਾ ਮਾਰਦੀਆਂ ਨੇ, ਤਾਂ ਅਸੀਂ ਉਸ ਸਮੇਂ ਕੋਈ ਧਰਮ, ਕੋਈ ਜਾਤ, ਕੋਈ ਪਾਤ ਨਹੀਂ ਦੇਖਦੇ। ਅਸੀਂ ਇੱਕ ਇਨਸਾਨੀਅਤ ਦੀ ਆਵਾਜ਼ ਮਾਰਦੇ ਹਾਂ, ਕਿ ਇਨਸਾਨੀਅਤ ਦਾ ਨਾਅਰਾ ਬੁਲੰਦ ਕਰਦੇ ਹਾਂ। ਇਹੀ ਨਾਅਰਾ ਸਾਡੇ ਕਿਸਾਨੀ ਅੰਦੋਲਨ ਦੇ ਵਿੱਚ ਵੱਜਿਆ ਸਾਰੇ ਧਰਮਾਂ ਨੇ, ਕਿਉਂਕਿ ਭਾਵੇਂ ਕਿਸੇ ਕੋਲ ਜ਼ਮੀਨ ਹੈ, ਭਾਵੇਂ ਨਹੀਂ ਹੈ, ਇੱਥੇ ਗੱਲ ਜ਼ਮੀਨ ਦੀ ਨਹੀਂ ਹੈਗੀ, ਇੱਥੇ ਗੱਲ ਜ਼ਮੀਰ ਤੇ ਗੈਰਤ ਦੀ ਹੈ। ਜਦੋਂ ਸਾਡੀ ਜ਼ਮੀਰ ਤੇ ਗੈਰਤ ਨੂੰ ਬੰਗਾਰਿਆ ਇਹਨਾਂ ਸਰਕਾਰਾਂ ਨੇ, ਤਾਂ ਸਾਤੋਂ ਕਿਸੇ ਤੋਂ ਵੀ ਚੁੱਪ ਨਹੀਂ ਰਹਿ ਗਿਆ। ਤਾਂ ਹਰ ਇੱਕ ਨੇ ਆਵਾਜ਼ ਉਠਾਈ, ਭਾਵੇਂ ਕਿਸੇ ਧਰਮ ਨਾਲ ਸੰਬੰਧਿਤ ਆ, ਭਾਵੇਂ ਕਿਸੇ ਵਰਗ ਨਾਲ ਸੰਬੰਧਿਤ ਆ, ਭਾਵੇਂ ਕਿਸੇ ਵੀ ਜਾਤੀ ਨਾਲ ਸੰਬੰਧਿਤ ਆ, ਪਰ ਇੱਥੇ ਇੱਕ ਇਨਸਾਨੀਅਤ ਨੂੰ ਸਮਝਦੇ ਹੋਏ, ਆਪਣੀ ਗੈਰਤ ਦੀ ਵੰਗਾਰ ਨੂੰ ਸਮਝਦੇ ਹੋਏ, ਆਪਣੀ ਜਿਹੜੀ ਜ਼ਮੀਰ ਨੂੰ ਸਮਝਦੇ ਹੋਏ, ਇੱਥੋਂ ਤੁਸੀਂ ਅੰਦੋਲਨ ਦੇ ਵਿੱਚ ਇਹ ਦੇਖਿਓ ਕਿ ਜ਼ਮੀਨਾਂ ਵਾਲਿਆਂ ਨੇ ਤੇ ਆਉਣਾ ਹੀ ਆਉਣਾ। ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਵੀ ਨੇ ਜਿਨ੍ਹਾਂ ਕੋਲ ਇੱਕ ਖੁੱਡ ਵੀ ਜ਼ਮੀਨ ਦਾ ਨਹੀਂ ਹੈ, ਪਰ ਉਹਨਾਂ ਨੇ ਆਪਣੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਦਾ ਨਾਅਰਾ ਮਾਰਿਆ। ਕਿਉਂਕਿ ਜਿਨ੍ਹਾਂ ਕੋਲ ਜ਼ਮੀਨ ਨਹੀਂ, ਉਹ ਤਾਂ ਅੱਗੇ ਆਏ ਨੇ ਕਿਉਂਕਿ ਜੇ ਅੰਨਦਾਤਾ ਹੋਊਗਾ, ਜੇ ਕਿਸਾਨ ਹੋਣਗੇ, ਜੇ ਉਹ ਕੁਝ ਕਰਨਗੇ, ਤਾਂ ਹੀ ਉਹਨਾਂ ਲੋਕਾਂ ਦੀ ਕਦਰ ਹੈ। ਮਜ਼ਦੂਰ ਅਸੀਂ ਨਾਅਰਾ ਮਾਰਦੇ ਆ ਨਾ, ਕਿਸਾਨ ਮਜ਼ਦੂਰ ਏਕਤਾ, ਹੈ ਨਾ, ਤਾਂ ਇੱਕ ਕਿਸਾਨ ਦੇ ਨਾਲ ਹੀ ਮਜ਼ਦੂਰ ਆ। ਤਾਂ ਇਹ ਸਾਰੀਆਂ ਧਿਰਾਂ ਇਕੱਠੀਆਂ ਨੇ। ਤਾਂ ਆਪਣੇ ਕੁੜਤੇ ਦੇ ਉੱਤੇ ਜੋ ਅਸੀਂ ਦਿਖਾਇਆ ਗਿਆ, ਸਾਰੇ ਵਰਗਾਂ ਨੂੰ ਇਕੱਠਾ ਕਰਿਆ। ਕਿਸਾਨੀ ਝੰਡਾ ਜਿਹੜਾ ਸਾਡਾ ਇੱਕ ਸੰਯੁਕਤ ਝੰਡਾ ਗਾ, ਉਸੇ ਝੰਡੇ ਦੀ ਆਵਾਜ਼ ਬੁਲੰਦ ਕਰਕੇ ਅਸੀਂ ਪੂਰਾ ਦਾ ਪੂਰਾ ਸੀਨਾ ਜਿਹੜਾ ਇਸ ਕੁੜਤੇ ਦੇ ਉੱਤੇ ਚਿੱਤਰਿਆ ਜੀ। ਬਿਲਕੁਲ। ਅਸੀਂ ਮਨਪ੍ਰੀਤ ਉਹਨਾਂ ਦੀ ਸੋਚ ਨੂੰ ਤੇ ਉਹਨਾਂ ਦੇ ਕੰਮ ਨੂੰ ਸਲਾਮ ਕਰਦੇ ਹਾਂ। ਮਨਪ੍ਰੀਤ, ਬਹੁਤ ਖੂਬਸੂਰਤ ਤਰੀਕੇ ਦੇ ਨਾਲ ਤੁਸੀਂ ਉਸ ਸਾਰੇ ਦਰਦ ਨੂੰ ਜਿਹੜਾ ਆ ਉਕੇਰਿਆ ਹੈ ਕੁੜਤਿਆਂ ਦੇ ਉੱਪਰ। ਕਿੰਨਾ ਸਮਾਂ ਲੱਗਾ ਸੀ? ਐਂਡ ਕਨਸੈਪਟ, ਪਹਿਲੀ ਗੱਲ ਤਾਂ ਵੱਡੀ ਗੱਲ ਹੈ ਕਿ ਕਨਸੈਪਟ ਕਿੱਦਾਂ ਦਿਮਾਗ ਵਿੱਚ ਆਉਂਦਾ ਕਿ ਅਸੀਂ ਕੁੜਤਿਆਂ ਦੇ ਉੱਪਰ ਇਹ ਜਿਹੜੀ ਚੀਜ਼ ਹੈ ਉਭਾਰ ਕੇ ਲੋਕਾਂ ਨੂੰ ਦਿਖਾਣੀ ਹੈਗੀ ਹੈ? ਸਭ ਤੋਂ ਪਹਿਲਾਂ ਤਾਂ ਇੱਦਾਂ ਹੈ ਜੀ, ਕਿਉਂਕਿ ਮੈਂ ਖੁਦ ਜਾ ਕੇ ਦਿੱਲੀ ਬਾਰਡਰ ਤੇ ਦੇਖਿਆ ਇਹ ਸੰਤਾਪ। ਮੈਂ ਜਨਵਰੀ ਦੇ ਵਿੱਚ ਗਿਆ ਸੀ, ਉਦੋਂ ਮੈਂ ਇੱਕ ਕਨਸੈਪਟ ਲਿਆ ਸੀ ਕਿਸੇ ਦੀ ਬਾਡੀ ਨੂੰ ਪੇਂਟ ਕਰਕੇ। ਜਦੋਂ ਮੈਂ ਦਿਖਾਇਆ, ਮੈਨੂੰ ਲੱਗਦਾ ਸੀ ਕਿ ਲੋਕ ਇੱਦਾਂ ਵੀ ਜਾਗ ਸਕਦੇ ਆ। ਉਹਦਾ ਬਹੁਤ ਵੱਡਾ ਹੰਗਾਰਾ ਮਿਲਿਆ। ਮੇਰੇ ਵੱਡੇ ਵੀਰ ਜੀ ਸਰਦਾਰ ਪਾਲ ਸਿੰਘ ਜੀ ਸਮਾਓ, ਉਹਨਾਂ ਨੇ ਦੱਸਿਆ ਕਿ ਆਪਾਂ ਨਾ ਇੱਕ ਕੋਈ ਪ੍ਰੋਜੈਕਟ ਕਰਨਾ ਜਿਹਦਾ ਨਾਲ ਲੋਕਾਂ ਨੂੰ ਜਗਾ ਸਕੀਏ ਵੀ ਕਿੱਦਾਂ ਉਹ ਹੋ ਸਕਦਾ ਇੱਦਾਂ ਦਾ ਕਨਸੈਪਟ। ਕਿਉਂਕਿ ਸਾਡਾ ਜਿਹੜੀ ਪਲਾਨਿੰਗ ਸੀਗੀ ਕਿ ਅਸੀਂ ਜਾਵਾਂਗੇ ਜਦੋਂ ਸੰਸਦ ਤੇ ਮਾਰਚ ਹੋਏਗਾ, ਪੈਦਲ ਮਾਰਚ, ਉਹਦੇ ਵਿੱਚ। ਲੇਕਿਨ ਕਲੀਨ ਆਪਰੇਸ਼ਨ ਦਾ ਜਦੋਂ ਸਾਨੂੰ ਸੱਦਾ ਮਿਲਿਆ ਜੀ, ਸਾਨੂੰ ਇਹ ਲੱਗਦਾ ਸੀ ਕਿ ਸਾਨੂੰ ਹੁਣ ਜਾਣਾ ਚਾਹੀਦਾ, ਕਿਉਂਕਿ ਉੱਥੇ ਸੀਜ਼ਨ ਦੇ ਕਰਕੇ ਲੋਕ ਬਹੁਤ ਵਾਪਸ ਆ ਚੁੱਕੇ ਨੇ। ਤੇ ਅਸੀਂ ਸਿੰਘੂ ਬਾਰਡਰ ਤੇ ਜਾ ਕੇ ਵੀ ਆਏ ਹਾਂ। ਇਹ ਜਿਹੜਾ ਸਮਾਂ ਹੈ ਜੀ, 11 ਕੁੜਤੇ ਤਿਆਰ ਕਰਨ ਲਈ ਮੇਰੇ ਕੋਲੇ ਲਗਭਗ 1 ਹਫ਼ਤੇ ਦਾ ਸਮਾਂ ਸੀਗਾ। ਸਭ ਤੋਂ ਪਹਿਲਾਂ ਅਸੀਂ ਦੋਨਾਂ ਰਲ ਕੇ, ਕਿਉਂਕਿ ਇੱਕ ਬੰਦੇ ਦਾ ਕੰਮ ਨਹੀਂ ਹੈ, ਕਿਉਂਕਿ ਮੈਂ ਇਹ ਸੋਚਦਾ ਕਿ ਚਿੱਤਰਕਾਰ ਜੋ ਚੀਜ਼ ਆਪਾਂ ਲਿਖ ਕੇ ਨਹੀਂ ਦੱਸ ਸਕਦੇ, ਕਿਸੇ ਨੂੰ ਬੋਲ ਕੇ ਨਹੀਂ ਦੱਸ ਸਕਦੇ, ਜਦੋਂ ਕਲਾਕਾਰ ਆਪਦੇ ਰੰਗਾਂ ਨਾਲ ਉਹ ਚੀਜ਼ ਭਰਦਾ ਹੈ ਜੀ, ਤੇ ਆਟੋਮੈਟਿਕਲੀ ਹੈ ਕਿ ਲੋਕਾਂ ਨੂੰ ਉਹ ਚੀਜ਼ ਦੀ ਸਮਝ ਆ ਜਾਂਦੀ ਹੈ। ਇੱਕ ਬਹੁਤ ਵੱਡਾ ਦਰਦ ਹੈ, ਕਿਉਂਕਿ ਮੈਂ ਇੱਕ ਆਪ ਜ਼ਿਮੀਂਦਾਰ ਦਾ ਪੁੱਤ ਹਾਂ ਜੀ। ਮੈਨੂੰ ਪਤਾ ਹੈ ਕਿ ਕਿੱਦਾਂ ਅਨਾਜ ਪੈਦਾ ਹੁੰਦਾ ਹੈ, ਉਹਦੀ ਕੀਮਤ ਕੀ ਹੈ, ਸਰਕਾਰ ਕੀ ਕਰ ਰਹੀ ਹੈ। ਇੱਕ ਕੋਸ਼ਿਸ਼ ਸੀ ਜਿਹਨੂੰ ਅਸੀਂ ਕੰਪਲੀਟ ਕੀਤਾ 1 ਹਫ਼ਤੇ ਦੇ ਵਿੱਚ। ਚਲੋ ਮੇਰੇ ਮੰਨ ਲਓ 7 ਰਾਤਾਂ ਜਾਗਣ ਨਾਲ ਮੈਨੂੰ ਇਹ ਲੱਗਦਾ ਕਿ ਜੇ ਮੈਂ ਇੱਕ ਬੰਦੇ ਦੀ ਵੀ ਜ਼ਮੀਰ ਜਗਾਤੀ ਤੇ ਸਾਡਾ ਕੰਮ ਕੀਤਾ ਸਫਲ ਹੈ ਜੀ। ਜੀ ਬਿਲਕੁਲ। ਅਸੀਂ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਮੀਡੀਆ। ਅਸੀਂ ਮੀਡੀਆ ਦੇ ਸਾਰੇ ਰੰਗ ਤੁਹਾਡੇ ਤੇ ਦੇਖ ਰਹੇ ਹਾਂ। ਜਿਨ੍ਹਾਂ ਨੇ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਉਹਨਾਂ ਸਾਰੇ ਹੀ ਚੈਨਲਾਂ ਦੇ, ਪੰਜਾਬ ਦੇ ਜਿੰਨਾ ਵੀ ਮੀਡੀਆ ਵਾ, ਦਿਖਾ ਦਿੰਦੇ ਹਾਂ ਕਿ ਪ੍ਰੋ ਪੰਜਾਬ, BBC ਨਿਊਜ਼, ਰੋਜ਼ਾਨਾ ਸਪੋਕਸਮੈਨ, ਸਾਡਾ ਡੇਲੀ ਪੋਸਟ ਪੰਜਾਬੀ, ਹਮੇਸ਼ਾ ਅਸੀਂ ਅੱਗੇ ਆ ਕੇ ਖੜੇ ਹੋਏ ਹਾਂ। ਤੇ ਨਾਲ ਔਨ 에ਅਰ ਵੀ ਹੈ ਪ੍ਰਾਈਮ ਏਸ਼ੀਆ, PTC, ਪੰਜਾਬ ਨਿਊਜ਼ ਔਰ ਸਿੱਖ ਸੰਗਤ ਦੇ ਨਾਲ ਜਿਹੜੀਆਂ ਨੇ ਸਾਰੇ ਹੀ ਜੁੜਾਂਗੇ, ਲੜਾਂਗੇ ਔਰ ਜਿੱਤਾਂਗੇ। ਸਾਰੇ ਹੀ ਚੈਨਲਾਂ ਦਾ ਜਿਹੜਾ ਆ ਲੋਗੋ ਦਿਖਾਇਆ ਗਿਆ ਜਿਨ੍ਹਾਂ ਨੇ ਆਪਣੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ। ਫਿਰ ਸਾਰੇ ਚੈਨਲਾਂ ਨੂੰ ਵੀ ਪ੍ਰਮੋਟ ਵੀ ਕੀਤਾ ਹੈ ਕਿਉਂਕਿ ਸਭ ਨੇ ਜਿਹੜਾ ਇੱਕ ਹੱਕ ਦੀ ਆਵਾਜ਼ ਬੁਲੰਦ ਕੀਤੀ ਹੈ। ਮੈਂ ਬੈਕ ਸਾਈਡ ਤੇ ਦੇਖਣਾ ਚਾਹਾਂਗੀ ਜ਼ਰੂਰ कि इत्थे अच्छा गोदी मीडिया आप कहाँ थे। सो आज तक जी न्यूज़, ABP, इंडिया न्यूज़ और न्यूज़ 8, न्यूज़ 24 और इंडिया TV, ये सारे दे जोड़े ने लगाए गए ने। कमल दा फुल
ਭਾਜਪਾ ਦਾ ਚੋਣ ਨਿਸ਼ਾਨ ਕਰਕੇ? ਇਹ ਕਿਉਂਕਿ ਇਹ ਜਿਹੜਾ ਗੋਦੀ ਮੀਡੀਆ ਜਿਹਨੂੰ ਅਸੀਂ ਕਹਿ ਸਕਦੇ ਹਾਂ, ਇਹ ਗੋਦੀ ਮੀਡੀਆ ਇਸ ਕਹੀ ਜਾਂਦਾ ਕਿਉਂਕਿ ਵਿਕਿਆ ਹੋਇਆ ਮੀਡੀਆ। ਇਹ PM ਮੋਦੀ ਦੀ ਬੁੱਕਲ ਦੇ ਵਿੱਚ ਬੈਠਿਆ ਹੋਇਆਗਾ। ਤਾਂ ਇਹਨਾਂ ਨੇ ਹਮੇਸ਼ਾ ਹੀ ਸਾਡੇ ਅੰਦੋਲਨ ਨੂੰ ਖਤਮ ਕਰਨ ਦੀ ਤੇ ਉਹਨਾਂ ਦੀ ਜਿਹੜੀ ਆਵਾਜ਼ ਆ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਸਾਡੇ ਕਿਸਾਨ ਏਕਤਾ ਨੇ, ਸਾਡੇ ਬਲ ਨੇ, ਸਾਡੇ ਏਕੇ ਨੇ ਇਸੇ ਗੋਦੀ ਮੀਡੀਆ ਨੂੰ ਬਰੰਗ ਚਿੱਠੀ ਵਾਂਗੂ ਲਹੂ ਲਹਾਨ ਕਰਕੇ ਵਾਪਸ ਭੇਜਿਆ। ਕਮਲ ਦਾ ਫੁੱਲ ਤੱਕ ਕੇ ਕਿਉਂਕਿ ਇਹ BJP ਦਾ ਚੋਣ ਨਿਸ਼ਾਨ ਆ ਉਹਨਾਂ ਦਾ। ਤਾਂ ਇਹ ਇਸ ਕਮਲ ਦੇ ਫੁੱਲ ਹੇਠੋਂ ਇਹਨਾਂ ਨੂੰ ਆਵਾਜ਼ ਮਿਲਦੀ ਹੈ। ਜੋ ਇਹ PM ਕਹਿੰਦਾ, ਜੋ ਇਹ ਕੈਬਨਿਟ ਕਹਿੰਦੀ ਹੈ, ਇਹ ਉਹੀਓ ਕਰਦੇ ਨੇ। ਹੱਕ ਸੱਚ ਦੀ ਆਵਾਜ਼ ਬਿਲਕੁਲ ਨਹੀਂ ਉਠਾਉਂਦੇ। ਕਿੰਨਾ ਕੁਝ ਹੋਇਆ, ਸਾਡੇ 300 ਤੋਂ ਉੱਪਰ ਜਿਹੜੇ ਕਿਸਾਨ ਨੇ ਉੱਥੇ ਸ਼ਹੀਦ ਹੋਏ ਨੇ। ਕਿੰਨੀਆਂ ਮਾਵਾਂ ਦੇ ਪੁੱਤ ਚਲੇ ਗਏ, ਕਿੰਨੀਆਂ ਭੈਣਾਂ ਦੇ ਵੀਰ ਚਲੇ ਗਏ, ਕਿੰਨੇ ਬੱਚਿਆਂ ਦੇ ਮਾਂ-ਬਾਪ ਚਲੇ ਗਏ। ਐਡਾ ਵੱਡਾ ਦਰਦ ਇਹ ਕਿਸੇ ਮੀਡੀਆ ਨੇ ਨਹੀਂ ਦਿਖਾਇਆ। ਤੇ ਜੇ ਸਰਕਾਰ ਦੀ ਮੜੀ ਜਿਹੀ ਵੀ ਗੱਲ ਹੋ ਜੇ, ਦੇਖੋ ਲਾਲ ਕਿਲੇ ਦੀ ਘਟਨਾ ਵਾਪਰੀ 26 ਜਨਵਰੀ, ਉੱਥੇ ਜਦ ਕਿ ਕਿਸਾਨਾਂ ਦਾ 1% ਕੋਈ ਕਸੂਰ ਨਹੀਂ ਸੀ। ਉਹ ਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਆਪਣੇ ਰਿੰਗ ਰੋਡ ਦੇ ਉੱਤੇ ਆਪਣਾ ਮਾਰਚ ਕਰ ਰਹੇ ਸੀ। ਬੜੀ ਸ਼ਰਾਰਤ ਸੀ, ਕੁਝ ਸ਼ਰਾਰਤੀ ਅਨਸਰ ਉੱਥੇ ਭੇਜ ਕੇ ਐਵੇਂ ਬਦਨਾਮ ਕਰਤਾ। ਤਿਰੰਗੇ ਝੰਡੇ ਦਾ ਅਪਮਾਨ ਹੋਇਆ, ਕੇਸਰੀ ਝੰਡਾ ਲਹਿਰਾਤਾ। ਜੇ ਉਹਨੂੰ ਪੁੱਛਣ ਵਾਲਾ ਹੋਵੇ ਵੀ ਤਿਰੰਗਾ ਝੰਡਾ ਤਾਂ ਜਿਉਂ ਦਾ ਤਿਉਂ ਉੱਥੇ ਝੂਲ ਰਿਹਾ ਸੀ। ਕੇਸਰੀ ਇਨਸਾਨ ਠੀਕ ਹੈ, ਕੁਝ ਨੌਜਵਾਨਾਂ ਨੂੰ ਜਿਵੇਂ ਜਿੱਦਾਂ ਉੱਥੇ ਚਲੇ ਗਏ, ਬਕਾਇਦਾ ਉਹਨਾਂ ਨੇ ਬਸ ਸਿਰਫ ਕੇਸਰੀ ਝੰਡਾ ਲਹਿਰਾਇਆ। ਪਰ ਅਸੀਂ ਇਸ ਕੁੜਤੇ ਦੇ ਉੱਤੇ ਵੀ ਉਹ ਪੂਰੀ ਦਾ ਪੂਰਾ ਸੀਨ ਚਿੱਤਰਿਆਗਾ। ਇਹ ਅਸੀਂ ਲਾਲ ਕਿਲਾ ਦਿਖਾਇਆ, ਕੇਸਰੀ ਨਿਸ਼ਾਨ ਦਿਖਾਇਆ ਤੇ ਆਪਣਾ ਤਿਰੰਗਾ ਝੰਡਾ ਦਿਖਾਇਆ। ਇਹਦੇ ਉੱਤੇ ਅਸੀਂ ਇਹ ਦਿਖਾਇਆ ਵੀ ਸਿੱਖ ਕੌਮ ਨੇ, ਜਾਣੀ ਕਿ ਪੰਜਾਬੀਆਂ ਨੇ, ਜਾਂ ਇਹ ਦਿੱਲੀ ਨੂੰ 19 ਵਾਰ ਫਤਿਹ ਕੀਤਾ। ਦੇਖੋ ਉੱਥੇ ਬਾਬਾ ਬਘੇਲ ਸਿੰਘ ਹੋਰਾਂ ਤੋਂ ਵਗੈਰਾ ਸਾਰੇ ਜਿੰਨਾ ਜਥੇਦਾਰਾਂ ਨੇ, ਸਾਡੇ ਜਿਹੜੇ ਆਗੂ ਹੋਏ ਨੇ ਉਸ ਸਮੇਂ ਦੇ, ਹਨਾ, ਸਿੱਖ ਆਗੂ ਹੋਏ ਨੇ, ਮਿਸਲਾਂ ਦੇ ਜਿਹੜੇ ਆਗੂ ਹੋਏ ਨੇ, ਉਹਨਾਂ ਨੇ ਕਿੱਦਾਂ ਦਿੱਲੀ ਫਤਿਹ ਕੀਤੀ। ਤੇ 1783 ਦੇ ਵਿੱਚ ਲਾਸਟ ਵਾਰ 19 ਵਾਰ ਜਿਹੜੀ ਦਿੱਲੀ ਫਤਿਹ ਕੀਤੀ ਹੈ। ਇਹਦੇ ਉੱਤੇ ਅਸੀਂ ਇੱਕ ਆਵਾਜ਼ ਦਿਖਾਇਆ ਗਿਆ। ਗੁਰੂ ਗੋਬਿੰਦ ਸਿੰਘ ਜੀ ਆਵਾਜ਼ ਰੱਖਦੇ ਸੀ, ਸਾਡੀ ਸਿੱਖ ਕੌਮ ਆ। ਉਹ ਬਾਜ਼ ਦੀ ਕੌਮ ਨੂੰ ਤਾਂ ਕਿਹਾ ਗਿਆ ਵੀ ਬਾਜ਼ ਆ ਜਿਹੜਾ ਉਹ ਕਦੇ ਵੀ ਜੰਜੀਰਾਂ ਦੇ ਵਿੱਚ ਜਕੜ ਕੇ ਨਹੀਂ ਰੱਖਿਆ ਜਾ ਸਕਦਾ। ਬਾਜ਼ ਦੀ ਬਹੁਤ ਵੱਡੀ ਉਡਾਰੀ ਹੁੰਦੀ ਹੈ। ਤਾਂ ਇਸ ਕਰਕੇ ਵੀ ਜਿਹੜੀ ਸਿੱਖ ਕੌਮ ਹੈ ਜਾਂ ਜਿਹੜੇ ਪੰਜਾਬੀ ਨੇ, ਉਹ ਕਦੇ ਵੀ ਗੁਲਾਮੀ ਜਾਂ ਜੰਜੀਰਾਂ ਦੇ ਵਿੱਚ ਜਕੜ ਕੇ ਨਹੀਂ ਰਹਿ ਸਕਦੇ। ਸਰਕਾਰਾਂ ਇਸ ਨੂੰ ਜਕੜਨਾ ਚਾਹੁੰਦੀਆਂ ਨੇ। ਤਾਂ ਇਸ ਕਰਕੇ ਜਿਹੜੇ ਕਿਸਾਨ ਨੇ, ਇਹ ਵੀ ਇੱਕ ਬਾਜ਼ ਨੇ, ਉਸ ਕੌਮ ਨਾਲ ਸੰਬੰਧ ਰੱਖਦੇ ਨੇ। ਇਹ ਵੀ ਆਪਣੀ ਬਹੁਤ ਵੱਡੀ ਉਡਾਰੀ ਹੈ। ਇਹ ਮੋਦੀ ਸਰਕਾਰ ਦੀਆਂ ਜੰਜੀਰਾਂ ਨੂੰ ਤੋੜ ਕੇ ਬਹੁਤ ਵੱਡੀ ਉਡਾਰੀ ਜਲਦ ਮਾਰਨਗੇ। ਇਹਦੀ ਬੈਕ ਸਾਈਡ ਦੇ ਉੱਤੇ ਜਿਹੜਾ ਅਸੀਂ ਦਿਖਾਇਆ ਹੋਇਆਗਾ, ਉਹ ਸਾਰੇ ਦਾ ਸਾਰਾ ਇਹਦੇ ਤੇ ਲਿਖਿਆ ਵੀ ਹੋਇਆ, ਲੋਕੀ ਤਾਂ ਭਗਵਾਨ ਵੇਚ ਗਏ, ਹੱਟੀ ਸਨੇ ਸਮਾਨ ਵੇਚ ਗਏ, ਜੱਟਾ ਤੇਰੀ ਫਸਲ ਵਿਕੇ ਨਾ ਵਿਕੇ, ਨੇਤਾ ਹਿੰਦੁਸਤਾਨ ਵੇਚ ਗਏ। ਇਹਦੇ ਉੱਤੇ ਸਾਰੇ ਦਾ ਸਾਰਾ ਵੀ ਮੋਦੀ ਸਰਕਾਰ ਨੇ ਕੀ ਕੀਤਾ, ਹਨਾ, ਪੁਲਵਾਮਾ ਹਮਲਾ, ਜੋ ਪਠਾਨਕੋਟ ਦਾ ਹਮਲਾ, ਜਿੰਨਾ ਵੀ ਅਤਿਆਚਾਰ ਹੋਇਆ, ਜਿੰਨਾ ਵੀ ਕ੍ਰਾਈਮ ਹੋਇਆ ਜਾਂ ਜਿੰਨਾ ਵੀ ਜ਼ੁਲਮ ਹੋਇਆ, ਉਹ ਸਾਰੇ ਦਾ ਸਾਰਾ ਇਹਦੇ ਉੱਤੇ ਦਰਸਾਇਆ ਗਿਆ। ਇਹਦੇ ਉੱਤੇ ਨਾਲ ਵੀ ਦਰਸਾਇਆ ਗਿਆ ਜਿਹੜੇ ਕਾਰਪੋਰੇਟ ਘਰਾਣੇ ਨੇ ਜਾਂ ਜਿਹੜੀਆਂ ਇੰਡਸਟਰੀਜ਼ ਨੇ, ਉਹ ਕਿਹੜੇ ਹਿਸਾਬ ਨਾਲ ਸਾਡੇ ਕਿਸਾਨਾਂ ਨੂੰ, ਸਾਡੇ ਅੰਨਦਾਤੇ ਨੂੰ ਖਤਮ ਕਰ ਰਹੀਆਂ ਨੇ। ਇੱਕ ਸੱਪ ਦਾ ਰੂਪ ਲੈ ਕੇ ਉਹ ਕਿੱਦਾਂ ਇਹਨਾਂ ਨੂੰ ਨਿਗਲ ਰਿਹਾ। ਪਰ ਫਿਰ ਵੀ ਸਾਡਾ ਜਿਹੜਾ ਕਿਸਾਨ ਆ, ਉਹ ਫਿਰ ਵੀ ਆਪਣੀ ਫਸਲ ਉਗਾ ਰਿਹਾ, ਫਿਰ ਵੀ ਹਰਿਆਲੀ ਉਗਾ ਰਿਹਾ, ਪ੍ਰਕਿਰਤੀ ਨੂੰ ਫਿਰ ਵੀ ਪੈਦਾ ਕਰ ਰਿਹਾ। ਪਰ ਮੋਦੀ ਅਜੇ ਵੀ ਸੋਚ ਰਿਹਾ ਵੀ ਇਹਨਾਂ ਕਿਸਾਨਾਂ ਨੂੰ, ਇਹਨਾਂ ਅੰਨਦਾਤੇ ਨੂੰ ਕਿਸ ਢੰਗ ਦੇ ਨਾਲ ਗੁਲਾਮ ਬਣਾ ਕੇ ਇਹਦੇ ਉੱਤੇ ਕਬਜ਼ਾ ਜਿਹੜਾ ਕੀਤਾ ਜਾਵੇ। ਜੀ ਮਨਪ੍ਰੀਤ ਜੀ, ਪੁੱਛਣਾ ਚਾਹਾਂਗੇ ਕਿ ਜਦੋਂ ਸਭ ਤੋਂ ਪਹਿਲਾਂ ਜਿਹੜਾ ਕੁੜਤਾ ਤੁਸੀਂ ਸ਼ੁਰੂਆਤ ਕੀਤੀ ਸੀ, ਕਿਹੜਾ ਕੁੜਤਾ ਸੀ ਉਹ? ਸਭ ਤੋਂ ਪਹਿਲਾਂ ਜੀ ਇਹ ਕਨਸੈਪਟ ਸੀਗਾ ਸਰਦਾਰ ਪਾਲ ਸਿੰਘ ਜੀ ਸਮਾਉਂ ਦਾ ਕੁੜਤਾ। ਕਿਉਂਕਿ 47 ਦਾ ਸੰਤਾਪ ਹੈ, 84 ਦਾ ਸੰਤਾਪ ਹੈ। ਮੈਂ 84 ਖੁਦ ਨਹੀਂ ਦੇਖੀ, ਲੇਕਿਨ ਸੁਣਿਆ ਬਹੁਤ ਹੈ। ਤੇ ਇਹ ਸੰਤਾਪ ਉਹ ਕੋਬਰਾ ਸੱਪ, ਕਿਉਂਕਿ ਕਲਾਕਾਰੀ ਦੇ ਨਾਲ ਬਹੁਤ ਕੁਝ ਫਰਕ ਪੈਂਦਾ। ਦੇਖੋ ਆਰਟਿਸਟ ਕੀ ਹੈ, ਗਹਿਰਾਈ ਤੱਕ ਸੋਚਣਾ। ਸਭ ਤੋਂ ਵੱਡੇ ਜਦੋਂ ਇਹ ਕਨਸੈਪਟ ਸਟਾਰਟ ਕੀਤਾ, ਮੈਨੂੰ ਇਹ ਸੀ ਕਿ ਇਹ ਕਨਸੈਪਟ ਨੂੰ ਮੈਂ ਇੱਦਾਂ ਬਣਾਵਾਂ ਕਿ ਲੋਕਾਂ ਨੂੰ ਅੱਖਾਂ ਖੁੱਲਣ ਵੀ ਅਸੀਂ ਵਾਕਈ ਇਹ ਚੀਜ਼ਾਂ ਹੰਡਾਈਆਂ ਨੇ। ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਕਿ ਕਲਾਕਾਰ ਰੰਗਾਂ ਨਾਲ ਜੋ ਚੀਜ਼ ਭਰਦਾ ਹੈ, ਲੋਕਾਂ ਨੂੰ ਬਹੁਤ ਜਲਦੀ ਸਮਝ ਆ ਜਾਂਦੀ। ਇਹ ਕੋਬਰਾ ਨਾਗ ਮੈਂ ਦਿਖਾਇਆ ਸੀਗਾ। ਇਹ ਕਿਸਾਨੀ ਝੰਡਾ ਲਾਇਆ, ਕਿਉਂਕਿ ਉਹ ਸੱਪ ਨੂੰ ਅਸੀਂ ਤਾਜ ਪਾ ਕੇ ਬੈਠੇ ਹਾਂ, ਕੋਈ ਸਰਕਾਰ ਹੈ ਹੀ ਨਹੀਂ। ਕਿਉਂਕਿ ਜ਼ਿਮੀਂਦਾਰਾਂ ਨੇ ਜਦੋਂ ਜਾ ਕੇ ਝੰਡਾ ਮਾਰਿਆ ਜੀ ਇਹਦੇ ਵਿੱਚ, ਤੇ ਉਹ ਸੱਪ ਫਕਾਰੇ ਮਾਰਨ ਲੱਗ ਗਿਆ। ਇਹ ਮੈਂ ਬਣਾ ਕੇ ਬਾਈ ਜੀ ਨੂੰ ਫੋਟੋ ਭੇਜੀ ਕਿ ਇੱਦਾਂ ਆਪਾਂ ਵਰਕ ਕਰੀਏ। ਇਸ ਤਰ੍ਹਾਂ ਕੁਝ ਵਰਕ ਸੀ। ਫਿਰ ਮੇਰੀ ਇਹਨਾਂ ਨਾਲ ਮੀਟਿੰਗਸ ਹੋਈ, ਇੱਕ ਦਿਨ ਇਹ ਮੈਨੂੰ ਮਿਲਣ ਆਏ ਤੇ ਅਸੀਂ ਅੱਗੇ ਕਨਸੈਪਟ ਦਰ ਕਨਸੈਪਟ, ਤਹਿ ਦਰ ਤਹਿ ਮੈਂ ਕੰਮ ਕੀਤਾ ਜੀ। ਬਹੁਤ ਫਾਸਟਲੀ ਕੰਮ ਹੋਇਆ। ਇਹ ਫੈਬਰਿਕ ਕਲਰ ਨਾਲ ਵਰਕ ਹੋਇਆ ਕੁੜਤਿਆਂ ਦੇ ਉੱਪਰ। ਤੇ ਹਜੇ ਨੈਕਸਟ ਟਾਈਮ ਜਦੋਂ ਅਸੀਂ ਜਾਵਾਂਗੇ, ਤੁਹਾਨੂੰ ਇੱਕ ਹੋਰ ਕਨਸੈਪਟ ਅਸੀਂ ਲੈ ਕੇ ਜਾਵਾਂਗੇ। ਉਹਦੇ ਵਿੱਚ 3D ਦਾ ਕਨਸੈਪਟ ਹੈ ਸਾਡਾ, ਜਿਹੜਾ ਅੱਗੇ ਆਏਗਾ। ਇਸ ਦੇ ਨਾਲ ਹੀ ਜੀ ਮੇਰਾ ਸਭ ਤੋਂ ਜੋ ਭਾਵਕ ਟੌਪਿਕ, ਜੋ ਲੋਕਾਂ ਨੇ ਵੀ ਬਹੁਤ ਐਪਰੀਸ਼ੀਏਟ ਕੀਤਾ ਹੈ ਜੀ, ਉਹ ਹੈ ਜੀ ਰੋਟੀ। ਸਭ ਤੋਂ ਪਹਿਲਾਂ ਰੋਟੀ, ਜੋ ਬਾਬੇ ਨਾਨਕ ਨੇ ਸਾਨੂੰ ਕਿਰਤ ਕਰਕੇ ਰੋਟੀ ਕਮਾਉਨੇ ਆ, ਅਸੀਂ ਉਹਦੇ ਬਾਰੇ ਦੱਸਿਆ। ਕਿਉਂਕਿ ਲੰਗਰ ਦੀ ਸੇਵਾ ਸਿੱਖ ਧਰਮ ਦੇ ਵਿੱਚ ਜੋ ਸਾਡੇ ਬਾਬੇ ਨਾਨਕ ਨੇ 20 ਰੁਪਈਆਂ ਦਾ ਲੰਗਰ ਚਲਾਇਆ ਹੈ ਜੀ, ਉਹ ਅੱਜ ਤੱਕ ਚੱਲ ਰਿਹਾ। ਇੱਥੇ ਹੈ ਜੀ ਰੋਟੀ ਦਾ ਸਤਿਕਾਰ। ਅਸੀਂ ਜਦੋਂ ਵੀ ਰੋਟੀ ਖਾਂਦੇ ਹਾਂ, ਆਪਦੇ ਮੱਥੇ ਨਾਲ ਲਾ ਕੇ ਖਾਂਦੇ ਹਾਂ। ਉਸ ਤੋਂ ਬਾਅਦ ਦੇਖੋ ਜੀ ਇੱਕ ਟਰੈਕਟਰ ਦਿਖਾਇਆ। ਇਹ ਹੈ ਜੀ ਉਹ ਸ਼ਾਹੂਕਾਰ ਦੀ ਵਹੀ ਖਾਤਾ, ਜਿਹਦੇ ਉੱਪਰ ਜ਼ਿਮੀਂਦਾਰ ਆਪ ਦਾ ਗੂਠਾ ਲਾ ਕੇ
ਪੈਸੇ ਲੈ ਕੇ ਆਉਂਦਾ ਹੈ। ਜੀ ਬਿਲਕੁਲ ਉਹਦੇ ਵਹੀ ਖਾਤਾ ਦੇਖੋ ਜੀ, ਮੈਂ ਟੱਚ ਕੀਤਾ ਹੈ, ਉਹਦੀ ਵਹੀ ਦਾ ਜਿਹੜਾ ਧਾਗਾ ਹੈ ਉਹ ਸਾਡੀ ਇੱਕ ਦਾਤਰੀ ਨਾਲ ਲਿਪਟਿਆ ਹੋਇਆ ਹੈ। ਦਾਤਰੀ ਤੋਂ ਜਿੱਥੋਂ ਸਾਡਾ ਘਰ ਚੱਲਦਾ ਹੈ, ਸਾਡੀ ਐਜੂਕੇਸ਼ਨ ਚੱਲਦੀ ਹੈ, ਇਹ ਦਾਤਰੀ ਦੇ ਉੱਪਰ ਇੱਕ ਜ਼ਿਮੀਂਦਾਰ ਤੁਰਦਾ ਹੈ, ਉਹਦੇ ਸਿਰ ਤੇ ਟੋਕਰਾ ਹੈ, ਉਹਦੇ ਪਿੱਛੇ ਰੋਟੀ ਹੈ। ਜਿਹੜੀ ਸੱਚੀ ਕਿਰਤ ਹੈ ਜੀ, ਉਹ ਇੱਕ ਦੰਦੇ ਰੂਪੀ ਦਾਤੀ ਦੇ ਉੱਪਰ ਦੇ ਤੁਰਨ ਦੇ ਬਰਾਬਰ ਹੈ। ਕਿਉਂਕਿ ਜਦੋਂ ਜ਼ਿਮੀਂਦਾਰ ਤੁਰਦਾ ਹੈ, ਇਹ ਜਿਹੜਾ ਖੂਨ ਹੈ ਜੀ, ਹੱਥ ਸੱਚਦਾ ਹੈ। ਕਿਉਂਕਿ ਇਹਦੇ ਵਿੱਚ ਜੋ ਜ਼ਿਮੀਂਦਾਰ ਤੁਰੇਗਾ, ਦੇਖੋ ਥੱਲੇ ਸੰਘਰਸ਼ ਚੱਲ ਪਿਆ ਜੀ, ਕਿਉਂਕਿ ਜੋ ਜ਼ਿਮੀਂਦਾਰ ਤੁਰਿਆ ਸੰਘਰਸ਼ ਆਟੋਮੈਟਿਕਲੀ ਸਟਾਰਟ ਹੋ ਗਿਆ। ਇਹਦੇ ਅੱਗੇ ਜੀ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ 450 ਸਾਲਾ ਗੁਰਪੁਰਬ ਦਾ ਮਨਾ ਰਹੇ ਆ। ਇਹਦੇ ਵਿੱਚ ਦੇਖੋ ਜੀ ਥੱਲੇ ਦਿਖਾਇਆ ਇੱਕ ਪੁੱਤ ਜੋ ਪ੍ਰਸ਼ਾਦਾ ਵਰਤਾ ਰਿਹਾ, ਉਸੇ ਹੀ ਦਿੱਲੀ ਦੇ ਵਿੱਚ ਅੱਜ ਉਹਦਾ ਬਾਪੂ ਝੰਡਾ ਲੈ ਕੇ ਬੈਠਾ ਹੈ ਜੀ। ਇੱਧਰ ਤਿੰਨੋਂ ਕਾਲੇ ਬਿੱਲ, ਇਹ ਉਹ ਉਂਗਲ ਜੀ ਜਿਹੜੀ ਜਿੱਦਣ ਸਾਡੇ ਪਾਤਸ਼ਾਹ ਦੀ ਸ਼ਹੀਦੀ ਹੋਈ ਸੀ ਉਦਣ ਵੀ ਜ਼ਾਲਮ ਸਰਕਾਰ ਨੇ ਸਾਡੇ ਉੱਤੇ ਚੁੱਕੀ ਸੀ, ਅੱਜ ਫੇਰ ਸਾਡੇ ਉੱਤੇ ਚੁੱਕੀ ਹੈ। ਇੱਧਰ ਇੱਕ ਖਾਲਸਾ, ਇਹ ਬਾਬੇ ਨਾਨਕ ਦਾ ਕਨਸੈਪਟ ਜੀ, ਕਿਉਂਕਿ ਉਦੋਂ ਸਾਡੇ ਬਾਬੇ ਨਾਨਕ ਨੇ ਸਾਨੂੰ ਰੋਟੀ ਨਿਚੋੜ ਕੇ ਸੱਚੀ ਕਿਰਤ ਹੈ ਜੀ, ਜਿਹਦੇ ਵਿੱਚੋਂ ਦੁੱਧ ਕੱਢਿਆ ਸੀ ਰੋਟੀ ਦੇ ਵਿੱਚੋਂ, ਉਹ ਦਿਖਾਇਆ। ਕਿਉਂਕਿ ਸਾਡੀ ਰੋਟੀ ਦੇ ਵਿੱਚੋਂ ਖੂਨ ਨਹੀਂ ਚੋਂਦਾ ਜੀ, ਸੱਚੀ ਕਿਰਤ ਹੈ, ਦੁੱਧ ਚੋਂਦਾ ਹੈ। ਇੱਕ ਬਹੁਤ ਵਧੀਆ ਟੌਪਿਕ ਸੀ, ਕਿਉਂਕਿ ਰੋਟੀ ਦੇ ਉੱਤੇ ਕੰਮ ਕਰਨ ਦਾ ਮੇਰਾ ਮਕਸਦ ਸੀ ਕਿ ਅਨਾਜ ਆਉਂਦਾ ਕਿੱਥੋਂ ਹੈ, ਰੋਟੀ ਸਾਡੀ ਬਣਦੀ ਕਿਵੇਂ, ਇਹ ਕਨਸੈਪਟ ਦਿਖਾਇਆ ਸੀਗਾ ਜੀ, ਜੋ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ। ਉੱਥੇ ਵੀ ਹੋਇਆ ਕਿ ਪਹਿਲਾਂ ਪ੍ਰਸ਼ਾਦਾ ਛਕੋ ਯਾਰ, ਇੱਧਰ ਪ੍ਰਸ਼ਾਦੇ ਦੀ ਪੂਰੀ ਥਾਲੀ ਦਿਖਾਈ ਹੋਈ ਹੈ। ਇਦਾਂ ਕਰਕੇ ਮੈਂ ਕੰਮ ਕੀਤਾ ਹੋਇਆ ਜੀ। ਜਦੋਂ ਤੁਸੀਂ ਇਹਨੂੰ ਸ਼ੁਰੂਆਤ ਕਰ ਲੈਂਦੇ ਹੋ, ਤੁਸੀਂ ਪਹਿਲਾਂ ਸੋਚਦੇ ਹੋ ਕਿ ਹਾਂਜੀ ਆਹ ਕੁਛ ਦਿੱਲੀ ਦੇ ਵਿੱਚ ਹੋਇਆ ਸੀ, ਅਸੀਂ ਇੱਧਰ ਚੱਲਦੇ ਜਿੱਦਾਂ ਇਹ ਸਿੰਘੂ ਬਾਰਡਰ, ਕੁੰਡਲੀ ਬਾਰਡਰ ਔਰ ਨਾਲ ਟਿਕਰੀ ਗਾਜ਼ੀਪੁਰ ਬਾਰਡਰ, ਚਾਰੇ ਬਾਰਡਰਾਂ ਦੀ ਤਸਵੀਰ ਤੁਸੀਂ ਇਹਦੇ ਉੱਪਰ ਦਿਖਾਈ ਹੈ, ਹੈ ਨਾ। ਜਦੋਂ ਸ਼ੁਰੂਆਤ ਕਰਨੀ ਸੀ ਕਿ ਪਹਿਲਾਂ ਅੱਛਾ ਮੈਂ ਆਹ ਚੀਜ਼ਾਂ ਦਿਖਾਉਣੀਆਂ ਨੇ, ਉਹ ਸਮਾਂ ਤਾਂ ਲੱਗਾ ਹੀ ਹੋਏਗਾ ਕਿ ਇਸ ਚੀਜ਼ ਨੂੰ ਇਸ ਤਰੀਕੇ ਦੇ ਨਾਲ ਆਪਣੀ ਚਿੱਤਰਕਾਰੀ ਨਾਲ ਰੰਗ ਭਰਨਾ ਆ। ਪਹਿਲਾਂ ਕਿਸੇ ਦੇ ਸਹਿਯੋਗ ਵੀ ਲਿਆ ਹੈ ਕਿ ਹਾਂ ਇਸ ਤਰੀਕੇ ਨਾਲ ਇਹ ਚੀਜ਼ ਕੁੜਤੇ ਤੇ ਜਿਹੜੀ ਹੈ ਉਹ ਉਕੇਰੀ ਜਾ ਸਕਦੀ ਹੈ। ਹਾਂਜੀ ਇਦਾਂ ਹੈ, ਕਿਉਂਕਿ ਦੇਖੋ ਇਹਦੇ ਵਿੱਚ ਇੱਕ ਬੰਦੇ ਦਾ ਕੰਮ ਨਹੀਂਗਾ ਜੀ, ਕਿਉਂਕਿ ਇਹ ਰਿਸਰਚ ਹੈ। ਮੇਰੇ ਉਸਤਾਦ ਜੀ ਸਰਦਾਰ ਇਕਬਾਲ ਸਿੰਘ ਜੀ ਗਿੱਲ, ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਮੈਨੂੰ, ਮੈਂ ਉਹਨਾਂ ਦਾ ਸ਼ਾਗਿਰਦ ਹਾਂ। ਕਿਉਂਕਿ ਮੀਡੀਆ ਦਾ ਬਹੁਤ ਵੱਡਾ ਸਹਿਯੋਗ ਹੈ ਜੀ। ਅਸੀਂ ਫੋਟੋਗ੍ਰਾਫੀ ਦਾ, ਜਿਵੇਂ ਡੇਲੀ ਪੋਸਟ ਤੇ ਤੁਸੀਂ ਨਿਊਜ਼ ਪਾਉਂਦੇ ਹੋ, ਬਾਰਡਰਸ ਤੇ ਇਹ ਚੀਜ਼ਾਂ ਹੋ ਰਹੀਆਂ, ਉਹਦਾ ਇੱਕ ਸਕੈਚ ਬਣਦਾ ਜੀ। ਸਭ ਤੋਂ ਪਹਿਲਾਂ ਇਹਦੇ ਉਕੇਰਨ ਤੋਂ ਪਹਿਲਾਂ ਅਸੀਂ ਇੱਕ ਰਫਲੀ ਸਕੈਚ ਬਣਾਉਂਦੇ ਹਾਂ। ਸਕੈਚ ਤੋਂ ਬਾਅਦ ਉਹਨੂੰ ਕੁੜਦੇ ਦੇ ਉੱਪਰ ਡਰਾਇੰਗ ਕੀਤਾ ਜਾਂਦਾ, ਫਿਰ ਉਹਦੀ ਕਲਰਿੰਗ ਹੁੰਦੀ ਹੈ। ਜਿਵੇਂ ਚਾਰੇ ਬਾਰਡਰਾਂ ਦਾ ਜ਼ਿਕਰ ਹੈ, ਚਾਰੇ ਬਾਰਡਰਾਂ ਤੇ ਦੇਖੋ ਜੀ, ਇੱਧਰ ਹਰਿਆਣੇ ਦਾ ਜ਼ਿਕਰ ਹੈ, ਹਰਿਆਣੇ ਦੇ ਨਾਲ ਪੰਜਾਬ ਦਾ। ਦੇਖੋ ਹਰਿਆਣਾ ਪੰਜਾਬ ਜਦੋਂ ਇਕੱਠੇ ਹੋਏ ਨੇ ਤੇ ਉਹਨਾਂ ਦਿਖਾਇਆ ਕਿ ਹੱਥ ਰੱਖ ਕੇ ਮੈਂ ਮੋਢੇ ਤੇ ਤੇਰੇ ਨਾਲ। ਅੱਗੇ ਯੂਪੀ ਦਾ ਜ਼ਿਕਰ ਹੈ, ਉਹਦੇ ਨਾਲ ਹੀ ਰਾਜਸਥਾਨ ਦਾ ਜ਼ਿਕਰ ਹੈ ਜੀ। ਇਹ ਚਾਰੋਂ ਮੈਂ ਜ਼ਿਕਰ ਦਿਖਾਇਆ। ਤੇ ਇਹ ਕੰਡੇ ਵਾਲੀ ਤਾਰ ਜਿਹੜੀ ਬਾਰਡਰ ਤੇ ਸੀ, ਇਹਨਾਂ ਸਾਡੇ ਦਿੱਲੀ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਲਈ ਲਾਤੀ। ਇਹ ਚੀਜ਼ ਹੈ ਜੀ ਇਹਦੇ ਵਿੱਚ ਦਿਖਾਈ ਹੋਈ ਹੈ ਮੈਮ। ਇਹਦੀ ਬੈਕ ਸਾਈਡ ਤੇ ਦੇਖੋ ਜੀ, ਇਹਦੇ ਉੱਤੇ ਲਿਖਿਆ ਹੋਇਆ ਮਿਲ ਜਾਵੇ ਜੇ ਮੁਲਕ ਦਾ ਹਾਕਮ, ਪੁੱਛਾਂ ਇੱਕ ਸਵਾਲ, ਹੱਕਾਂ ਲਈ ਸੰਘਰਸ਼ ਕਰਾਂ ਜਾਂ ਫਸਲਾਂ ਦੀ ਸੰਭਾਲ। ਕਿਉਂਕਿ ਜਿਸ ਦਿਨ ਅਸੀਂ ਬਾਰਡਰ ਤੇ ਗਏ ਸੀ, 204 ਦਿਨਾਂ ਦਾ ਜ਼ਿਕਰ, ਇਹ ਕਿਸਾਨ ਖੜਾ ਹੈ ਜੀ ਝੰਡਾ ਲੈ ਕੇ। ਇੰਨੇ ਦਿਨ ਹੋ ਗਏ ਕਿ ਮੈਂ ਸੰਘਰਸ਼ ਕਰਾਂ ਜਾਂ ਆਪਦੇ ਫਸਲਾਂ ਦੀ ਸੰਭਾਲ ਕਰਾਂ, ਕਿਉਂਕਿ ਸਾਨੂੰ ਹਜੇ ਤੱਕ ਇਹ ਨਹੀਂ ਪਤਾ ਲੱਗਾ ਜੀ। ਕਿਉਂਕਿ ਫਸਲ ਸਿਰ ਤੇ ਸੀ, ਲੋਕਾਂ ਦਾ ਆਉਣਾ ਉੱਥੋਂ ਸੁਭਾਵਿਕ ਸੀ, ਆਪਣੀ ਫਸਲ ਸਾਂਭਣੀ ਸੀ। ਹੁਣ ਫਿਰ ਜਿੱਦਣ, ਕਿਉਂਕਿ ਰਿਸਪੌਂਸ ਲੋਕਾਂ ਦਾ ਇੰਨਾ ਹੈ, ਲੋਕ ਫਿਰ ਦੁਬਾਰਾ ਜੁੜਨਾ ਸ਼ੁਰੂ ਹੋ ਗਏ ਨੇ ਜੀ। ਹਾਂਜੀ, ਇਹਦੇ ਨਾਲ ਬਿਲਕੁਲ ਇੱਕ ਇਹ ਕਨਸੈਪਟ ਜੀ ਸਾਡਾ ਜੋਕਾਂ ਦਾ। ਜੋਕ ਕੀ ਹੈ ਜੀ? ਜੋਕ ਉਹ ਚੀਜ਼ ਹੈ ਜਿਹੜੀ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਲੋਕ ਮੱਝਾਂ ਨੂੰ ਨਵਾਉਣ ਜਾਂਦੇ ਸੀਗੇ ਤੇ ਉਹਨਾਂ ਦੇ ਲੱਗ ਜਾਂਦੀ ਸੀ, ਉਹਨਾਂ ਦਾ ਖੂਨ ਚੂਸਦੀ ਸੀ, ਆਪਾਂ ਇਹਦੇ ਉੱਤੇ ਲੂਣ ਪਾਉਂਦੇ ਸੀ ਤੇ ਇਹ ਉਹਨੂੰ ਛੱਡ ਜਾਂਦੀ ਸੀ, ਖੁਰ ਜਾਂਦੀ ਸੀ। ਇਹ ਦੋ ਜੋਕਾਂ ਕਿਉਂ ਨੇ? ਇਹ ਉਹ ਕਾਰਪੋਰੇਟ ਘਰਾਣੇ ਆ ਜੀ ਸਾਡੇ, ਅੰਬਾਨੀ ਤੇ ਅਡਾਨੀ। ਹੁਣ ਇਹ ਜੋਕਾਂ ਲੱਗੀਆਂ ਕਿੱਥੇ ਆ ਜੀ? ਦੇਖੋ, ਇਹ ਉਹ ਮਿੱਠਾ ਜ਼ਹਿਰ ਜੀਓ ਜਿਹੜਾ ਸਾਨੂੰ ਦਿੱਤਾ ਗਿਆ ਜੀ, ਇਹਦੇ ਆਦੀ ਬਣਾਇਆ ਗਿਆ, ਉਹ ਖੂਨ ਚੂਸ ਰਹੀ ਹੈ ਜੀ। ਸਭ ਤੋਂ ਵੱਡਾ ਜ਼ਹਿਰ EVM ਮਸ਼ੀਨਾਂ, ਆਪਾਂ ਰੋਜ਼ ਸੁਣਦੇ ਹਾਂ ਇੰਨੀ ਘਪਲੇਬਾਜ਼ੀ ਹੁੰਦੀ ਹੈ ਇਹਨਾਂ ਦੇ ਵਿੱਚ। ਪਰ ਦੂਜੇ ਇਹਦੇ ਅਪੋਜ਼ਿਟ ਦਿਖਾਇਆ ਬੈਲਟ ਪੇਪਰ, ਪਿੱਛੇ ਲੋਕਾਂ ਦੀ ਆਵਾਜ਼ ਦਿਖਾਈ ਹੈ ਕਿ ਸਾਨੂੰ ਅੱਜ ਇਹਦੀ ਲੋੜ ਹੈ। ਤੇਲ ਦੇਖੋ ਜੀ ਇੰਨਾ ਮਹਿੰਗਾ ਹੁੰਦਾ ਜਾਂਦਾ ਹੈ, ਬਹੁਤ ਵੱਡੀ ਮਾਰ ਹੈ। ਬੇਰੁਜ਼ਗਾਰੀ ਸਾਡਾ ਬਹੁਤ ਵੱਡਾ ਕਨਸੈਪਟ ਜੀ। ਦੁਨੀਆ ਹਰ ਦਿਨ ਇੰਨੀ ਬੇਰੁਜ਼ਗਾਰੀ ਹੈ, ਇੱਕ ਖੂਨ ਚੂਸ ਰਹੀ ਹੈ। ਸਿਲੰਡਰ ਪਹਿਲਾਂ ਸਬਸਿਡੀ ਕਰਤੀ ਜੀ, ਹੁਣ ਬਿਲਕੁਲ ਕਲੀਨ ਕਰਤਾ। ਇਹਦੇ ਨਾਲ ਹੀ ਮਹਿੰਗਾਈ, ਕਿਉਂਕਿ ਅੱਜ ਖਰਚਾ ਇੱਕ ਆਮ ਪਰਿਵਾਰ ਨੂੰ ਵੀ ਖਰਚਾ ਚਲਾਉਣਾ ਬਹੁਤ ਔਖਾ ਹੈ ਜੀ। ਇਹ ਚੀਜ਼ ਹੈ। ਇਹਦੀ ਬੈਕ ਤੇ ਦੇਖੋ ਜੀ ਸਾਡੇ ਕਾਰਪੋਰੇਟ ਘਰਾਣੇ, ਅਬਾਨੀ, ਰਿਲਾਇੰਸ ਗਰੁੱਪ। ਤੁਸੀਂ ਇਹ ਦੇਖੋ ਮੈਮ, ਇਹਦੇ ਉੱਪਰ ਮੈਂ ਦਿਖਾਇਆ ਇਹਨਾਂ ਦਾ ਕਾਰੋਬਾਰ। ਤੁਸੀਂ ਕੋਈ ਵੀ ਇੱਕ ਕਾਰੋਬਾਰ, ਜਿਵੇਂ ਫਾਰਚੂਨ ਹੈ, ਇਹਨਾਂ ਨੇ ਅਡਾਨੀ ਪਾਵਰ ਹੈ, 14.425 ਕਰੋੜ ਦਾ ਇਹਦਾ ਇਕੱਲੇ ਦਾ ਬਿਜ਼ਨਸ ਹੈ ਜੀ। ਇਹ ਸਾਰੇ ਕਾਰਪੋਰੇਟ ਘਰਾਣੇ ਦਾ ਅੱਡ ਅੱਡ ਦਾ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਜੀ ਪੈਦਾ ਅਸੀਂ ਕਰਦੇ ਹਾਂ, ਸਾਨੂੰ ਮੁੱਲ ਨਹੀਂ ਮਿਲਦਾ, ਲੇਕਿਨ ਮੁਨਾਫਾ ਇਹਨਾਂ ਨੂੰ ਹੈ। ਇਹ ਉਹ ਕੋਬਰਾ ਹੈ ਜੀ ਜਿਹਨੂੰ ਅਸੀਂ ਤਾਜ ਪਾਤਾ। ਸੱਪ ਦਾ ਜ਼ਿਕਰ ਇਸ ਕਰਕੇ ਕੀਤਾ ਹੈ ਕਿ ਤਾਜ ਸਾਡਾ ਹੈ, ਲੇਕਿਨ ਅਸੀਂ ਪਾ ਗਲਤ ਥਾਂ ਤੇ ਦਿੱਤਾ। ਉਹਨੂੰ ਉਤਾਰਨਾ ਕਿਵੇਂ? ਰਿਲਾਇੰਸ ਗਰੁੱਪ ਜੀ ਦੇਖੋ ਮੈਮ, ਇੱਕ ਇੱਕ ਚੀਜ਼ ਦੇ ਇੰਨੇ ਬ੍ਰਾਂਡ ਨੇ। ਦੇਖੋ ਰਿਲਾਇੰਸ ਸਮਾਰਟ ਹੈ, ਰਿਲਾਇੰਸ ਸਮਾਰਟ ਹੈ, ਰਿਲਾਇੰਸ ਫਰੈਸ਼ ਹੈ,
ਮੈਂ ਕਹਿੰਦਾ ਜੀ ਇਹ ਕੁੜਤਾ ਹਜੇ ਛੋਟਾ ਹੈ ਜਿੰਨੇ ਇਹਨਾਂ ਦੇ ਪ੍ਰੋਡਕਟ ਚੱਲਦੇ ਉਹਦੇ ਅਕੋਰਡਿੰਗ। ਲੇਕਿਨ ਇੱਕ ਮੇਰੀ ਰਿਸਰਚ ਸੀ, ਜਿੰਨਾ ਮੈਨੂੰ ਟਾਈਮ ਮਿਲਿਆ ਉਹਦੇ ਅਕੋਰਡਿੰਗ ਮੈਂ ਇਸ ਤੇ ਕੰਮ ਕੀਤਾ ਹੈ ਜੀ। ਇਹ ਕਨਸੈਪਟ ਸੀ ਮੇਰਾ। ਇਹ ਬਹੁਤ ਸਰਚ ਵਾਲਾ, ਕਿਉਂਕਿ ਹਰ ਇੱਕ ਜਿਹੜੀ ਇਹਦੀ ਕੱਲੀ ਅਮਾਉਂਟ ਦੱਸਣੀ, ਕਿੰਨੇ ਕਰੋੜ ਦੇ ਉਹ ਮਾਲਕ ਨੇ, ਕਿੰਨਾ ਕਰੋੜ ਖਰਚ ਕੀਤਾ ਜਾ ਚੁੱਕਾ ਹੈ, ਕਿੰਨਾ ਖਰਚ ਕਰ ਰਹੇ ਨੇ, ਕਿੰਨਾ ਉਹ ਕਮਾ ਰਹੇ ਨੇ ਸਾਡੇ ਤੋਂ, ਕਿ ਕੁਝ ਇਹ ਬੜੀ ਸਰਚ ਵਾਲਾ ਕੰਮ ਹੈ। ਕਿਉਂਕਿ ਪਹਿਲਾਂ ਸਰਚ ਵੀ ਤਾਂ ਪਹਿਲਾਂ ਕੀਤੀ ਹੋਏਗੀ। ਦੇਖੋ ਮੈਮ, ਕਰਵਾਉਣ ਵਾਲਾ ਦੇਖੋ ਮੈਂ ਤਾਂ ਕੁਛ ਨਹੀਂ ਜੀ, ਕਰਵਾਉਣ ਵਾਲਾ ਉਹ ਪਰਮਾਤਮਾ ਹੈ ਜਿਨੇ ਮੈਨੂੰ ਟੈਲੈਂਟ ਦਿੱਤਾ ਹੈ। ਕਿਉਂਕਿ ਇਹ ਸੀੜੀ ਦਰ ਸੀੜੀ ਹੈ ਜੀ। ਜਦੋਂ ਤੁਸੀਂ ਕੋਈ ਕੰਮ ਕਰਨ ਦੀ ਸ਼ੁਰੂਆਤ ਕਰਦੇ ਹੋ ਉਹਦਾ ਅੱਗੇ ਆਪੇ ਰਸਤਾ ਬਣਦਾ ਜਾਂਦਾ ਹੈ। ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਇਦਾਂ 20 ਕਨਸੈਪਟ ਦੇ ਉੱਪਰ ਕੰਮ ਕਰੂੰਗਾ, ਇਦਾਂ ਦੀ ਚੀਜ਼ ਬਣੇਗੀ। ਇੱਕ ਚੀਜ਼ ਬਣਾਈ, ਲੱਗਾ ਕਿ ਅੰਦੋਲਨ ਦੇ ਵਿੱਚ ਇਹ ਦੂਜੀ ਵੀ ਹੋਣੀ ਚਾਹੀਦੀ ਹੈ, ਤੀਜੀ ਵੀ। ਇਹ ਕਾਰਪੋਰੇਟ ਘਰਾਣੇ, ਕਿਉਂਕਿ ਮਲਟੀਮੀਡੀਆ ਦਾ ਯੁੱਗ ਹੈ, ਤੁਹਾਨੂੰ ਇੰਟਰਨੈਟ ਦੇ ਉੱਪਰ ਚੀਜ਼ਾਂ ਮਿਲ ਜਾਂਦੀਆਂ। ਜਿਵੇਂ ਰਿਸਰਚ ਹੈ, ਤੁਸੀਂ ਗੂਗਲ ਤੇ ਜਾ ਕੇ ਸਰਚ ਕਰੋਗੇ ਤੁਹਾਨੂੰ ਚੀਜ਼ ਮਿਲ ਜੇਗੀ। ਉੱਥੋਂ ਚੱਕ ਕੇ ਜੀ ਫਿਰ ਇਹਨੂੰ ਡਰਾ ਕੀਤਾ, ਉਸ ਤੋਂ ਬਾਅਦ ਮੈਂ ਕੰਪਲੀਟ ਕੀਤਾ। ਇੱਦਾਂ ਰਿਸਰਚ ਹੋਈ ਹੈ ਮੈਮ। ਸੋ ਇੱਕ ਸਮਾਂ ਉਹ ਆਉਂਦਾ ਹੈ ਕਿ ਜਦੋਂ ਇਹ ਕਿਹਾ ਜਾਂਦਾ ਕਿ ਹੁਣ ਤਾਂ ਸਾਰੇ ਵਾਪਸ ਮੁੜ ਆਏ ਨੇ। 26 ਜਨਵਰੀ ਨੂੰ ਜੋ ਲਾਲ ਕਿਲੇ ਤੇ ਹਿੰਸਾ ਹੁੰਦੀ ਹੈ ਤਾਂ ਉਸ ਦੌਰਾਨ ਸਭ ਦੇ ਹੌਸਲੇ ਟੁੱਟ ਜਾਂਦੇ ਨੇ ਤੇ ਇੱਕ ਐਸੀ ਅਫਵਾਹ ਫੈਲਾਈ ਜਾਂਦੀ ਹੈ ਕਿ ਸਭ ਜਿਹੜੇ ਨੇ ਘਰ ਮੁੜ ਆਏ ਨੇ, ਦਿੱਲੀ ਦੇ ਬਾਰਡਰ ਖਾਲੀ ਹੋ ਗਏ ਨੇ, ਕੋਈ ਨਹੀਂ ਹੈ। ਤਾਂ ਉਸ ਦੌਰਾਨ ਰਾਕੇਸ਼ ਟਕੈਤ ਹੋਣੀ ਉੱਠੇ ਤੇ ਇੱਕ ਭਾਵੁਕ ਹੋ ਕੇ ਅਪੀਲ ਕੀਤੀ ਹੈ ਕਿ ਅਸੀਂ ਇੱਥੇ ਆ, ਕੋਈ ਮੁੜਿਆ ਨਹੀਂ ਹੈ, ਅਸੀਂ ਆਪਣੀ ਜਿਹੜੀ ਲੜਾਈ ਜਾਰੀ ਰੱਖਾਂਗੇ ਔਰ ਓਨੀ ਦੇਰ ਤੱਕ ਜਾਰੀ ਰੱਖਾਂਗੇ ਜਿੰਨੀ ਦੇਰ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਨੇ। ਇਹ ਕੁੜਤਾ ਇਹੀ ਚੀਜ਼ ਹੈ, ਉਹ ਬਿਆਨ ਕਰ ਰਿਹਾ ਹੈ। ਸੋ ਇੱਥੇ ਦੇਖ ਆਤਮਾ ਰੋਵੇ ਹੈ, ਦੇਸ਼ ਚਲਾਨ ਆਲਾ आजकल सड़क पे सोवे है। सो उम्मीद टूटी है ना उम्मीद टूटी है ना हौसले। सो ये चीज़ां जड़ियां ने इस कुर्ते दे उपर उकेरियां गईयां ने। ये चीज़ राकेश टकैत होना दे अथरू जड़े ने वो बयान करते हैं। क्योंकि 26 जनवरी की जो घटना है जी, क्योंकि उत्थे इन्हां दे जिहड़े अथरू है जी उन्हें अंदोलन नूं बिल्कुल दूजा रूप देता जी। क्योंकि ये देखो थल्ले हत्थ दिखाए ने, ਇਹਦੇ ਵਿੱਚ ਹੱਥ ਕਿਉਂ ਦਿਖਾਏ ਨੇ? ਲੋਕਾਂ ਨੇ ਜਦੋਂ ਇਹਨਾਂ ਦੇ ਹੰਝੂ ਆਏ ਨੇ ਜੀ, ਉਹਨਾਂ ਫਿਰ ਹਾਂ ਦਾ ਨਾਰਾ ਮਾਰਿਆ। ਇਹ ਸਾਡੀ ਸਿੱਖ ਕੌਮ ਜਿਨਨੇ ਕਿਹਾ ਸੀ ਜੀ ਹੁਣ ਤੁਸੀਂ ਡਰੋ ਨਾ, ਅਸੀਂ ਫਿਰ ਤੁਹਾਡੇ ਨਾਲ। ਕਿਉਂਕਿ ਉਦੋਂ ਅੰਦੋਲਨ ਬਹੁਤ ਸਿਖਰਾਂ ਤੇ ਸੀ, ਇੱਕਦਮ ਮੈਂ ਲੱਗਦਾ ਸੀ ਕਿ ਅੰਦੋਲਨ ਖਤਮ ਹੋ ਜਾਏਗਾ, ਪਰ ਇਹ ਡਕੈਤ ਸਾਹਿਬ ਦੇ ਹੰਝੂ ਜਿਨ੍ਹਾਂ ਨੇ ਅੰਦੋਲਨ ਨੂੰ ਫਿਰ ਮੁੜ ਵਾਪਸ ਲਿਆਂਦਾ ਜੀ। ਇਹਦੀ ਬੈਕ ਸਾਈਡ ਤੇ ਮੈਡਮ ਮੈਂ ਦਿਖਾਇਆ, ਦੇਖੋ ਜੋ ਅੰਦੋਲਨ 'ਚ ਸਾਡੇ ਨਾਲ ਹੋਇਆ। ਬਾਬਾ ਰਾਮ ਸਿੰਘ ਜੀ ਜਿਨ੍ਹਾਂ ਨੇ ਆਪਣੀ ਗੋਲੀ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਸੀ। ਇਹ ਕਾਲੇ ਬਿੱਲ ਉਹਨਾਂ ਦਾ ਖੂਨ ਦਿਖਾਇਆ। ਸਾਡੀ ਮਾਤਾ ਮਹਿੰਦਰ ਕੌਰ ਜਿਹਦੇ ਉੱਪਰ ਕੰਗਣਾ ਨੇ ਸਵਾਲ ਕੀਤਾ ਸੀ ਤੇ ਇਹਦੇ ਵਿੱਚ ਦਿਖਾਇਆ ਕਾਰਟੂਨ ਦੇ ਵਿੱਚ ਕਿ ਉਹਨੇ ਇਹ ਸੋਚ ਲਿਆ ਵੀ ਮੈਂ ਮਾਤਾ ਜੀ ਨਾਲ ਪੰਗਾ ਕਿੱਥੇ ਲੈ ਲਿਆ। ਜਦੋਂ ਸਾਡੇ ਤੇ 26 ਜਨਵਰੀ ਨੂੰ ਲਾਠੀ ਚਾਰਜ ਹੋਇਆ, ਜੱਗੀ ਪੰਧੇਰ, ਉਹਦੇ ਉੱਪਰ ਜੋ ਪੁਲਿਸ ਨੇ ਜ਼ੁਲਮ ਕੀਤਾ ਜੀ, ਖੂਨ ਲਹੂ ਲਹਾਨ ਹੋਇਆ। ਦੇਖੋ ਉਹਦੇ ਖੂਨ ਦੇ ਵਿੱਚੋਂ ਦਿਖਾਇਆ ਜੀ ਕਿਸਾਨ ਏਕਤਾ ਜਿੰਦਾਬਾਦ। ਇੱਦਾਂ ਕਰਕੇ ਮੈਂ ਤਿਆਰੀ ਕੀਤਾ ਸੀਗਾ ਕਿਉਂਕਿ ਮਲਟੀਮੀਡੀਆ ਦੇ ਉੱਪਰ ਜਿਵੇਂ ਫੋਟੋਗ੍ਰਾਫੀ ਹੈ ਜਾਂ ਜੋ ਅਸੀਂ ਸੁਣਦੇ ਹਾਂ, ਕੋਸ਼ਿਸ਼ ਕਰੀਦੀ ਹੈ ਉਹਨੂੰ ਰੰਗਾਂ ਨਾਲ ਭਰਨ ਦੀ। ਜੇਕਰ ਅਸੀਂ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਅਸੀਂ ਆਮ ਤੌਰ ਤੇ ਬੈਨਰ ਦੇਖਦੇ ਹਾਂ, ਬੈਨਰ ਬਣੇ ਹੁੰਦੇ ਨੇ ਜਾਂ ਵੱਡੀਆਂ ਫੋਟੋਆਂ ਲਗਾ ਦਿੰਦੇ ਨੇ, ਉਹ ਦਿੱਲੀ ਦੇ ਬਾਰਡਰ ਤੇ ਵੀ ਨਜ਼ਰ ਆਉਂਦੀਆਂ ਨੇ ਜਾਂ ਉੱਦਾਂ ਵੀ ਨਜ਼ਰ ਆਉਂਦੀਆਂ ਨੇ, ਹਨਾ। ਪਰ ਤੁਸੀਂ ਕੁੜਤੇ ਹੀ ਕਿਉਂ ਚੁਣੇ ਕਿ ਅਸੀਂ ਕੁੜਤਿਆਂ ਤੇ ਹੀ ਕਰਨਾ ਆ? ਕਿਉਂਕਿ ਮੈਮ ਇਹ ਸਰਦਾਰ ਪਾਲ ਸਿੰਘ ਜੀ ਸਮਾਓ ਇਹਨਾਂ ਦਾ ਕਨਸੈਪਟ ਸੀਗਾ ਕਿ ਆਪਾਂ ਕੁਝ ਅਲੱਗ ਪੇਸ਼ ਕਰਨਾ ਹੈ। ਦੇਖੋ ਬੈਨਰਸ ਕੀ ਹੈ, ਲੱਗਾ ਹੈ, ਲੋਕ ਦੇਖੇਗਾ ਜਾਂ ਨਹੀਂ ਦੇਖੇਗਾ। ਇਸ ਕਨਸੈਪਟ ਦੇ ਵਿੱਚ ਕੀ ਸੀਗਾ ਕਿ ਅਸੀਂ ਜੇ ਡਰੈਸ ਪਾਈ ਹੈ, ਅਸੀਂ ਜੋ ਬਿਆਨ ਕਰਾਂਗੇ ਅਸੀਂ ਇਹਦੇ ਬਾਰੇ ਦੱਸਾਂ। ਬੈਨਰ ਤੇ ਕੀ ਹੈ ਜੀ, ਜਸਟ ਤੁਸੀਂ ਇੱਕ ਚੀਜ਼ ਲਿਖ ਦਿੰਦੇ ਹੋ, ਉਹ ਅਗਲਾ ਦੇਖਦਾ ਹੈ, ਉਸ ਤੋਂ ਬਾਅਦ ਫਿਨਿਸ਼। ਇਹ ਜਦੋਂ ਅਸੀਂ ਬਿਆਨ ਕਰਦੇ ਹਾਂ, ਮੀਡੀਆ ਦਿਖਾਉਂਦਾ ਹੈ, ਇਸ ਚੀਜ਼ ਦਾ ਪ੍ਰਭਾਵ ਜ਼ਿਆਦਾ ਹੈ। ਸਭ ਤੋਂ ਵੱਡੀ ਗੱਲ ਮੈਮ ਇਹ ਹੁੰਦੀ ਹੈ ਵੀ ਦੇਖੋ ਸਾਡੀ ਪੰਜਾਬੀ ਕੌਮ ਦਾ, ਸਿੱਖ ਕੌਮ ਦਾ ਜਿਹੜਾ ਕਰੈਕਟਰ ਹੈ ਉਹਨਾਂ ਦਾ, ਉਹਦੇ ਤੇ ਕੋਈ ਦਾਗ ਨਹੀਂ, ਪੂਰਾ ਸਫੇਦ ਹੈ, ਇੱਕ ਵੀ ਦਾਗ ਨਹੀਂ। ਪਰ ਜਦੋਂ ਐਡਾ ਵੱਡਾ ਜ਼ੁਲਮ ਸਾਡੇ ਉੱਤੇ ਹੋਇਆ, ਅਸੀਂ ਇਹ ਇਤਿਹਾਸ ਕਦੇ ਨਹੀਂ ਭੁੱਲਿਆ ਜਾ ਸਕਦਾ। ਇਸ ਕਰਕੇ ਅਸੀਂ ਪੂਰੇ ਜ਼ੁਲਮ ਨੂੰ, ਜੋ ਸਰਕਾਰਾਂ ਨੇ ਜ਼ੁਲਮ ਕੀਤਾ, ਸਾਡੇ ਦਾਦੇ ਪੜਦਾਦਿਆਂ ਨੇ, ਸਾਡੀਆਂ ਭੈਣਾਂ ਨੇ, ਖਾਸ ਕਰਕੇ ਇਸ ਅੰਦੋਲਨ ਦੇ ਵਿੱਚ ਜੋ ਸੰਤਾਪ ਹੰਢਾਇਆ, ਪਹਿਲਾਂ ਵੀ ਸਾਡੀ ਤਾਂ ਮਤਲਬ ਕਿ ਇਸ ਧਰਮ ਦੀ, ਸਿੱਖ ਕੌਮ ਦੀ ਨੀਂਹ ਕੁਰਬਾਨੀਆਂ ਵਿੱਚ ਰੱਖੀ ਗਈ ਹੈ। ਤਾਂ ਅਸੀਂ ਪੂਰੇ ਦੇ ਪੂਰਾ ਹਾਲ ਆਪਣੇ ਉਸੇ ਚਿੱਟੇ ਕੁੜਤੇ ਦੇ ਉੱਤੇ ਉਲੀਕਿਆ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਇਹਨੂੰ ਹਮੇਸ਼ਾ ਯਾਦ ਰੱਖਣਗੀਆਂ ਵੀ ਸਾਡੀ ਜਿਹੜੀ ਇਹ ਕੌਮ ਹੈ ਇਹ ਹਮੇਸ਼ਾ ਹੀ ਲੜਦੀ ਆ ਰਹੀ ਹੈ, ਇਹ ਕਦੇ ਦਬਣ ਵਾਲੀ ਕੌਮ ਨਹੀਂ ਹੈਗੀ। ਜਿੱਥੇ ਜਿੱਥੇ ਜ਼ੁਲਮ ਹੋਇਆ ਤਾਂ ਇਹਨਾਂ ਨੇ ਆਵਾਜ਼ ਉਠਾਈ ਆ। ਤਾਂ ਇਹ ਅੰਦੋਲਨ ਦੀ ਆਵਾਜ਼ ਵੀ ਪੰਜਾਬ ਦੇ ਵਿੱਚੋਂ ਹੀ ਉੱਠੀ ਸੀ, ਪੰਜਾਬੀਆਂ ਨੇ ਉਠਾਈ ਸੀ, ਇਹਨਾਂ ਸਿੱਖਾਂ ਨੇ ਉਠਾਈ ਹੈ। ਤਾਂ ਇਸ ਕਰਕੇ ਵੀ ਅਸੀਂ ਆਪਣੇ ਇਸੇ ਚਿੱਟੇ ਕੁੜਤੇ ਦੇ ਉੱਤੇ ਦਾਗ ਨਹੀਂ ਲੱਗਣ ਦਿੱਤਾ। ਅਸੀਂ ਸਾਡੇ ਉੱਤੇ ਕੀ ਹੋਇਆ, ਕੀ ਤਸੱਦਤਾਂ ਹੋਈਆਂ, ਕਿੱਦਾਂ ਅਸੀਂ ਲੜੇ, ਉਹ ਪੂਰੇ ਦਾ ਪੂਰਾ ਹਾਲ ਅਸੀਂ ਆਪਣੇ ਕੁੜਤਿਆਂ 'ਤੇ ਉਲੀਕਿਆ। ਦੂਸਰੀ ਗੱਲ, ਸਭ ਤੋਂ ਵੱਡੀ ਗੱਲ ਅਸੀਂ ਤਾਂ ਸੋਚੀ ਕਿਉਂਕਿ ਅਸੀਂ ਕਲਾਕਾਰ ਹਾਂ,
ਸਾਡੇ ਨਾਲ ਲੱਖਾਂ ਲੋਕ ਜੁੜੇ ਹੋਏ ਨੇ, ਲੱਖਾਂ ਲੋਕ ਸਾਨੂੰ ਪਿਆਰ ਕਰਦੇ ਨੇ। ਸਾਡਾ ਪਹਿਲਾ ਫਰਜ਼ ਹੈ, ਜਦੋਂ ਅਸੀਂ ਕਲਾਕਾਰ ਲੋਕ ਉੱਠ ਕੇ ਜਾਵਾਂਗੇ, ਅਸੀਂ ਇਸ ਦੇ ਲਈ ਹਾਂ ਦਾ ਨਾਅਰਾ ਮਾਰਾਂਗੇ, ਤਾਂ ਸਾਨੂੰ ਪਿਆਰ ਕਰਨ ਵਾਲੇ ਉਹ ਲੱਖਾਂ ਲੋਕ ਜੋ ਸਾਡੇ ਕਰਕੇ ਮਤਲਬ ਕਿ ਜਾਗਰਿਤ ਹੋਣਗੇ, ਸਾਡੇ ਕਰਕੇ ਇਸ ਅੰਦੋਲਨ ਵੱਲ ਆਉਣਗੇ। ਸਾਡਾ ਫਰਜ਼ ਬਣਦਾ, ਕਿਉਂਕਿ ਅਸੀਂ ਵੀ ਕਿਸਾਨਾਂ ਦੇ ਘਰ ਪੈਦਾ ਹੋਏ ਹਾਂ, ਅਸੀਂ ਵੀ ਉਹਨਾਂ ਦੇ ਬੱਚੇ ਹਾਂ। ਸਾਡਾ ਇਕਲਾਕੀ ਫਰਜ਼ ਹੈ, ਜਿੱਥੋਂ ਜਿਹੋ ਜਿਹਾ ਯੋਗਦਾਨ ਹੋ ਸਕਦਾ ਅਸੀਂ ਪਾਈਏ। ਤਾਂ ਇਸ ਕਰਕੇ ਕੁੜਤਿਆਂ ਤੇ ਸਾਰੀ ਚੀਜ਼ ਉਲੀਕਣੀ ਸਾਡਾ ਮਤਲਬ ਹੀ ਇਹ ਸੀ ਵੀ ਅਸੀਂ ਜੋ ਸਾਨੂੰ ਪਿਆਰ ਕਰਦੇ ਨੇ ਜਾਂ ਦੂਸਰੇ ਲੋਕ ਨੇ, ਉਹ ਸਾਰੇ ਇਹਨਾਂ ਚੀਜ਼ਾਂ ਨੂੰ ਦੇਖਣ, ਇਹ ਭਾਵਿਕ ਚੀਜ਼ਾਂ ਨੂੰ ਦੇਖ ਕੇ ਉਸ ਦਿੱਲੀ ਵਾਲਾ ਜਿਹੜਾ ਦੁਬਾਰਾ ਕੂਚ ਕਰਨਾ। ਤੇ ਮੈਂ ਬੇਨਤੀ ਵੀ ਕਰਦਾ ਸਾਰੇ ਕਲਾਕਾਰਾਂ ਨੂੰ, ਸਾਰੇ ਭਰਾਵਾਂ ਨੂੰ ਇਸ ਮਾਧਿਅਮ ਰਾਹੀਂ ਕਿ ਆਓ ਹੁਣ ਵਕਤ ਆ, ਅਸੀਂ ਆਖਰੀ ਪੜਾਅ ਦੇ ਉੱਤੇ ਹਾਂ, ਇੱਕ ਵਾਰ ਫੇਰ ਹੰਭਲਾ ਮਾਰੀਏ, ਅਸੀਂ ਇਹਨਾਂ ਜ਼ਾਲਮ ਸਰਕਾਰਾਂ ਦੇ ਮੂੰਹ ਤੇ ਚਪੇੜ ਮਾਰ ਕੇ ਆਪਣੇ ਹੱਕ ਨੇ ਜਿਹੜੇ ਵਾਪਸ ਲੈ ਕੇ ਜਾਈਏ। ਬਿਲਕੁਲ। ਖਾਲਸਾ ਏਡ ਦੀ ਗੱਲ ਕਰ ਲੈਂਦੇ ਹਾਂ ਤਾਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਕਦੇ ਵੀ ਆਫਤ ਆਉਂਦੀ ਹੈ ਤਾਂ ਖਾਲਸਾ ਏਡ ਹਮੇਸ਼ਾ ਜਿਹੜੀ ਹੈ ਅੱਗੇ ਆ ਕੇ ਮਸੀਹਾ ਬਣ ਕੇ ਖੜਦੀ ਹੈ। ਜਸਮੀਤ, ਮੈਂ ਚਾਹੁੰਦੀ ਹਾਂ ਕਿ ਤੁਸੀਂ ਖਾਲਸਾ ਏਡ ਦਾ ਜੋ ਇਹ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਇੱਕ ਚੀਜ਼ ਜਿਹੜੀ ਹੈ ਮਨਪ੍ਰੀਤ ਵੱਲੋਂ ਉਕੇਰੀ ਗਈ, ਤੁਸੀਂ ਜ਼ਰੂਰ ਦੱਸੋ। ਇਹ ਜੋ ਖਾਲਸਾ ਏਡ ਦਾ ਤੁਸੀਂ ਦੇਖ ਸਕਦੇ ਹੋ ਕਿ 1999 ਦੇ ਵਿੱਚ 1999 ਦੇ ਵਿੱਚ ਖਾਲਸਾ ਆਰਗੇਨਾਈਜੇਸ਼ਨ ਹੈ ਜੋ ਸਟਾਰਟ ਕੀਤੀ ਗਈ ਰਵੀ ਸਿੰਘ ਖਾਲਸਾ ਵੱਲੋਂ। ਦੁਨੀਆ ਦੀ ਵਰਲਡ ਨੰਬਰ 1 ਐਸੀ ਇੱਕ ਏਡ ਹੈ ਕਿ ਜੋ ਹਰ ਇੱਕ ਚੀਜ਼ ਜਿੱਦਾਂ ਕਿ ਪਾਣੀ ਤੋਂ ਲੈ ਕੇ ਜੋ ਵੀ ਖਾਣ ਪੀਣ ਦਾ ਸਮਾਨ ਹੈ, ਜਿੰਨੇ ਵੀ ਅੱਜ 204 ਤੋਂ ਪਲੱਸ ਡੇਜ਼ ਹੋ ਚੁੱਕੇ ਨੇ, ਹੈ ਨਾ, ਜਿੰਨੇ ਦਿਨ ਵੀ ਕਿਸਾਨ ਧਰਨੇ ਤੇ ਬੈਠੇ ਨੇ, ਸਭ ਤੋਂ ਪਹਿਲਾਂ ਜਿੱਥੇ ਵੀ ਸੀਰੀਆ ਦੇ ਵਿੱਚ ਗੱਲ ਕੀਤੀ ਜਾਵੇ ਜਾਂ ਅਦਰ ਕੰਟਰੀਜ਼ ਦੇ ਵਿੱਚ, ਜਿੱਥੇ ਵੀ ਕਿਤੇ ਕਿਸੇ ਵੀ ਇਨਸਾਨ ਨੂੰ ਭੀੜ ਪੈਂਦੀ ਹੈ, ਉੱਥੇ ਕੱਲੀ ਇੱਕ ਐਸੀ ਆਰਗੇਨਾਈਜੇਸ਼ਨ ਹੈ ਜੋ ਖਾਲਸਾ ਏਡ। ਹਰ ਇੱਕ ਇਨਸਾਨ ਜਾ ਕੇ ਉਹ ਇਕੱਲੇ ਸਿੱਖ ਧਰਮ ਨਹੀਂ ਲਈ ਜਾਂ ਉਹ ਅਲੱਗ ਜੋ ਵੀ ਕਿਸੇ ਵੀ ਧਰਮ ਦਾ ਜਾਂ ਕਿਸੇ ਵੀ ਦੇਸ਼ ਦਾ, ਉੱਥੇ ਜਾ ਕੇ ਆਪਣੀ ਉਹ ਇਸ ਚੀਜ਼ ਨੂੰ ਅੱਗੇ ਜਾ ਕੇ ਸਹਾਰਾ ਲਾਉਂਦੇ ਆ। ਕਿਸੇ ਨੂੰ ਕਿਸੇ ਚੀਜ਼ ਦੀ ਵੀ ਜ਼ਰੂਰਤ ਹੋਵੇ, ਇਸ ਕੁੜਤੇ ਤੇ ਮੈਂ ਬੈਕ ਤੇ ਜਾਣਕਾਰੀ ਦੇਣ ਚਾਹੁੰਦਾ। ਭਗਤ ਸਿੰਘ ਦਾ ਲੋਗੋ ਦੇਖ ਸਕਦੇ ਹੋ, 23 ਮਾਰਚ ਨੂੰ ਇਹ ਰਨ ਕਰਾਇਆ ਗਿਆ ਟਿਕਰੀ ਬਾਰਡਰ ਤੇ, ਠੀਕ ਹੈ ਜੀ। ਇਹ ਉਹ ਤੇ ਇਹਦੇ ਵਿੱਚ ਥੱਲੇ ਵੀ ਤੁਸੀਂ ਦੇਖ ਸਕਦੇ ਹੋ ਵਰਲਡ ਨੰਬਰ 1 ਫ੍ਰੀ, ਜਿੱਦਾਂ ਕਿ ਕਿਸਾਨਾਂ ਵਾਸਤੇ ਉਹਨਾਂ ਨੇ ਫ੍ਰੀ ਮਾਲ, ਜਿੱਥੇ ਹੈ ਨਾ ਜੋ ਵੀ ਚੀਜ਼ ਉਹਨਾਂ ਨੂੰ ਡੇਲੀ ਬੇਸਿਕ ਨੀਡਸ ਦੇ ਵਿੱਚ, ਜਿੱਦਾਂ ਕਿ ਆਪਾਂ ਜੋ ਵੀ ਚੀਜ਼ਾਂ ਜ਼ਰੂਰਤ ਕਰਦੇ ਹੋ, ਫਸਟ ਏਡ ਵੀ ਉਹਨਾਂ ਨੇ ਪ੍ਰੋਵਾਈਡ ਕੀਤੀ, ਆਰਓ ਵਾਟਰ ਸਿਸਟਮ, ਉਹਦੇ ਨਾਲ ਹੀ ਸ਼ੈਲਟਰ ਹੋਮ ਵੀ ਬਣਵਾ ਕੇ ਦਿੱਤੇ, ਵੱਡੇ ਸ਼ੈੱਡ ਤੇ ਫਾਇਰ ਬ੍ਰਿਗੇਡ ਵਗੈਰਾ, ਜੋ ਵੀ ਚੀਜ਼ ਚਾਹੀਦੀ ਸੀ ਉਹ ਖਾਲਸਾ ਏਡ ਇੱਕ ਇਕੱਲੀ ਐਸੀ ਏਡ ਹੈ ਜੋ ਹਰ ਇੱਕ ਜਿੱਥੇ ਵੀ ਆਪਣੇ ਕਿਤੇ ਵੀ ਭੀੜ ਪੈਂਦੀ ਹੈ, ਕਿਸੇ ਵੀ ਕੰਟਰੀ ਜਾਂ ਕਿਸੇ ਵੀ ਦੇਸ਼, ਉਹ ਇਕੱਲੇ ਜਾ ਕੇ ਆਪਣੇ ਆਪਣੇ ਹੱਕਾਂ ਲਈ ਵੀ ਤੇ ਆਪਣੇ ਜਿੰਨਾ ਵੀ ਕਿਤੇ ਵੀ ਭੀੜ ਪੈਂਦੀ ਆ ਉੱਥੇ ਜਾ ਕੇ ਅੱਗੇ ਸਾਰਿਆਂ ਦੀ ਹੈਲਪ ਕਰਦੇ ਆ। ਸੋ ਸੈਕਿੰਡ ਕੁੜਤੇ ਬਾਰੇ ਜਾਣਕਾਰੀ ਦੇ ਸਕਦਾ ਮੈਂ। ਇੱਥੇ ਲਿਖਿਆ ਨੋ ਫਾਰਮਰ ਨੋ ਫੂਡ, ਜੇ ਖੇਤੀ ਨਹੀਂ ਤੇ ਅਸੀਂ ਵੀ ਨਹੀਂ। ਇਹਦੀ ਸਟਾਰਟਿੰਗ ਇਸ ਬੈਕ ਕੁੜਤੇ ਤੋਂ ਹੁੰਦੀ ਹੈ ਕਿ ਬਾਪੂ ਦੇਸ਼ ਲਈ ਅਨਾਜ ਪੈਦਾ ਕਰਦਾ ਹੈ, ਬਾਪੂ ਦੇਸ਼ ਲਈ ਅਨਾਜ ਪੈਦਾ ਕਰਦਾ ਹੈ, ਪੁੱਤ ਸਰਹੱਦਾਂ ਤੇ ਦੇਸ਼ ਦੀ ਰਾਖੀ ਕਰਦਾ ਹੈ। ਜਿੱਦਾਂ ਕਿ ਇੱਕ ਕਿਸਾਨ ਦਾ ਪੁੱਤਰ ਜੌਬ ਕਰਦਾ ਆਰਮੀ ਦੇ ਵਿੱਚ, ਕਿਉਂਕਿ ਫਾਦਰ ਸਾਹਿਬ ਇੱਥੇ ਦਿੱਲੀ ਬਾਰਡਰ ਤੇ ਬੈਠੇ ਧਰਨਾ ਦੇ ਰਹੇ ਤੇ ਪੁੱਤ ਵੀ ਕਿਸੇ ਬਾਰਡਰ ਦੇ ਉੱਤੇ ਆਪਣਾ ਤੈਨਾਤ ਖੜਾ ਹੈ ਨਾ। ਸੋ ਉਹ ਵੀ ਆਪਣੇ ਦੇਸ਼ ਦੇ ਹੱਕਾਂ ਲਈ ਲੜ ਰਿਹਾ, ਇੱਧਰੋਂ ਇਹ ਵੀ ਆਪਣੇ ਦੇਸ਼ ਦੇ ਹੱਕਾਂ ਲਈ ਲੜ ਰਿਹਾ, ਪਰ ਸੁਣਵਾਈ ਕਿਉਂ ਉਹਦਾ ਪਿਓ ਇੱਥੇ ਬੈਠਾ ਦਿੱਲੀ ਧਰਨੇ ਤੇ, ਉਹਦੀ ਸੁਣਵਾਈ ਕਿਉਂ ਨਹੀਂ ਹੋ ਰਹੀ? ਆ ਦੇਖ ਸਕਦੇ ਹੋ ਉਹਨਾਂ ਦੇ ਹੱਥ ਦੇ ਵਿੱਚ ਇੱਕ ਕਿਸਾਨੀ ਝੰਡਾ ਹੈ, ਸੋ ਪੁੱਤ ਦੇ ਹੱਥ ਦੇ ਵਿੱਚ ਇੱਕ ਰਫਲ ਹੈ ਨਾ, ਸੋ ਉਹ ਦਿੱਲੀ ਬਾਰਡਰ ਤੇ ਬੈਠਾ ਪਹਿਰਾ ਦੇ ਰਿਹਾ। ਸੋ ਮੂਹਰੇ ਇਸ ਕੁੜਤੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨੋ ਫਾਰਮਰ ਨੋ ਫੂਡ, ਜਿੱਦਾਂ ਲਿਖਿਆ, ਜੇ ਕਿਸਾਨ ਹੀ ਨਹੀਂ ਤਾਂ ਖੇਤੀ ਵੀ ਨਹੀਂ, ਹੈ ਨਾ ਖਾਣਾ। ਤੇ ਇੱਥੇ ਇੱਕ ਹਲ ਦੇ ਉੱਤੇ ਕਿਸਾਨ ਦੀ ਫੋਟੋ ਲਾਈ ਗਈ ਹੈ, ਜਿੱਦਾਂ ਕਿ ਅਨਾਜ ਪੈਦਾ ਕਰਦਾ, ਕਿ ਸਾਡੇ ਹਿੱਸਿਆਂ ਦੇ ਵਿੱਚ ਕੱਲੀਆਂ ਸਲਫਾਸ ਜਾਂ ਰੱਸੇ ਲਿਖਿਆ ਵੀ ਫਾਹੇ ਵੀ ਅਸੀਂ ਇਸ ਚੀਜ਼ ਨੂੰ ਖਾ ਕੇ ਮਰ ਜਾਈਏ, ਜਾਂ ਸਾਨੂੰ ਕੋਈ ਹੱਕ ਨਹੀਂ ਇਸ ਚੀਜ਼ ਦਾ ਵੀ ਅਸੀਂ ਆਪਦੀ ਆਵਾਜ਼ ਅੱਗੇ ਲੈ ਕੇ ਜਾਈਏ। ਜਿੱਦਾਂ ਕਿ ਕਿਸਾਨ ਕਿੱਦਾਂ ਖੇਤ ਦੇ ਵਿੱਚ ਅੰਨ ਪੈਦਾ ਕਰਦਾ, ਜਿੱਦਾਂ ਤੁਸੀਂ ਦੇਖ ਰਹੇ ਹੋ ਜੀਰੀ ਲਗਾ ਰਿਹਾ ਕਿਸੇ ਦਾ। ਤੇ ਇਹਨਾਂ ਨੇ ਸਾਡੇ ਨਾਲ ਕੀ ਕੀਤਾ, ਜਦੋਂ ਅਸੀਂ ਬਾਰਡਰ ਦੇ ਉੱਤੇ ਗਏ, ਇਹਨਾਂ ਨੇ ਸਾਡਾ ਸਵਾਗਤ ਕਿੱਲ ਲਾ ਕੇ ਜਾਂ ਬਾਰਡਰ ਦੇ ਕੰਡਿਆਲੀ ਤਾਰਾ ਲਾ ਕੇ ਸਾਡਾ ਸਵਾਗਤ ਕੀਤਾ। ਇਹ ਚੀਜ਼ ਲਈ ਅਸੀਂ ਬਹੁਤ ਜ਼ਿਆਦਾ ਸ਼ਰਮਿੰਦਾ, ਕਿਉਂਕਿ ਸਰਕਾਰਾਂ ਨੂੰ ਚਾਹੀਦਾ ਕਿ ਸਾਡੀ ਜੋ ਆਵਾਜ਼ ਹੈ, ਸਾਡੀ ਵੀ ਤੁਸੀਂ ਮੀਡੀਆ ਤੋਂ ਅੱਗੇ, ਜੋ ਕੁਝ ਮੀਡੀਆ ਚੁੱਪ ਬੈਠਾ ਸਾਡੀ ਗੱਲ ਨਹੀਂ ਸੁਣ ਰਹੇ, ਕੁਝ ਕੁ ਚੈਨਲ ਇੱਦਾਂ ਦੇ ਵੀ ਜਿਵੇਂ ਡੇਲੀ ਪੋਸਟ ਚੈਨਲ, BBC ਨਿਊਜ਼ ਚੈਨਲ, ਜੋ ਸਾਡੀ ਆਵਾਜ਼ ਪੂਰੇ ਆਵਾਮ ਤੱਕ ਪਹੁੰਚਾ ਰਹੇ ਹਨ, ਜਿੱਦਾਂ ਕਿ ਹਰ ਇੱਕ ਕਿਸਾਨਾਂ ਦੀ ਅਪਡੇਟ। ਕੁਝ ਲੋਕਾਂ ਨੂੰ ਲੱਗਿਆ ਕਿ ਕਿਸਾਨੀ ਅੰਦੋਲਨ ਦੱਬ ਚੁੱਕਿਆ ਹੈ, ਪਰ ਅਸੀਂ ਇਸ ਚੀਜ਼ ਨੂੰ ਦੱਬਣ ਨਹੀਂ ਦੇਣਾ, ਕਿਉਂਕਿ ਸਾਡੇ ਪਾਲ ਸਿੰਘ ਸਮਾਉ ਰਿਸਪੈਕਟਡ ਸਰ ਤੇ ਮੇਰਾ ਵੀਰ ਮਨਪ੍ਰੀਤ ਐਰਮਾ, ਜਿਨ੍ਹਾਂ ਦੀ ਮਿਹਨਤ ਸਦਕਾ ਇਹ ਕੁੜਤਿਆਂ ਨੂੰ ਐਸਾ ਡਿਜ਼ਾਈਨਿੰਗ ਰੂਪ ਦਿੱਤਾ ਜੋ ਪੂਰਾ 204 ਦਿਨਾਂ ਦਾ, ਅੱਜ ਪਲੱਸ ਦਿਨ ਹੋ ਗਏ 204 ਤੋਂ, ਸਾਰਾ ਜੋ ਹਾਲ ਹੈ ਉਸ ਕੁੜਤਿਆਂ ਦੇ ਉੱਤੇ ਉਹਨਾਂ ਨੇ ਬਿਆਨ ਕਰਤਾ ਕਿ ਸਾਡੇ ਕੋਲ ਸ਼ਬਦ ਨਹੀਂ ਸੀ ਉਸ ਬਾਈ ਲਈ ਕਹਿਣ ਲਈ। ਸਾਡੇ ਜਦੋਂ ਫਸਟ ਟਾਈਮ ਬਾਈ ਨੇ ਕੁੜਤੇ ਸਾਨੂੰ ਦਿਖਾ ਕੇ ਐਲੈਬੋਰੇਟ ਕਰ ਰਹੇ ਸੀ, ਸਾਡੀਆਂ ਅੱਖਾਂ 'ਚੋਂ ਹੰਝੂ ਵਗ ਰਹੇ ਸੀ, ਅਸੀਂ ਆਪ ਦੇਖ ਰਹੇ ਸੀ ਵੀ ਇੰਨੀ ਮਿਹਨਤ ਕਰਕੇ ਇੱਕ ਵੀਕ ਦੇ ਵਿੱਚ ਜੇ ਬਾਈ ਇਹ ਕਰ ਸਕਦਾ, ਜੇ ਬਾਈ ਨੂੰ ਮੰਥ ਦੇ ਦਈਏ ਤਾਂ ਬਾਈ ਕੁਝ ਵੀ ਕਰ ਸਕਦਾ। ਸੋ ਇਹ ਉਸ ਚੀਜ਼ ਦਾ ਬਿਆਨ ਹੈ। ਸੋ ਤੀਜਾ ਕੁੜਤਾ ਦੇਖ ਰਹੇ ਸਾਡੀਆਂ ਮਾਵਾਂ ਸਾਡਾ ਜੋਸ਼, ਜੋ ਮਾਵਾਂ ਸਾਡੀਆਂ ਬਾਰਡਰ ਦੇ ਉੱਤੇ ਬੈਠੀਆਂ, ਜਿਨ੍ਹਾਂ ਦੇ ਹੱਥ 'ਚ ਕਿਸਾਨੀ ਮੋਰਚੇ ਝੰਡੇ ਆ, ਹੈ ਨਾ, ਇਹ ਮਾਵਾਂ ਦੇ ਹੱਕ ਵਿੱਚ ਇਹ ਕੁੜਤਾ ਬਣਾਇਆ ਗਿਆ ਕਿ ਮਾਂ ਆਪਦਾ ਘਰ-ਬਾਰ ਦਾ ਕੰਮ ਵੀ ਦੇਖਦੀ ਆ। ਉਹ ਬਾਰਡਰ ਤੇ ਵੀ ਬੈਠੀ ਹੈ,
ਉਹ ਹਰ ਇੱਕ ਦੁੱਖ ਸੁੱਖ ਦੇ ਵਿੱਚ ਮਾਂ ਇੱਕ ਐਸੀ ਚੀਜ਼ ਹੈ ਜੋ ਹਰ ਇੱਕ ਨਾਲ ਖੜਦੀ ਹੈ। ਸੋ ਇਹਦੇ ਬੈਕ ਕੁੜਤੇ ਤੇ ਦੇਖੋਗੇ ਤੁਸੀਂ, ਜਿਨ੍ਹਾਂ ਦੀ ਚੋਗ ਬਾਕੀ ਆ ਉਹ ਪਰਲੋ ਵੀ ਹੰਢਾ ਲੈਂਦੇ ਨੇ, ਜਿਨ੍ਹਾਂ ਦੀ ਚੋਗ ਬਾਕੀ ਆ ਉਹ ਪਰਲੋ ਵੀ ਹੰਢਾ ਲੈਂਦੇ ਨੇ, ਮੇਰੇ ਸਾਜਨ ਜੀ ਰਾਖੇ ਨੇ ਮੈਨੂੰ ਹਰ ਥਾਂ ਬਚਾ ਲੈਂਦੇ ਨੇ। ਇਹਦੇ ਵਿੱਚ ਦੋ ਚੀਜ਼ਾਂ ਦਿਖਾਈਆਂ ਗਈਆਂ, ਇੱਕ ਤਾਂ ਜਿੱਦਾਂ ਕਿ ਕਿਸਾਨ ਆਪਣੇ ਆਰਾਮ ਨਾਲ ਸੁੱਤਾ ਪਿਆ ਕਿ ਉਹ ਆਪਣੇ ਪਿੱਛੇ ਫਸਲ ਵੱਢਣ ਗਿਆ, ਲੋਕਾਂ ਨੂੰ ਲੱਗ ਰਿਹਾ ਕਿ ਇਹ ਅੰਦੋਲਨ ਦਬ ਚੁੱਕਿਆ ਕਿ ਹੁਣ ਵਾਪਸ ਨਹੀਂ ਆਊਗਾ, ਜਿੱਦਾਂ ਕਿ ਕਰੋਨਾ ਦੀ ਆੜ ਲੈ ਕੇ ਕਿਸਾਨਾਂ ਦਾ ਇਹ ਧਰਨਾ ਚੁਕਾਉਣ ਨੂੰ ਫਿਰਦੇ ਆ। ਪਰ ਅਸੀਂ ਇਸ ਚੀਜ਼ ਨੂੰ ਦਬਨ ਨਹੀਂ ਦੇਵਾਂਗੇ, ਕਿਉਂਕਿ ਅਸੀਂ ਜਿੱਤ ਕੇ ਜਾਣਾ ਤੇ ਜਿੱਤ ਕੇ ਹੀ ਜਾਵਾਂਗੇ। ਜਿੱਦਾਂ ਕਿ ਕਣਕ ਪਿੱਛੇ ਆ ਕਿ ਉਹ ਵਾਢੀ ਵੱਢਣ ਲਈ ਪਿੱਛੇ ਚਲਾ ਗਿਆ, ਵੀ ਵਾਪਸ ਹੁਣ ਵੀ ਇਕੱਠ ਘਟ ਚੁੱਕਿਆ, ਪਰ ਨਹੀਂ, ਕੁਝ ਕੁ ਲੋਕ ਇਸ ਨਾਲ ਦੁਬਾਰਾ ਜੁੜ ਰਹੇ, ਵਾਪਸ ਪਿੰਡਾਂ 'ਚੋਂ ਟਰਾਲੀਆਂ ਭਰ ਭਰ ਕੇ ਆ ਰਹੀਆਂ। ਇਹ ਤੇਗ ਦੇਖ ਸਕਦੇ ਹੋ ਤੇ ਇਹ ਰਵਾਬ ਦੇਖ ਸਕਦੇ ਹੋ। ਬਾਬੇ ਨਾਨਕ ਨੇ ਮਰਦਾਨਾ ਜੀ ਨੂੰ ਰਵਾਬ ਦਿੱਤੀ ਸੀ। ਜੇ ਅਸੀਂ ਰਵਾਬ ਵਜਾਉਣਾ ਜਾਣਦੇ ਆ ਨਾ ਤਾਂ ਅਸੀਂ ਤੇਗ ਵੀ ਚਲਾਉਣਾ ਚਾਹੁੰਦੇ ਹਾਂ। ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਜਿਨ੍ਹਾਂ ਨੇ ਸਾਨੂੰ ਦੋ ਤਲਵਾਰਾਂ ਧਾਰਨ ਕੀਤੀਆਂ ਸੀ, ਕਿਹਾ ਇੱਕ ਮੀਰੀ ਦੀ ਤੇ ਇੱਕ ਪੀਰੀ ਦੀ। ਜੇ ਤੁਸੀਂ ਰਵਾਬ ਵਜਾਉਣਾ ਜਾਣਦੇ ਤਾਂ ਅਸੀਂ ਜ਼ੁਲਮ ਨੂੰ ਰੋਕਣ ਵਾਸਤੇ ਉਹਨਾਂ ਨੇ ਇੱਕ ਤਲਵਾਰ ਦੂਜੀ ਵੀ ਦਿੱਤੀ ਸੀ ਕਿ ਉਸ ਨੂੰ ਠੱਲ ਪਾ ਸਕਦੇ ਆ ਕਿ ਜੋ ਦੁਸ਼ਮਣਾਂ ਦਾ ਨਾਸ਼ ਕਰਕੇ। ਸੋ ਇਹ ਕੁੜਤਾ ਉਸ ਬਾਰੇ ਐਲੈਬੋਰੇਟ ਕਰ ਰਿਹਾ ਕਿ ਜੋ ਵੀ ਮੇਰੇ ਵੀਰ ਮਨਪ੍ਰੀਤ ਨੇ ਇਹਨਾਂ ਉੱਤੇ ਚਿੱਤਰਿਆ। ਜੀ ਗੁਰਜੀਤ, ਮੈਂ ਚਾਹਾਂਗੀ ਕਿ ਇਸ ਕੁੜਤੇ ਬਾਰੇ ਤੁਸੀਂ ਜ਼ਰੂਰ ਇੱਕ ਵਾਰੀ ਜਾਣਕਾਰੀ ਦੇ ਦਿਓ। ਸਤਿ ਸ਼੍ਰੀ ਅਕਾਲ ਜੀ। ਜੀ ਇਸ ਕੁੜਤੇ ਤੇ ਜਦੋਂ ਅਸੀਂ ਪੰਜਾਬੋਂ ਤੁਰੇ ਤਾਂ ਹਰਿਆਣਾ ਗਵਰਨਮੈਂਟ ਨੇ ਸਾਡੇ ਰਸਤੇ 'ਚ ਬਹੁਤ ਹੀ ਟੋਏ ਪੁੱਟਣ ਦੀ ਕੋਸ਼ਿਸ਼ ਕਰੀ, ਪਰ ਅਸੀਂ ਦਵੇ ਨਹੀਂ। ਅਸੀਂ ਉਹਨਾਂ ਟੋਇਆਂ ਨੂੰ ਲੰਘਦੇ ਹੋਏ ਅੱਗੇ ਦਿੱਲੀ ਦੀਆਂ ਬਰੂਹਾਂ ਤੇ ਪਹੁੰਚੇ ਤੇ ਅੰਦੋਲਨ ਨੂੰ ਜਾਰੀ ਰੱਖਿਆ। ਇਸ ਕੁੜਤੇ ਦੇ ਪਿੱਛੇ ਕਹਿੰਦਾ, ਉਹ ਪਾਣੀ ਦੀਆਂ ਵਿਛਾੜਾਂ ਤੋਂ ਹੋਵਣ ਕਿਵੇਂ ਉਦਾਸ, ਉਹ ਪਾਣੀ ਦੀਆਂ ਵਿਛਾੜਾਂ ਤੋਂ ਹੋਵਣ ਕਿਵੇਂ ਉਦਾਸ, ਅੰਗ ਸੰਗ ਜਿਨ੍ਹਾਂ ਦੇ ਵਿਚਰਦਾ ਠੰਡੇ ਬੁਰਜ ਦਾ ਇਤਿਹਾਸ। ਬਿਲਕੁਲ। ਕਿਉਂਕਿ ਆਪਾਂ ਠੰਡੇ ਬੁਰਜ ਤੁਸੀਂ ਦੇਖਿਆ ਕਿ ਮਾਤਾ ਗੁਜਰੀ ਜੀ ਨੇ ਕਿਵੇਂ ਬੱਚਿਆਂ ਲਈ ਬੈਠੇ ਸੀਗੇ, ਤੇ ਉਹਨਾਂ ਗਵਰਨਮੈਂਟ ਨੇ ਸਾਨੂੰ ਪਾਣੀ ਦੀਆਂ ਵਿਛਾੜਾਂ ਨਾਲ ਰੋਕਣ ਦੀ ਪੂਰੀ ਕੋਸ਼ਿਸ਼ ਕਰੀ, ਪਰ ਅਸੀਂ ਫਿਰ ਵੀ ਨਹੀਂ ਰੁਕੇ। ਸੋ ਸਾਡੇ ਨਾਲ ਇਹ ਇਤਿਹਾਸ ਪਹਿਲਾਂ ਤੋਂ ਹੀ ਤੁਰਦਾ ਆ ਰਿਹਾ ਕਿ ਅਸੀਂ ਜ਼ੁਲਮ ਨਹੀਂ ਸਹਿੰਦੇ, ਅਸੀਂ ਜ਼ੁਲਮ ਦੇ ਖਿਲਾਫ ਡਟ ਕੇ ਖੜ੍ਹ ਦਿਆਂਗੇ। ਸੋ ਅਸੀਂ ਇਹ ਅੰਦੋਲਨ ਬਹੁਤ ਛੇਤੀ ਜਿੱਤ ਕੇ ਆਵਾਂਗੇ। ਤੇ ਇਸ ਕੁੜਤੇ ਲਈ ਇੱਕ ਆ ਜਿਹੜੀ ਚਿੱਤਰਨ ਕਰਿਆ ਹੋਏਗਾ, ਇਸ ਲਈ ਮੈਂ ਮਨਪ੍ਰੀਤ ਐਰਮਾ ਜੀ ਦਾ ਤੇ ਪਾਲ ਸਿੰਘ ਸਮਾਉ ਜੀ ਦਾ ਬਹੁਤ ਦਿਲੋਂ ਤਹਿ ਸ਼ੁਕਰਗੁਜ਼ਾਰ ਹਾਂ ਕਿ ਇਹ ਚਿੱਤਰਨ ਜਿਹੜੇ ਨੇਗੇ ਇਹ ਸਾਡੇ ਹੌਸਲੇ ਦੀ ਇੱਕ ਬੁਲੰਦ ਆਵਾਜ਼ ਨੇ ਤੇ ਸਰਕਾਰਾਂ ਦੇ ਮੂੰਹ ਤੇ ਚਪੇੜ ਨੇ ਕਿ ਸਰਕਾਰਾਂ ਦੀ ਨਲਾਇਕੀ ਹੈ ਜੋ ਸਾਨੂੰ ਅੱਜ ਇਹ ਕੁੜਤਿਆਂ ਤੇ ਚਿੱਤਰਨ ਕਰਕੇ ਲੋਕਾਂ ਨੂੰ ਦਿਖਾਉਣਾ ਪੈ ਰਿਹਾ ਹੈਗਾ ਤੇ ਜਾਗਰੂਕ ਕਰਨਾ ਪੈ ਰਿਹਾ ਹੈਗਾ। ਇਸ ਲਈ ਮੈਂ ਚੰਦ ਬੋਲੀ ਕਹਾਂਗਾ ਕਿ ਕਹਿੰਦਾ, ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ, ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ, ਉਹ ਅੱਜ ਫੇਰ ਸਾਨੂੰ ਲਲਕਾਰਦੇ ਨੇ, ਉਹ ਆਵਾਜ਼ਾਂ ਵਾਲੇ ਆਵਾਜ਼ ਨੂੰ ਭੇਜ ਮੁੜ ਕੇ ਤਿੱਤਰ ਫੇਰ ਉਡਾਰੀਆਂ ਮਾਰਦੇ ਨੇ। ਧੰਨਵਾਦ ਜੀ ਡੇਲੀ ਪੋਸਟ ਦਾ, ਜੋ ਉਹਨਾਂ ਨੇ ਸਾਨੂੰ ਲੋਕਾਂ ਦੇ ਰੂਬਰੂ ਕਰਿਆ। ਤੇ ਅਸੀਂ ਲੋਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਦੁਬਾਰੇ ਹੁਣ ਆਪਣੇ ਕੰਮਕਾਜ ਜਿਹੜੇ ਨੇਗੇ ਉਹ ਖਤਮ ਹੋ ਚੁੱਕੇ ਨੇਗੇ, ਤੇ ਆਪਾਂ ਜਾ ਕੇ ਉਹ ਦਿੱਲੀ ਬਾਰਡਰ ਤੇ ਦੁਬਾਰੇ ਫਿਰ ਉਸੇ ਤਰ੍ਹਾਂ ਡਟੀਏ ਤੇ ਸਰਕਾਰਾਂ ਨੂੰ ਦਿਖਾ ਦਈਏ ਕਿ ਅਸੀਂ ਪੰਜਾਬੀ ਹਾਂ, ਅਸੀਂ ਦਮਨ ਵਾਲੇ ਨਹੀਂ। ਜੀ ਬਿਲਕੁਲ ਜੀ, ਇਹ ਤਸਵੀਰ ਉਹੀ ਹੈ ਜਦੋਂ ਬਾਪੂ ਜੀ ਜਾ ਰਹੇ ਸਨ ਤੇ ਇੱਕ ਪੁਲਿਸ ਵਾਲਾ ਉਹਨਾਂ ਨੂੰ ਡੰਡਾ ਮਾਰਨ ਦੀ ਕੋਸ਼ਿਸ਼ ਕਰੇ। ਇਹ ਵੀਡੀਓ ਬਹੁਤ ਵਾਇਰਲ ਹੋਈ ਸੀ ਔਰ ਰਵੀ ਸਿੰਘ ਖਾਲਸਾ ਹੋਣਾ ਦਾ ਜੋ ਚਿੱਤਰ ਬਣਾਇਆ ਗਿਆ ਇੱਕ ਵਾਰ ਜ਼ਰੂਰ ਦਿਖਾਵਾਂਗੇ। ਸੋ ਮੈਨੂੰ ਸਪੈਸ਼ਲੀ ਅਸੀਂ ਅੱਜ ਉਹਨਾਂ ਦੀ ਸੋਚ ਨੂੰ, ਉਹਨਾਂ ਦੇ ਕੰਮ ਨੂੰ ਅਸੀਂ ਹਮੇਸ਼ਾ ਸਲਾਮ ਕਰਦੇ ਹਾਂ। ਡੇਲੀ ਪੋਸਟ ਪੰਜਾਬੀ ਦੀ ਟੀਮ ਵੀ ਹਮੇਸ਼ਾ ਸਲਾਮ ਕਰਦੀ ਹੈ ਰਵੀ ਸਿੰਘ ਖਾਲਸਾ ਹੋਣਾ ਨੂੰ, ਜਿਨ੍ਹਾਂ ਦੇ ਵੱਲੋਂ ਬਹੁਤ ਵੱਡੀ ਜਿਹੜੀ ਹੈ ਸੇਵਾ ਜਿਹੜੀ ਇਸ ਵੇਲੇ ਨਿਭਾਈ ਜਾ ਰਹੀ ਹੈ। ਲਾਲ ਕਿਲ੍ਹਾ ਕਦੇ ਅਸੀਂ ਭੁੱਲ ਹੀ ਨਹੀਂ ਪਾਵਾਂਗੇ ਜੋ 26 ਜਨਵਰੀ ਨੂੰ ਹੋਇਆ ਸੀ ਔਰ ਅੱਜ ਵੀ ਉਹ ਪੀੜ ਅਸੀਂ ਹੰਢਾ ਰਹੇ ਹਾਂ। ਬਹੁਤ ਸਾਰੇ ਜਿਹੜੇ ਕਿਸਾਨ ਸੀ ਉਹਨਾਂ ਤੇ ਜਿਹੜਾ ਸੀ ਮੁਕੱਦਮਾ ਦਰਜ ਹੋਇਆ ਸੀ, ਜੇਲ੍ਹ ਵੀ ਜਾਣਾ ਪਿਆ ਸੀ ਤੇ ਹਾਲੇ ਵੀ ਜਿਹੜਾ ਆ ਇਹ ਸੰਘਰਸ਼ ਜਾਰੀ ਹੈ। ਸੋ ਪਾਲ ਜੀ, ਮੈਂ ਜ਼ਰੂਰ ਕਵਾਂਗੀ ਕਿਉਂਕਿ ਅਸੀਂ ਤੁਹਾਡਾ ਹਰ ਰੰਗ ਦੇਖਦੇ ਆਏ ਹਾਂ, ਬੋਲੀਆਂ ਦੇ ਰਾਹੀਂ ਤੁਸੀਂ ਹਮੇਸ਼ਾ ਜਿਹੜਾ ਵਿਅੰਗ ਵੀ ਕੱਸਦੇ ਆਏ ਹੋ, ਚਾਹੇ ਤੁਸੀਂ ਤੀਆਂ ਦੇ ਵੇਲੇ ਇੱਕ ਬੜੇ ਸੋਹਣੀ ਰੌਣਕ ਵੀ ਲਗਾ ਦਿੰਦੇ ਹੋ, ਪਰ ਜਦੋਂ ਜਿਵੇਂ ਸਮਾਂ ਬੀਤਦਾ ਜਾਂਦਾ ਤੁਹਾਡੀਆਂ ਬੋਲੀਆਂ ਦੇ ਵਿੱਚ ਉਹ ਚੀਜ਼ਾਂ ਵੀ ਆਉਂਦੀਆਂ ਜਾਂਦੀਆਂ ਨੇ। ਕੁਝ ਤਿਆਰ ਕੀਤਾ ਤਾਂ ਮੈਂ ਚਾਹੁੰਦੀ ਕਿ ਤੁਸੀਂ ਜ਼ਰੂਰ ਸੁਣਾਓ। ਬਿਲਕੁਲ ਜੀ, ਕਿਉਂਕਿ ਜਦੋਂ ਵੀ ਬੜੇ ਹਰ ਸਦੀ ਵਾਰ ਲੰਬੇ ਸਮੇਂ ਬਾਅਦ ਕੋਈ ਨਾ ਕੋਈ ਬਹੁਤ ਵੱਡਾ ਪਰਿਵਰਤਨ ਆਉਂਦਾ, ਸਾਡਾ ਇਤਿਹਾਸ ਬਦਲਦਾ, ਇਤਿਹਾਸ ਬਣਦਾ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਇਸ ਕਿਸਾਨ ਅੰਦੋਲਨ ਨੇ ਬੜਾ ਕੁਝ ਤਬਦੀਲ ਕੀਤਾ, ਬੜਾ ਕੁਝ ਸਿੱਖਣ ਨੂੰ ਮਿਲਿਆ। ਸਭ ਤੋਂ ਪਹਿਲਾਂ ਦੇਖੋ, ਇਸ ਅੰਦੋਲਨ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਜਗਾਇਆ, ਸਾਡੇ ਨੌਜਵਾਨਾਂ ਦੇ ਜ਼ਮੀਰ ਨੂੰ ਜਗਾਇਆ। ਉਹਨਾਂ ਨੂੰ ਪਤਾ ਲੱਗਿਆ ਵੀ ਸਾਡਾ ਇਤਿਹਾਸ ਕੀ ਹੈ, ਬਾਬਾ ਬਘੇਲ ਸਿੰਘ ਹੋਰਾਂ ਬਾਰੇ ਪਤਾ ਲੱਗਿਆ, ਸਾਡੇ ਇਤਿਹਾਸ ਬਾਰੇ ਪਤਾ ਲੱਗਿਆ। ਇਸ ਅੰਦੋਲਨ ਨੇ ਬਹੁਤ ਵੱਡਾ ਯੋਗਦਾਨ ਇਹਨਾਂ ਗੱਲਾਂ ਦੇ ਵਿੱਚ ਪਾਇਆ।
ਦੂਸਰੀ ਗੱਲ, ਸਭ ਤੋਂ ਵੱਡਾ ਅਸਰ ਹੈ ਜਿਹੜਾ, ਸਭ ਤੋਂ ਵੱਡਾ ਪਰਿਵਰਤਨ ਹੈ ਜਿਹੜਾ ਸਾਡਾ ਲੋਕ ਗਾਇਕੀ ਦੇ ਵਿੱਚ ਆਇਆ। ਅਕਸਰ ਕਿਹਾ ਜਾਂਦਾ ਸੀ, ਚੰਗੇ ਲੇਖਕ ਵੀ ਇਹ ਸੋਚਦੇ ਸੀ, ਗਾਇਕ ਵੀ ਸੋਚਦੇ ਸੀਗੇ ਵੀ ਲੋਕ ਚੰਗੀਆਂ ਚੀਜ਼ਾਂ ਪਸੰਦ ਨਹੀਂ ਕਰਦੇ, ਜਾਂ ਲੇਖਕ ਲਿਖਦੇ ਸੀ ਜਦੋਂ ਵੀ ਚੰਗੀਆਂ ਚੀਜ਼ਾਂ ਨਾ ਲਿਖੇ ਜਿਹੜੀ ਜਨਤਾ ਗੀ ਉਹ ਪਸੰਦ ਨਹੀਂ ਕਰਦੀ। ਪਰ ਇਸ ਅੰਦੋਲਨ ਨੇ ਬਿਲਕੁਲ ਇਸ ਚੀਜ਼ ਦੇ ਵਿੱਚ ਤਬਦੀਲੀ ਲੈ ਜਾਂਦੀ। ਦੇਖੋ ਜਦੋਂ ਦਾ ਕਿਸਾਨ ਅੰਦੋਲਨ ਚੱਲਿਆ 5-6 ਮਹੀਨਿਆਂ ਦੇ ਵਿੱਚੋਂ ਲਗਾਤਾਰ ਲੋਕ ਨੇ ਜਿਹੜੇ, ਜਦੋਂ ਕਿਸਾਨੀ ਗੀਤ ਆ ਗਏ, ਕਿਸਾਨੀ ਬੋਲੀਆਂ ਆ ਗਈਆਂ, ਉਹਦੇ ਵਿੱਚ ਉਹਨਾਂ ਨੂੰ ਪਿਆਰ ਦਿੱਤਾ। ਹੁਣ ਹੋਰ ਕੋਈ ਗਾਣਾ ਚੱਲਦੇ ਨਹੀਂ, ਕੋਈ ਗੀਤ ਹੀ ਨਹੀਂ ਚੱਲਦਾ। ਕਿਸਾਨੀ ਅੰਦੋਲਨ ਦੇ ਵਿੱਚ ਜਿੰਨੇ ਵੀ ਗੀਤ ਆਏ ਨੇ, ਬੋਲੀਆਂ ਆਈਆਂ ਨੇ, ਲੋਕਾਂ ਨੇ ਖਿੜੇ ਮੱਥੇ ਉਹਨੂੰ ਪਿਆਰ ਦਿੱਤਾ। ਇਸੇ ਤਰ੍ਹਾਂ ਹੀ ਸਾਡੀ ਟੀਮ ਜਿੱਥੇ ਹੀ ਪਰਫਾਰਮ ਕਰਨ ਜਾਂਦੀ ਹੈ, ਲਗਾਤਾਰ ਸ਼ੋਅ ਸਾਡੇ ਚੱਲ ਰਹੇ ਨੇ, ਤਾਂ ਉੱਥੇ ਵੀ ਸਾਡੇ ਕੋਲੋਂ ਕਿਸਾਨੀ ਬੋਲੀਆਂ, ਕਿਸਾਨੀ ਅੰਦੋਲਨ ਨਾਲ ਸੰਬੰਧਿਤ, ਮੋਦੀ ਨੂੰ ਲਾਹਨਤਾਂ ਬੋਲੀਆਂ ਨੂੰ ਅਕਸਰ ਬਹੁਤ ਸਾਰਾ ਪਿਆਰ ਦਿੱਤਾ। ਇਸ ਅੰਦੋਲਨ ਦੇ ਵਿੱਚ ਸਭ ਤੋਂ ਪਹਿਲਾਂ ਸਾਡੀਆਂ ਬੋਲੀਆਂ ਹੀ ਵਾਇਰਲ ਹੋਈਆਂ ਸੀਗੀਆਂ। ਉਸ ਤੋਂ ਬਾਅਦ ਇਹ ਅੱਗੇ ਸਿਸਟਮ ਚੱਲਦਾ ਰਿਹਾ। ਸੋ ਬਹੁਤ ਸਾਰੀਆਂ ਬੋਲੀਆਂ ਨੇਗੀਆਂ ਜਿਹੜੀਆਂ ਅਸੀਂ ਪਹਿਲਾਂ ਇਹਨਾਂ ਕੁੜਤਿਆਂ ਰਾਹੀਂ ਇਸ ਅੰਦੋਲਨ ਦਾ ਸਾਥ ਦਿੱਤਾ ਜਾਂ ਪੂਰਾ ਅਸੀਂ ਦ੍ਰਿਸ਼ ਦਿਖਾਇਆ। ਹੁਣ ਆਪਣੀਆਂ ਬੋਲੀਆਂ ਦੇ ਰਾਹੀਂ ਉਹ ਵਿਅੰਗਣ ਹੈ ਜਿਹੜੀਆਂ ਸਰਕਾਰ ਦੇ ਉੱਤੇ ਅਸੀਂ ਜ਼ਰੂਰ ਕੱਸਾਂਗੇ। ਨਾਗ ਲਾੜੀ ਜੇ ਮੋਦੀਆ ਤੇਰੇ ਹੱਕ ਸਾਡੇ ਲੈ ਗਿਆ ਖੋ ਕੇ, ਨਾਗ ਲਾੜੀ ਜੇ ਮੋਦੀਆ ਤੇਰੇ ਹੱਕ ਸਾਡੇ ਲੈ ਗਿਆ ਖੋ ਕੇ, ਨਾਗ ਲਾੜੀ ਜੇ ਮੋਦੀਆ ਤੇਰੇ ਹੱਕ ਸਾਡੇ ਲੈ ਗਿਆ ਖੋ ਕੇ, ਨਾਗ ਲਾੜੀ ਜੇ ਮੋਦੀਆ ਤੇਰੇ ਸੜਕਾਂ ਤੇ ਮਾਪੇ ਰੋਲਦੇ, ਨਾਗ ਲਾੜੀ ਜੇ ਮੋਦੀਆ ਤੇਰੇ ਸੜਕਾਂ ਤੇ ਮਾਪੇ ਰੋਲਦੇ, ਨਾਗ ਲਾੜੀ ਜੇ ਮੋਦੀਆ ਤੇਰੇ ਸੜਕਾਂ ਤੇ ਮਾਪੇ ਰੋਲਦੇ। ਉਹ ਬਹੁਤੀ ਗੱਲ ਵਧਾਣਾ ਸੈਂਟਰ ਇੱਥੇ ਹੀ ਡੱਕਾ ਲਾ ਦੇ ਨੀ, ਜੇ ਸਾਡੇ ਤੂੰ ਹੱਕ ਨਹੀਂ ਮੋੜਨੇ, ਉਹ ਜੇ ਸਾਡੇ ਤੂੰ ਹੱਕ ਨਹੀਂ ਮੋੜਨੇ, ਅਸਾਂ ਨਹੀਂ ਤੇਰੀ ਮੰਨਣੀ ਤੇਰੀ ਜੱਟਾਂ ਨੇ, ਮੋਦੀਆ ਸੰਗੀ ਨੱਪਣੀ 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 ਤੇਰੀ ਜੱਟਾਂ ਨੇ। ਉਹ 20 ਰੁਪਈਆਂ ਤੋਂ ਗੱਲ ਚੱਲੀ ਸੀ, ਅੱਜ ਜੱਗ ਜਲਦੀ ਆਵੇ ਬਈ, ਜੇ ਕਿਧਰੇ ਹੈ ਆ ਜੇ ਕਰੋਪੀ, ਉਹ ਜੇ ਕਿਧਰੇ ਹੈ ਆ ਜੇ ਕਰੋਪੀ, ਸਿੱਖ ਹੀ ਮੂਰੇ ਖੜ ਜਾਵੇ ਬਈ, ਠੱਗ ਇਹਨਾਂ ਤੋਂ ਹਿਸਾਬ ਆ ਪੁੱਛ ਦੋ, ਕਿੱਥੋਂ ਪੈਸਾ ਲਿਆਉਂਦੇ ਖਾਲਸਾ ਏਡ ਵਾਲੇ, ਹਰ ਥਾਂ ਲੰਗਰ ਲਾਉਂਦੇ ਖਾਲਸਾ ਏਡ ਵਾਲੇ, ਹਰ ਥਾਂ ਲੰਗਰ ਲਾਉਂਦੇ ਖਾਲਸਾ ਏਡ ਵਾਲੇ। ਉਹ ਜੱਟਾਂ ਦੇਵਤ ਦਿੱਲੀ ਆ ਗਏ, ਜੱਟਾਂ ਦੇਵਤ ਦਿੱਲੀ ਆ ਗਏ, ਲੈ ਕੇ ਦਾਣਾ ਪਾਣੀ ਚੱਕ ਲੋ ਮੋਦੀ ਨੂੰ, ਕਰ ਦੋ ਖਤਮ ਕਹਾਣੀ 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 ਚੱਕ ਲੋ ਮੋਦੀ ਨੂੰ। ਉਹ ਦਿੱਲੀ ਜਾਈਏ ਤਾਂ ਜਾਈਏ ਟਿਕਰੀ ਬਾਰਡਰ ਆਣ ਕੇ, ਦਿੱਲੀ ਜਾਈਏ ਤਾਂ ਜਾਈਏ ਟਿਕਰੀ ਬਾਰਡਰ ਆਣ ਕੇ, ਦਿੱਲੀ ਜਾਈਏ ਤਾਂ ਜਾਈਏ ਸਿੰਘੂ ਬਾਰਡਰ ਆਣ ਕੇ, ਉਹ ਦਿੱਲੀ ਜਾਈਏ ਤਾਂ ਜਾਈਏ ਟਿਕਰੀ ਬਾਰਡਰ ਆਣ ਕੇ, ਚੱਕ ਲੋ ਮੋਦੀ ਨੂੰ ਕਿਸਾਨੀ ਨਾਰਾ ਮਾਰ 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 ਕੇ। ਉਹ ਸਾਰੇ ਤਾਂ ਸੂਬੇ ਹੋਣੇ ਵਸ ਵਿੱਚ ਕਰ ਲੈ, ਸਾਰੇ ਤਾਂ ਸੂਬੇ ਹੋਣੇ ਵਸ ਵਿੱਚ ਕਰ ਲੈ, ਸਾਰੇ ਤਾਂ ਸੂਬੇ ਹੋਣੇ ਵਸ ਵਿੱਚ ਕਰ ਲੈ, ਸਾਰੇ ਤਾਂ ਸੂਬੇ ਹੋਣੇ ਵਸ ਵਿੱਚ ਕਰ ਲੈ। ਕੱਲਾ ਰਹਿ ਗਿਆ ਪੰਜਾਬ ਵਸੋਂ ਬਾਹਰ ਹਾਣੀਓ, ਜਿੱਥੇ ਬਣੀ ਨਾ ਮੋਦੀ ਦੀ ਸਰਕਾਰ ਹਾਣੀਓ, ਜਿੱਥੇ ਬਣੀ ਨਾ ਮੋਦੀ ਦੀ ਸਰਕਾਰ ਹਾਣੀਓ, ਉਹ ਜਿੱਥੇ ਬਣੀ ਨਾ ਮੋਦੀ ਦੀ ਸਰਕਾਰ ਹਾਣੀਓ, ਜਿੱਥੇ ਬਣੀ ਨਾ ਮੋਦੀ ਦੀ ਸਰਕਾਰ ਹਾਣੀਓ। ਉਹ ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰਦਾ, ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰਦਾ, ਓਏ ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰਦਾ, ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰਦਾ। ਬੋਲੋ ਵੀਰੋ ਵੇ ਬਾਪੂ ਕੱਲਾ ਨਾਰੇ ਮਾਰਦਾ, ਬੋਲੋ ਵੀਰੋ ਵੇ ਬਾਪੂ ਕੱਲਾ ਨਾਰੇ ਮਾਰਦਾ, ਬੋਲੋ ਵੀਰੋ ਵੇ ਬਾਪੂ ਕੱਲਾ ਨਾਰੇ ਮਾਰਦਾ, ਬੋਲੋ ਵੀਰੋ ਵੇ ਬਾਪੂ ਕੱਲਾ ਨਾਰੇ ਮਾਰਦਾ। ਈਰਖੇ ਨੀ ਹੱਕ ਲੈਣੇ ਮੋਦੀ ਦੀ ਹਿੱਕ, ਚੀਰ ਕੇ ਨੀ ਹੱਕ ਲੈਣੇ ਮੋਦੀ ਦੀ ਹਿੱਕ, ਈਰਖੇ ਨੀ ਹੱਕ ਲੈਣੇ ਮੋਦੀ ਦੀ ਹਿੱਕ, ਈਰਖੇ ਨੀ ਹੱਕ ਲੈਣੇ ਮੋਦੀ ਦੀ ਹਿੱਕ, ਈਰਖੇ ਨੀ ਹੱਕ ਲੈਣੇ ਮੋਦੀ ਦੀ ਹਿੱਕ। ਐਮਸਾ ਮੋਦੀ ਨੂੰ ਸਮਝਾ ਲਾ ਲੱਛਣ ਮਾੜੇ ਕਰਦਾਗਾ, ਐਮਸਾ ਮੋਦੀ ਨੂੰ ਸਮਝਾ ਲਾ ਲੱਛਣ ਮਾੜੇ ਕਰਦਾ ਆ, ਜੋਗੀਆ ਮੋਦੀ ਨੂੰ ਸਮਝਾ ਲਾ ਲੱਛਣ ਮਾੜੇ ਕਰਦਾਗਾ, ਜੋਗੀਆ ਮੋਦੀ ਨੂੰ ਸਮਝਾ ਲਾ ਲੱਛਣ ਮਾੜੇ ਕਰਦਾ ਆ। ਪੰਗਾ ਲੈ ਪੰਜਾਬੀਆਂ ਨਾਲ ਹੁਣ ਕੋ ਅੰਦਰ ਵੜਦਾਗਾ, ਉਹ ਪੰਗਾ ਲੈ ਪੰਜਾਬੀਆਂ ਨਾਲ ਹੁਣ ਕੋ ਅੰਦਰ ਵੜਦਾ ਆ, ਪੰਗਾ ਲੈ ਪੰਜਾਬੀਆਂ ਨਾਲ ਹੁਣ ਕੋ ਅੰਦਰ ਵੜਦਾਗਾ, ਪੰਗਾ ਲੈ ਪੰਜਾਬੀਆਂ ਨਾਲ ਹੁਣ ਕੋ ਅੰਦਰ ਵੜਦਾਗਾ। ਉਹ
ਸ਼ੀਸ਼ਾ ਯਾਰ ਦੇਖ ਲੈ ਸ਼ੀਸ਼ਾ ਪਾਰ ਦੇਖ ਲੈ ਸ਼ੀਸ਼ਾ ਯਾਰ ਦੇਖ ਲੈ ਸ਼ੀਸ਼ਾ ਪਾਰ ਦੇਖ ਲੈ ਓਏ ਸ਼ੀਸ਼ਾ ਯਾਰ ਦੇਖ ਲੈ ਸ਼ੀਸ਼ਾ ਪਾਰ ਦੇਖ ਲੈ ਸ਼ੀਸ਼ਾ ਯਾਰ ਦੇਖ ਲੈ ਸ਼ੀਸ਼ਾ ਪਾਰ ਦੇਖ ਲੈ ਓਏ ਤੈਥੋਂ ਰਾਜ ਨਹੀਂ ਹੁੰਦਾ ਮੋਦੀ ਚਾਹ ਵੇਚ ਲੈ ਇੱਥੋਂ ਰਾਜ ਨਹੀਂ ਹੁੰਦਾ ਮੋਦੀ ਚਾਹ ਵੇਚ ਲੈ ਇੱਥੋਂ ਰਾਜ ਨਹੀਂ ਹੁੰਦਾ ਮੋਦੀ ਚਾਹ ਵੇਚ ਲੈ ਇੱਥੋਂ ਰਾਜ ਨਹੀਂ ਹੁੰਦਾ ਮੋਦੀ ਚਾਹ ਵੇਚ ਲੈ ਓਏ ਪੱਗ ਦੀ ਰਾਵੀ ਦੇ ਵਿੱਚ ਸੱਟੇ ਆਈ ਨਾਲਾ ਪੱਗ ਦੀ ਰਾਵੀ ਦੇ ਵਿੱਚ ਸਿੱਟੇ ਆਈ ਨਾਲ ਓਏ ਪੱਗ ਦੀ ਰਾਵੀ ਦੇ ਵਿੱਚ ਸੱਟੇ ਆਈ ਨਾਲਾ ਪੱਗ ਦੀ ਰਾਵੀ ਦੇ ਵਿੱਚ ਸਿੱਟੇ ਆਈ ਨਾਲ ਓਏ ਕਰ ਦੋ ਪੰਜਾਬੀ ਓ ਮੋਦੀ ਦਾ ਮੂੰਹ ਕਾਲਾ ਸਾਰੇ ਤੋਂ ਪੰਜਾਬੀ ਓ ਮੋਦੀ ਦਾ ਮੂੰਹ ਕਾਲਾ ਓਏ ਕਰ ਦੋ ਪੰਜਾਬੀ ਓ ਮੋਦੀ ਦਾ ਮੂੰਹ ਕਾਲਾ ਸਾਰੇ ਤੋਂ ਪੰਜਾਬੀ ਓ ਮੋਦੀ ਦਾ ਮੂੰਹ ਕਾਲਾ ਬੱਲੇ ਬੱਲੇ ਬਈ ਦਿੱਲੀ ਨਵਾਂ ਪਿੰਡ ਵਸਿਆ ਸ਼ਾਵਾ ਸ਼ਾਵਾ ਵੀ ਦਿੱਲੀ ਨਵਾਂ ਪਿੰਡ ਵਸਿਆ ਓ ਬੱਲੇ ਬੱਲੇ ਬਈ ਦਿੱਲੀ ਨਵਾਂ ਪਿੰਡ ਵਸਿਆ ਸ਼ਾਵਾ ਸ਼ਾਵਾ ਵੀ ਦਿੱਲੀ ਨਵਾਂ ਪਿੰਡ ਵਸਿਆ ਓ ਤੂੰ ਹੀ ਸੇਕ ਦੇ ਖੁੰਡਿਆਂ ਵਾਲੇ ਦਿੱਲੀ ਨਵਾਂ ਪਿੰਡ ਵਸਿਆ ਤੂੰ ਹੀ ਸੇਕ ਦੇ ਖੁੰਡਿਆਂ ਵਾਲੇ ਦਿੱਲੀ ਨਵਾਂ ਪਿੰਡ ਵਸਿਆ ਓ ਤੂੰ ਹੀ ਸੇਕ ਦੇ ਖੁੰਡਿਆਂ ਵਾਲੇ ਦਿੱਲੀ ਨਵਾਂ ਪਿੰਡ ਵਸਿਆ ਓ ਬੱਲੇ ਬੱਲੇ ਬਈ ਜਿੱਤ ਕੇ ਜ਼ਰੂਰ ਆਵਾਂਗੇ ਸ਼ਾਵਾ ਸ਼ਾਵਾ ਵੀ ਜਿੱਤ ਕੇ ਜ਼ਰੂਰ ਆਵਾਂਗੇ ਓ ਬੱਲੇ ਬੱਲੇ ਬਈ ਜਿੱਤ ਕੇ ਜ਼ਰੂਰ ਆਵਾਂਗੇ ਸ਼ਾਵਾ ਸ਼ਾਵਾ ਵੀ ਜਿੱਤ ਕੇ ਜ਼ਰੂਰ ਆਵਾਂਗੇ ਓ ਡਾਡਾ ਸਤਿਗੁਰ ਆਪ ਜਿਤਾਵੇ ਜਿੱਤ ਕੇ ਜ਼ਰੂਰ ਆਵਾਂਗੇ ਓ ਡਾਡਾ ਸਤਿਗੁਰ ਆਪ ਜਿਤਾਵੇ ਜਿੱਤ ਕੇ ਜ਼ਰੂਰ ਆਵਾਂਗੇ ਓ ਡਾਡਾ ਸਤਿਗੁਰ ਆਪ ਜਿਤਾਵੇ ਜਿੱਤ ਕੇ ਜ਼ਰੂਰ ਆਵਾਂਗੇ ਸੋ ਪਹਿਲਾਂ ਅਸੀਂ ਬੇਨਤੀ ਕਰਦੇ ਹਾਂ ਨਾ ਅਸੀਂ ਵਿਅੰਗ ਕਸਤਾ ਸਾਰੇ ਨੌਜਵਾਨਾਂ ਨੂੰ ਕਲਾਕਾਰ ਸਾਥੀਆਂ ਨੂੰ ਕਿ ਆਓ ਆਪਣਾ ਬਿਲਕੁਲ ਲਾਸਟ ਪੜਾਗਾ ਆਪਾਂ ਸਾਰੇ ਦਿੱਲੀ ਵੱਲ ਬਤੀਰਾ ਕਰੀਏ ਤਾਂ ਕਿ ਇਹਨਾਂ ਦੇ ਕਲੀਨ ਆਪਰੇਸ਼ਨ ਜਿਹੜਾ ਆਪਾਂ ਉਹਨੂੰ ਫੇਲ ਕਰ ਸਕੀਏ ਵੱਡੀ ਗਿਣਤੀ ਦੇ ਵਿੱਚ ਸਾਨੂੰ ਉੱਥੇ ਪਹੁੰਚਣ ਦੀ ਲੋੜ ਆ ਕਿਉਂਕਿ ਕਰੋਨਾ ਦਾ ਬਹਾਨਾ ਲਾ ਕੇ ਇਹਨਾਂ ਨੇ ਕਾਲੇ ਤਿੰਨੇ ਕਾਨੂੰਨ ਪਾਸ ਕਰੇ ਸੀ ਹੁਣ ਫਿਰ ਲੋਕਡਾਊਨ ਦਾ ਬਹਾਨੇ ਦੀ ਆੜ ਦੇ ਵਿੱਚ ਸਾਡਾ ਅੰਦੋਲਨ ਖਿਲਾਰਨਾ ਚਾਹੁੰਦੇ ਨੇ ਸੋ ਸਾਰੇ ਨੌਜਵਾਨਾਂ ਨੂੰ ਮੇਰੀਆਂ ਮਾਤਾਵਾਂ ਨੂੰ ਭੈਣਾਂ ਨੂੰ ਵੀਰਾਂ ਨੂੰ ਬੇਨਤੀ ਹੈ ਕਿ ਆਓ ਆਪਾਂ ਇਹ ਅੰਦੋਲਨ ਕਿਸੇ ਵੀ ਹਾਲਤ ਹਾਰਨ ਨਹੀਂ ਦੇਣਾ ਆਪਾਂ ਵੱਡਾ ਬਤੀਰਾ ਕੱਤ ਕੇ ਵੱਡੇ ਕਾਫਲਿਆਂ ਦੇ ਨਾਲ ਆਓ ਆਪਾਂ ਦਿੱਲੀ ਵੱਲ ਕੂਚ ਕਰੀਏ ਉਹਨਾਂ ਬਾਰਡਰਾਂ ਦੇ ਉੱਤੇ ਫਿਰ ਡੇਰੇ ਲਾਈਏ ਤਾਂ ਕਿ ਅਸੀਂ ਹੁਣ ਫਸਲਾਂ ਵੀ ਆਪਣੀਆਂ ਸਾਂਭ ਲਈਆਂ ਥੋੜੀਆਂ ਬਚਤੀਆਂ ਰਹਿ ਗਈਆਂ ਉਹ ਸਾਂਭ ਲਾਂਗੇ ਪਿੱਛੋਂ ਸੋ ਸਾਰਿਆਂ ਨੂੰ ਬੇਨਤੀ ਹੈ ਆਪਾਂ ਇਹ ਅੰਦੋਲਨ ਹਾਰਨ ਨਹੀਂ ਦੇਣਾ ਆਪਾਂ ਦਿੱਲੀ ਵੱਲ ਚੱਲਦੇ ਹਾਂ ਸੋ ਮੈਂ ਨਾਰਿਆਂ ਨਾਲ ਉਸ ਅੰਦੋਲਨ ਦੀ ਸਪੋਰਟ ਕਰਾਂਗਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਕਾਲੇ ਕਾਨੂੰਨ ਵਾਪਸ ਲਓ ਵਾਪਸ ਲਓ ਵਾਪਸ ਲਓ ਬੋਲੇ ਸੋ ਨਿਹਾਲ ਸ੍ਰੀ ਅਕਾਲ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਸੋ ਬਿਲਕੁਲ ਜੀ ਇੱਕ ਆਖਰੀ ਸਵਾਲ ਮੈਂ ਕਰਨਾ ਚਾਹਾਂਗੀ ਕਿ ਮੈਨੂੰ ਲੱਗਦਾ ਕਿ ਦੇਸ਼ ਦਾ ਪਹਿਲੇ ਪ੍ਰਧਾਨ ਮੰਤਰੀ ਹੋਣਗੇ ਜਿਨ੍ਹਾਂ ਨੇ ਹਾਲ ਤੱਕ ਜਿਹੜੀ ਜਨਤਾ ਨੂੰ ਸੜਕਾਂ ਤੇ ਲਿਆ ਕੇ ਰੱਖ ਦਿੱਤਾ ਹੈ ਗੱਲ ਨਹੀਂ ਮੰਨ ਰਿਹਾ ਕੀ ਲੱਗਦਾ ਹੈ ਕਿ ਮੋਦੀ ਸਾਹਿਬ ਦਾ ਕੋਈ ਹੰਕਾਰ ਹੈ ਜਾਂ ਕਿਸ ਗੱਲੋਂ ਜਿਹੜਾ ਆ ਉਹ ਹੀ ਜਿਤਾਉਣਾ ਚਾਹੁੰਦੇ ਨੇ ਕਿ ਜਿਹੜੇ ਦੇਸ਼ ਦਾ ਢਿੱਡ ਭਰਦੇ ਨੇ ਉਹ ਸੜਕਾਂ ਤੇ ਬਿਠਾ ਦਿੱਤੇ ਨੇ ਇਹ ਪਾਗਲ ਬੈਠੇ ਹੋਏ ਨੇ ਬਿਲਕੁਲ ਜੀ ਦੇਖੋ ਕਹਿੰਦੇ ਹੁੰਦੇ ਨੇ ਵੀ ਇੱਕ ਦਿਨ ਹੰਕਾਰ ਦਾ ਮੂੰਹ ਕਾਲਾ ਹੁੰਦਾਗਾ ਜਦੋਂ ਕਿਸੇ ਦੇ ਮਾੜੇ ਦਿਨ ਆਉਂਦੇ ਨੇ ਨਾ ਤਾਂ ਇਹ ਜਿਹੀਆਂ ਹਰਕਤਾਂ ਕਰਦਾ ਜਦੋਂ ਵੀ ਮਾੜੇ ਦਿਨ ਆਉਂਦੇ ਨੇ ਕਿਸੇ ਚੀਜ਼ ਦਾ ਅੰਤ ਹੁੰਦਾ ਉਸ ਵਾਹਿਗੁਰੂ ਨੇ ਹਰ ਇੱਕ ਚੀਜ਼ ਦਾ ਅੰਤ ਬਣਾਇਆ ਜੋ ਇਸ ਦੁਨੀਆ ਤੇ ਬਣਿਆ ਉਹਨੇ ਇੱਕ ਦਿਨ ਢਹਿਣਾਗਾ ਕਿਸੇ ਟਾਈਮ ਇਹ ਦੇਖੋ ਲਹਿਰ ਹੁੰਦੀ ਸੀ ਮੋਦੀ ਲਹਿਰ ਹਰ ਹਰ ਮੋਦੀ ਘਰ ਘਰ ਮੋਦੀ ਐਦਾਂ ਦੇ ਨਾਅਰੇ ਲੱਗਦੇ ਸੀ ਮੈਨੂੰ ਲੱਗਦਾ ਇਹ ਇੱਕ ਇਹੋ ਜਿਹਾ ਦੁਨੀਆ ਦਾ ਪਹਿਲਾ ਪ੍ਰਧਾਨ ਮੰਤਰੀ ਹੈ ਜਿਹਨੂੰ ਦੁਨੀਆ ਨੇ ਇੰਨੀ ਜ਼ਿਆਦਾ ਨਫ਼ਰਤ ਖਾਸ ਕਰਕੇ ਪੰਜਾਬੀਆਂ ਨੇ ਜਾਂ ਉਹ ਅੰਨ ਉਗਾਉਣ ਵਾਲੇ ਉਹ ਸੂਬਿਆਂ ਨੇ ਜਿਹਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਹੋਰ ਬਹੁਤ ਸਾਰੇ ਸੂਬੇ ਨੇ ਜਿਹੜੇ ਨੇ ਇੰਨੀ ਮਿਹਨਤ ਕਰਦੇ ਨੇ ਅੰਨ ਉਗਾਉਂਦੇ ਨੇ ਉਹਨਾਂ ਦੇ ਵਿੱਚ ਬਹੁਤ ਵੱਡਾ ਇੱਕ ਇਹ ਮਜ਼ਾਕ ਦਾ ਤੇ ਨਫ਼ਰਤ ਦਾ ਪਾਤਰ ਬਣ ਗਿਆ ਬਣਨਾ ਵੀ ਚਾਹੀਦਾ ਦੇਖੋ ਲਾਹਨਤ ਤਾਂ ਇਹਨਾਂ ਨੂੰ ਇਸ ਗੱਲ ਦੀ ਹੈ ਵੀ ਜਦੋਂ ਕਿਸਾਨਾਂ ਨੂੰ ਇਹ ਕਾਨੂੰਨ ਮਨਜ਼ੂਰ ਹੀ ਨਹੀਂ ਇਹ ਬਿੱਲ ਮਨਜ਼ੂਰ ਹੀ ਨਹੀਂ ਜ਼ਬਰਦਸਤੀ ਉਹਨਾਂ ਦੇ ਉੱਤੇ ਕਿਉਂ ਥੋਪੇ ਜਾਂਦੇ ਨੇ ਕਿਸਾਨਾਂ ਨੂੰ ਪਤਾਗਾ ਦੇਖੋ ਜਿਹੜੇ ਸਾਡੇ ਖੁੰਡਿਆਂ ਵਾਲੇ ਬਾਬੇ ਬੈਠੇ ਨੇ ਉੱਥੇ ਜਿਨ੍ਹਾਂ ਦਾ ਤਜਰਬਾ ਹੈਗਾ ਉਹਨਾਂ ਨੂੰ ਪਤਾ ਵੀ ਖੇਤੀ ਕਿਵੇਂ ਕਰੀਂਦੇ ਖੇਤੀ ਦੇ ਕੀ ਲਾਭ ਨੇ ਤਾਂ ਉਹ ਐਵੇਂ ਪਾਗਲ ਤਾਂ ਹੈ ਨਹੀਂ ਵੀ ਉੱਥੇ ਨੇ ਲੰਬੇ ਸਮੇਂ ਤੋਂ ਡੇਰੇ ਲਾਈ ਬੈਠੇ ਨੇ 350 ਤੋਂ ਵੱਧ ਕਿਸਾਨ ਨੇ ਜਿਹੜੇ ਸ਼ਹੀਦ ਹੋ ਚੁੱਕੇ ਨੇ
ਨੇ, ਕਿੰਨਾ ਮਾਵਾਂ ਨੇ ਆਪਣੇ ਪੁੱਤ ਕੁਰਬਾਨ ਕੀਤੇ ਨੇ। ਉਹ ਪਾਗਲ ਤਾਂ ਹੈ ਨਹੀਂਗੇ ਜਿਹੜੇ ਲੱਖਾਂ ਦੀ ਤਾਦਾਦ ਦੇ ਵਿੱਚ ਦਿੱਲੀ ਦੇ ਵਿੱਚ ਬੈਠੇ ਨੇ। ਤਾਂ ਮੈਨੂੰ ਲੱਗਦਾ ਇਸ ਨਿਕੰਮੇ ਪ੍ਰਧਾਨ ਮੰਤਰੀ ਨੂੰ, ਇਸ ਜਿਹਨੂੰ ਦੁਨੀਆ ਲਾਹਨਤਾਂ ਪਾਉਂਦੀ ਨੇ, ਅਜੇ ਵੀ ਡੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਿਆ। ਕਹਿੰਦੇ ਨੇ ਸਵੇਰ ਦਾ ਗਿਆ ਸ਼ਾਮ ਨੂੰ ਘਰ ਆ ਜੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਹੁੰਦੇ। ਮੈਂ ਅੱਜ ਵੀ ਕਹਿੰਦੇ ਹਜੇ ਵੀ ਕੁਝ ਨਹੀਂ ਹੋਇਆ। ਮੋਦੀ ਸਾਹਿਬ ਨੂੰ ਇਸ ਪੰਜਾਬੀਆਂ ਦੀ, ਇਹਨਾਂ ਕਿਸਾਨਾਂ ਦੀ, ਨਗਾਉਣ ਵਾਲੇ ਉਹਨਾਂ ਲੋਕਾਂ ਦੀ ਆਵਾਜ਼ ਨੂੰ ਧਿਆਨ ਨਾਲ ਸੁਣਨਾ ਚਾਹੀਦਾ। ਸੁਣ ਕੇ ਕਾਲੇ ਕਾਨੂੰਨ ਨੇ ਜਿਹੜੇ ਇਹ ਵਾਪਸ ਕਰਨੇ ਚਾਹੀਦੇ ਨੇ। ਕਰੋਨਾ ਦਾ ਲਾਕਡਾਊਨ ਦਾ ਜਿਹੜਾ ਡਰਾਮਾ ਹੈ ਬੰਦ ਕਰਨਾ ਚਾਹੀਦਾ ਕਿ ਸਭ ਤੋਂ ਵੱਡਾ ਜਿਹੜਾ ਕਰੋਨਾ ਗਾ ਉਹ ਕਾਲੇ ਕਾਨੂੰਨਾਂ ਦੇ ਵਿੱਚ ਹੀ ਪਿਆ। ਜਿੰਨਾ ਵੀ ਇਹ ਸਿਸਟਮ ਖਰਾਬ ਹੋ ਰਿਹਾ ਸਾਰੇ ਕਾਲੇ ਕਾਨੂੰਨਾਂ ਕਰਕੇ ਹੋ ਰਿਹਾ ਗਾ। ਦੁਨੀਆ ਭਟਕ ਰਹੀ ਹੈ, ਦੁਨੀਆ ਦੇ ਵਿੱਚ ਪਤਾ ਨਹੀਂ ਕੀ ਹੋ ਰਿਹਾ, ਸਮਝ ਨਹੀਂ ਆ ਰਹੀ ਹੈਗੀ ਵੀ ਇਹ ਦੇਸ਼ ਦਾ ਕਲਿਆਣ ਕਰਨ ਦੀ ਬਜਾਏ ਦੇਸ਼ ਨੂੰ ਬਰਬਾਦੀ ਵੱਲ ਲਿਜਾ ਰਹੇ ਨੇ। 7 ਸਾਲ ਹੋ ਗਏ ਇਹਨਾਂ ਨੂੰ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਵੀ ਰਹੇ ਨੇ, ਉਹਨਾਂ ਨੇ ਦੇਖੋ ਕਿੰਨਾ ਵਧੀਆ ਪਿਆਰ ਬਣਾ ਕਰਕੇ, ਹੋਰ ਬਹੁਤ ਸਾਰੇ ਪ੍ਰਧਾਨ ਮੰਤਰੀ ਆਏ ਨੇ। ਮੈਨੂੰ ਲੱਗਦਾ ਸਭ ਤੋਂ ਦੁਨੀਆ ਦਾ ਸਭ ਤੋਂ ਨਿਕੰਮਾ ਤੇ ਬੇਕਾਰ ਪ੍ਰਧਾਨ ਮੰਤਰੀ ਜਿਹਨੂੰ ਇੰਨੀਆਂ ਲਾਹਨਤਾਂ ਪੈਂਦੀਆਂ ਨੇ। ਹੈਰਾਨਗੀ ਤੇ ਇਸ ਗੱਲ ਦੀ ਵੀ ਉਹਦੇ ਕੰਨੀ ਜੂ ਨਹੀਂ ਸਰਕ ਰਹੀ। ਬਿਲਕੁਲ ਵੀ ਉਹਨੂੰ ਅਹਿਸਾਸ ਨਹੀਂ ਹੋ ਰਿਹਾ ਵੀ ਦਿੱਲੀ ਬਾਰਡਰ ਦੇ ਵਿੱਚ ਦੇਖੋ ਜਿਹੜੇ ਤਾਂ 300 ਤੋਂ ਵੱਧ ਲੋਕ ਸ਼ਹੀਦ ਹੋ ਗਏ, ਉਹਨਾਂ ਦਾ ਦਰਦ ਤਾਂ ਉਹਨੂੰ ਹੋਇਆ ਨਹੀਂ। ਕਿੰਨੀਆਂ ਸ਼ਹਾਦਤਾਂ ਉੱਥੇ ਹੋ ਰਹੀਆਂ ਨੇ, ਕਿੰਨਾ ਜ਼ੁਲਮ ਉਹਨਾਂ ਦੇ ਉੱਤੇ ਹੋ ਰਿਹਾ। ਜੋ 80 ਸਾਲ ਦੀਆਂ ਮਾਤਾਵਾਂ ਨੇ ਜਿਹੜੀਆਂ ਉਹ ਪੋਹ ਮਾਘ ਦੀਆਂ ਰਾਤਾਂ ਦੇ ਵਿੱਚ, ਠੰਡੀਆਂ ਰਾਤਾਂ ਦੇ ਵਿੱਚ ਦਿੱਲੀ ਦੇ ਬਾਰਡਰਾਂ ਤੇ ਠਹਿਰ ਰਹੀਆਂ ਨੇ, ਉਹਦਾ ਦਰਦ ਨਹੀਂ ਉਹਨੂੰ ਹੋਇਆ। ਲਾਲ ਕਿਲੇ ਦੇ ਉੱਤੇ ਜਦੋਂ ਝੰਡਾ ਲਹਿਰਾਇਆ ਗਿਆ, ਤਿਰੰਗੇ ਦਾ ਕੁਝ ਵੀ ਨਹੀਂ ਹੋਇਆ, ਉੱਥੇ ਮੂੰਹ ਬਣਾ ਕੇ ਬਹਿ ਗਿਆ, ਕਹਿੰਦਾ ਮੈਨੂੰ ਬਹੁਤ ਵੱਡਾ ਦੁੱਖ ਹੈ ਵੀ ਤਿਰੰਗੇ ਦਾ ਅਪਮਾਨ ਹੋਇਆ। ਉਹ ਜਿਹੜਾ ਕਿ ਇੱਕ ਡਰਾਮਾ ਸੀ ਉਹਦਾ ਤਾਂ ਬਹੁਤ ਵੱਡਾ ਦੁੱਖ ਹੋਇਆ। ਪਰ ਕਿੰਨੀਆਂ ਮਾਵਾਂ ਦੇ ਜਿਹੜੇ ਨੌਜਵਾਨ ਪੁੱਤ ਤੁਰ ਗਏ, ਜਿਹੜੀਆਂ ਮਾਵਾਂ ਦੇ ਜਾਂ ਬੱਚਿਆਂ ਦੇ ਮਾਂ-ਬਾਪ ਤੁਰ ਗਏ, ਉਹਨਾਂ ਦਾ ਦਰਦ ਇਸ ਨਿਕੰਮੇ ਆਦਮੀ ਨੂੰ ਨਹੀਂ ਹੋਇਆ। ਤਾਂ ਮੈਨੂੰ ਲੱਗਦਾ ਇਹਦਾ ਹੰਕਾਰ ਇੱਕ ਦਿਨ ਜ਼ਰੂਰ ਟੁੱਟੂਗਾ, ਟੁੱਟਣ ਵਾਲਾ ਜਾਂ ਟੁੱਟਿਆ ਹੀ ਪਿਆਗਾ, ਬਸ ਐਲਾਨ ਹੋਣਾ ਬਾਕੀ ਹੈ ਕਿ ਲੋਕਾਂ ਦੇ ਹੌਸਲੇ ਬਹੁਤ ਬੁਲੰਦ ਨੇ, ਸਾਰੇ ਵਰਗ ਸਾਰੇ ਧਾਰਮਿਕ ਝੰਡੇ ਥੱਲੇ ਨੇ। ਤਾਂ ਇਹ ਜਿਹੜਾ ਅੰਦੋਲਨ ਆ ਇਹ ਜਲਦ ਫਤਿਹ ਹੋਵੇਗਾ ਜੀ। ਬਿਲਕੁਲ ਮਨਪ੍ਰੀਤ, ਅਸੀਂ ਸਪੈਸ਼ਲ ਤੁਹਾਡਾ ਸ਼ੁਕਰੀਆ ਅਦਾ ਕਰਾਂਗੇ ਕਿ ਤੁਸੀਂ ਇਸ ਚੀਜ਼ ਨੂੰ ਸਦਾ ਲਈ ਇੱਕ ਜਿਉਂਦਾ ਕਰ ਦਿੱਤਾ ਹੈ। ਇਹ ਕਦੇ ਭੁੱਲਣਯੋਗ ਨਹੀਂ, ਕਿਉਂਕਿ ਸਾਡੇ ਇਹ ਹਿੱਸੇ ਚਾਹੇ ਤਾਂ ਸਾਡੇ ਚੇਤਿਆਂ 'ਚ ਰਹੂਗਾ ਹਮੇਸ਼ਾ, ਪਰ ਇਹ ਜੋ ਕੁੜਤਿਆਂ ਤੇ ਉਕੇਰ ਦਿੱਤਾ ਨਾ, ਇੱਕ ਸਦਾ ਦੀ ਯਾਦ ਜਿਹੜੀ ਹੈ ਇਹ ਵੀ ਸਾਡੇ ਚੈਨਲ ਦੇ ਮਾਧਿਅਮ ਲੋਕਾਂ ਦੇ ਫਿਰ ਤੋਂ ਦਿਮਾਗ 'ਚ ਫਿਰ ਤੋਂ ਚੇਤਾ ਹੋਏਗੀ ਔਰ ਲੋਕ ਕਹਿਣਗੇ ਕਿ ਵਾਕਿਆ ਹੁਣ ਫਿਰ ਤੋਂ ਵਹੀਰਾ ਕੱਤੀਏ ਔਰ ਦਿੱਲੀ ਵੱਲ ਚੱਲੀਏ। ਸਭ ਤੋਂ ਪਹਿਲਾਂ ਤਾਂ ਧੰਨਵਾਦ ਜੀ ਡੇਲੀ ਪੋਸਟ ਨਿਊਜ਼ ਦਾ, ਕਿਉਂਕਿ ਇੱਕ ਕੋਸ਼ਿਸ਼ ਹੈ, ਕਿਉਂਕਿ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ। ਸੋਸ਼ਲ ਮੀਡੀਆ ਤੁਹਾਡਾ ਐਡਾ ਵੱਡਾ ਚੈਨਲ ਹੈ, ਪਤਾ ਨਹੀਂ ਕਿੰਨੇ ਲੱਖ ਲੋਕਾਂ ਨੇ ਇਹ ਚੀਜ਼ ਦੇਖਣੀ ਹੈ। ਤੇ ਜਦੋਂ ਲੋਕ ਦੇਖਣਗੇ, ਜੇ ਇੱਕ ਵੀ ਬੰਦੇ ਦੀ ਜ਼ਮੀਰ ਜਾਗ ਗਈ, ਤੇ ਮੈਨੂੰ ਲੱਗਦਾ ਹੈ ਕਿ ਮੇਰਾ ਕੰਮ ਕੀਤਾ ਸਫਲ ਹੋ ਗਿਆ। ਤੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮੈਂ ਇਹੀ ਕਹੂੰਗਾ ਕਿ ਦਿੱਲੀ ਬਾਰਡਰ ਤੇ ਜਾਓ, ਉੱਥੇ ਬਹੁਤ ਲੋੜ ਹੈ। ਕਿਉਂਕਿ ਜੇ ਇਹ ਅੰਦੋਲਨ ਹੈ, ਵੈਸੇ ਤਾਂ ਅਸੀਂ ਜਿੱਤੇ ਹੀ ਪਏ ਹਾਂ, ਕਿਉਂਕਿ ਸਰਕਾਰ ਚਾਹੁੰਦੀ ਹੈ। ਦੇਖੋ ਹੁਣ ਜਿੱਦਾਂ ਕੱਲ੍ਹ ਦੀ ਨਿਊਜ਼ ਹੈ ਕਿ ਆਕਸੀਜਨ ਖਤਮ ਹੋ ਗਈ, ਇਹ ਹੈ ਉਹ ਹੈ, ਉਹਨਾਂ ਨੂੰ ਇਹ ਹੈ ਕਿ ਕਿਸਾਨ ਉੱਠ ਕੇ ਚਲੇ ਜਾਣ, ਪਰ ਇਹ ਕਦੇ ਹੋ ਨਹੀਂ ਸਕਦਾ। ਕਿਉਂਕਿ ਜੇ ਉੱਥੋਂ ਮੁੜਨਗੀਆਂ ਜਾਂ ਜਿੱਤ ਕੇ ਮੁੜਾਂਗੇ ਜਾਂ ਸਾਡੀਆਂ ਲਾਸ਼ਾਂ ਮੁੜਨਗੀਆਂ। ਕਿਉਂਕਿ ਤੁਸੀਂ ਆਪ ਦੇਖੋ ਸਾਰਾ ਨੌਜਵਾਨ ਬਾਹਰ ਜਾ ਰਿਹਾ, ਇੱਥੇ ਬੇਰੁਜ਼ਗਾਰੀ ਇੰਨੀ ਹੈ। ਮੈਂ ਖੁਦ ਇੱਕ ਆਰਟਿਸਟ ਹਾਂ, ਕਿਉਂਕਿ ਜੋ ਮੈਨੂੰ ਦਿਖਦਾ ਹੈ, ਮੇਰੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਦੀ ਕਲਾ ਰਾਹੀਂ, ਜੋ ਪ੍ਰਮਾਤਮਾ ਨੇ ਮੈਨੂੰ ਟੈਲੈਂਟ ਦਿੱਤਾ ਹੈ, ਉਹਦੇ ਰਾਹੀਂ ਮੈਂ ਲੋਕਾਂ ਨੂੰ ਦਿਖਾਵਾਂ। ਤੇ ਆਉਣ ਵਾਲਾ ਜੋ ਕਨਸੈਪਟ ਹੈ, ਜੇ ਅੰਦੋਲਨ ਦੇ ਵਿੱਚ ਅਸੀਂ ਦੁਬਾਰੇ ਗਏ, ਇਹਦਾ ਇੱਕ ਨਵਾਂ ਰੂਪ ਹੈ ਜੋ ਸਰ ਨਾਲ ਉਸ ਚੀਜ਼ ਦੀ ਸਾਡੀ ਚਰਚਾ ਚੱਲ ਰਹੀ ਹੈ। ਇਹਨੂੰ ਅਸੀਂ 3D ਦੇ ਵਿੱਚ ਲੈ ਕੇ ਆਉਣਾ। ਜਿੱਦਾਂ ਤੁਸੀਂ ਜੋਕਾਂ ਵਾਲਾ ਇੱਕ ਕੁੜਤਾ ਦੇਖਿਆ, ਉਹਦੇ ਉੱਪਰ 3D ਹੈ। ਇਹ 11 ਦੀ 11 ਕਨਸੈਪਟ ਇਹ ਸਾਰੇ 3D ਦੇ ਵਿੱਚ ਹੋਣਗੇ। ਜੋ ਸਾਡੇ ਤੇ ਜ਼ੁਲਮ ਹੋਇਆ, ਕਿੱਦਾਂ ਸਾਡਾ ਇਹ ਗੌਰਮੈਂਟ ਖੂਨ ਚੂਸਦੀ ਹੈ, ਉਹਦੇ ਵਿੱਚ ਅਸੀਂ ਦਿਖਾਵਾਂਗੇ। ਪ੍ਰਮਾਤਮਾ ਕਰੇ ਕਿ ਅਸੀਂ ਉਹ ਕਨਸੈਪਟ ਬਣਾਉਣ ਦੇ ਵਿੱਚ ਵੀ ਸਫਲ ਹੋਈਏ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਪਾਲ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ ਮੈਂ ਤੁਹਾਡੇ ਇਸ ਚੈਨਲ ਦੇ ਰਾਹੀਂ ਬੇਨਤੀ ਕਰਦਾਂਗਾ ਸਾਰਿਆਂ ਨੂੰ, ਹੈ ਨਾ, ਵੀ ਹੁਣ ਤੁਸੀਂ ਇਹ ਨਾ ਸੋਚੋ, ਬਹੁਤੇ ਸੋਚ ਰਹੇ ਨੇ ਵੀ ਆਪਾਂ ਘਰੇ ਬੈਠੇ ਜੀ ਆਪਾਂ ਕੀ ਕਰਨਾ, ਉੱਥੇ ਕੁਝ ਨਹੀਂ ਬਣਨਾ। ਬਹੁਤ ਸਾਰੀਆਂ ਵਿਸ਼ੇ ਆਏ ਨੇ, ਪਰ ਸਾਰੀਆਂ ਚੀਜ਼ਾਂ ਨੂੰ ਭੁਲਾ ਕੇ ਬੇਨਤੀ ਹੈ ਮੇਰੀ, ਜਿੰਨੇ ਵੀ ਸਾਨੂੰ ਦੇਖ ਰਹੇ ਨੇ ਸੁਣ ਰਹੇ ਨੇ, ਤਾਂ ਬੇਨਤੀ ਵੀ ਸਾਰੀਆਂ ਚੀਜ਼ਾਂ ਭੁਲਾ ਦਿਓ। ਸਾਡੀਆਂ ਨਸਲਾਂ ਦਾ ਸਵਾਲ ਆ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਸਵਾਲ ਆ, ਸਾਡੀ ਗੈਰਤ ਦਾ ਸਵਾਲ ਆ, ਸਾਡੇ ਜ਼ਮੀਰ ਦਾ ਸਵਾਲ ਆ। ਸਾਰੀਆਂ ਗੱਲਾਂ ਨੂੰ ਪਿੱਛੇ ਸਿੱਟ ਦਿਓ। ਜੇ ਕਿਸੇ ਨਾਲ ਗਿਲੇ ਸ਼ਿਕਵੇ ਨੇ ਉਹ ਵੀ ਮਿਟਾ ਦਿਓ। ਆਪਾਂ ਸਾਰੇ ਇੱਕ ਇਨਸਾਨ ਦੇ ਤੌਰ ਤੇ ਇਨਸਾਨੀਅਤ ਨੂੰ ਲੈ ਕੇ, ਜ਼ਮੀਰ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਦਿੱਲੀ ਵੱਲ ਚੱਲੀਏ। ਇਹ ਮੋਰਚਾ ਫਤਿਹ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਜੇ ਅਸੀਂ ਹੁਣ ਹਾਰ ਗਏ ਨਾ, ਮੌਕਾ ਬਾਰ-ਬਾਰ ਸਾਡੇ ਸਾਹਮਣੇ ਨਹੀਂ ਆਉਣਾ, ਬਿਲਕੁਲ ਸਾਤੋਂ ਸੰਭਾਲਿਆ ਨਹੀਂ ਜਾਣਾ। ਸਾਡੀਆਂ ਨਸਲਾਂ ਬਿਲਕੁਲ ਬਰਬਾਦ ਹੋ ਜਾਣਗੀਆਂ, ਸਾਡੀਆਂ ਫਸਲਾਂ ਬਰਬਾਦ ਹੋ ਜਾਣਗੀਆਂ, ਸਾਡੀਆਂ ਪੀੜ੍ਹੀਆਂ ਬਰਬਾਦ ਹੋ ਜਾਣਗੀਆਂ। ਹੱਥ ਬਣ ਕੇ ਬੇਨਤੀ ਇੱਕ ਕਲਾਕਾਰ ਹੋਣ ਦੇ ਨਾਤੇ ਕਿ ਆਓ ਸਾਰੇ, ਕਿਸੇ ਕੋਲ ਜ਼ਮੀਨ ਹੈਗੀ ਆ, ਕਿਸੇ ਕੋਲ ਜ਼ਮੀਨ ਭਾਵੇਂ ਨਹੀਂ ਹੈਗੀ, ਤਾਂ ਤੁਸੀਂ ਇਹ ਨਾ ਸੋਚੋ, ਆਪਾਂ ਆਪਣੀ ਜ਼ਮੀਰ ਨੂੰ ਜਗਾਓ, ਆਪਾਂ ਆਪਣੀ ਇਨਸਾਨੀਅਤ ਨੂੰ ਜਗਾਓ। ਇਕੱਠੇ ਹੋ ਕੇ ਹੱਥ ਬਣ ਕੇ ਬੇਨਤੀ ਹੈ ਕਿ ਦਿੱਲੀ ਦੇ ਬਾਰਡਰਾਂ ਵੱਲ ਦੁਬਾਰੇ ਵਹੀਰਾ ਕੱਤੋ ਤੇ ਆਪਾਂ ਇਹ ਅੰਦੋਲਨ ਹਰ ਹਾਲਤ ਜਿੱਤਣਾ ਹੈ ਜੀ।
ਜੀ ਸੋ ਬਿਲਕੁਲ ਜੀ ਸਨ ਸਾਡੇ ਨਾਲ ਪਾਲ ਸਿੰਘ ਸਮਾਓ ਉਹਨਾਂ ਦੀ ਪੂਰੀ ਟੀਮ ਜਿਨ੍ਹਾਂ ਨੇ ਇੱਕ ਕੁੜਤਿਆਂ ਦੇ ਜ਼ਰੀਏ ਉਸ ਰੰਗ ਨੂੰ ਪੇਸ਼ ਕੀਤਾ ਹੈ ਔਰ ਨਾਲ ਦੀ ਨਾਲ ਇੱਕ ਵਿਅੰਗ ਵੀ ਕੱਸੇ ਗਏ ਨੇ ਮੋਦੀ ਸਰਕਾਰ ਤੇ ਹਾਲੇ ਤੱਕ ਮੰਨਣ ਦਾ ਨਾਮ ਨਹੀਂ ਲੈ ਰਹੀ ਹੈ। ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਹੋਏਗਾ ਜਿਸ ਦੀ ਇੰਨੀ ਹਰ ਪਾਸੇ ਆਲੋਚਨਾ ਹੋ ਰਹੀ ਹੈ। ਵੱਖ-ਵੱਖ ਦੇਸ਼ਾਂ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਵੀ ਬੋਲੇ ਨੇ ਕਿ ਦਿੱਲੀ ਦੀਆਂ ਸਰਹੱਦਾਂ ਤੇ ਜੋ ਬੈਠੇ ਹੋਏ ਨੇ ਇਹਨਾਂ ਦੀ ਆਵਾਜ਼ ਨੂੰ ਸੁਣਿਆ ਜਾਵੇ। ਦੇਸ਼ਾਂ ਵਿਦੇਸ਼ਾਂ ਤੱਕ ਇਸ ਧਰਨੇ ਦੀ ਜਿਹੜੀਆਂ ਗੂੰਜਾਂ ਨੇ ਹੋਈਆਂ ਨੇ ਪਰ ਆਖਿਰਕਾਰ ਮੋਦੀ ਸਰਕਾਰ ਤੱਕ ਜਿਹੜੀ ਹੈ ਉਹਦੇ ਕੰਨ ਕਦੋਂ ਖੁੱਲ੍ਹਦੇ ਨੇ ਇਹ ਦੇਖਣਾ ਹਾਲੇ ਬਾਕੀ ਹੋਵੇਗਾ। ਪਰ ਜਿਹੜੀ ਲੜਾਈ ਹੈ ਹਾਲੇ ਵੀ ਜਾਰੀ ਹੈ। ਸੋ ਹੌਸਲਾ ਔਰ ਸਾਡੇ ਵਿੱਚ ਹੈ ਫਤਿਹ ਕਰਕੇ ਹੀ ਵਾਪਸ ਆਵਾਂਗੇ। ਨਵੇਂ ਰੰਗ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਸਹਿਯੋਗੀ ਸਾਥੀ ਪਰਵਿੰਦਰ ਸਿੰਘ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।